ਗਵਾਹ ਹੋਵੋਗੇ। ਹਾਲੇਲੂਇਆ। ਇਸ ਤੋਂ ਪਹਿਲੇ ਉਹਨਾਂ ਨੂੰ ਇਹ ਕਿਹਾ ਸੀਗਾ ਕਿ ਜਦ ਤੱਕ ਤੁਸੀਂ ਪੁਰਸ਼ ਸ਼ਕਤੀ ਪ੍ਰਾਪਤ ਨਹੀਂ ਕਰ ਲੈਂਦੇ ਤੁਸੀਂ ਯਰੂਸ਼ਲਮ ਚੋਂ ਬਾਹਰ ਨਾ ਜਾਇਓ। ਹਾਲੇਲੂਇਆ। ਉਸ ਚੀਜ਼ ਨੂੰ ਉਡੀਕਿਓ। ਮੇਰੇ ਜਿਹੜਾ ਦੂਸਰਾ ਅਧਿਆਇ ਪੜ੍ਹਦੇ ਹਾਂ, ਸਾਨੂੰ ਸਭ ਨੂੰ ਪਤਾ ਹੈ, ਮੈਂ ਜ਼ਿਆਦਾ ਪੜ੍ਹਨਾ ਨਹੀਂ ਚਾਹੁੰਦਾ ਟਾਈਮ ਬਚਾਉਣ ਲਈ। ਸਾਨੂੰ ਪਤਾ ਹੈ ਕਿ ਕਿਵੇਂ ਪਵਿੱਤਰ ਆਤਮਾ ਦੂਸਰੇ ਅਧਿਆਇ 'ਚ ਚੇਲਿਆਂ ਦੇ ਉੱਤੇ ਉਤਰ ਆਇਆ, ਜਿਹਦਾ ਵਾਅਦਾ ਯਿਸੂ ਮਸੀਹ ਨੇ ਉਹਨਾਂ ਦੇ ਨਾਲ ਕੀਤਾ ਹੈ। ਤੁਸੀਂ ਸੁਣੋਗੇ ਸਭ ਧਿਆਨ ਦੇ ਨਾਲ। ਆਓ ਆਪਣੇ ਅੱਖਾਂ ਬੰਦ ਕਰਦੇ ਸਿਰ ਉੱਚ ਕਰੋ। ਪਿਆਰੇ ਪ੍ਰਭੂ ਯਿਸੂ ਮਸੀਹ, ਮੈਂ ਤੇਰਾ ਵਚਨ ਪੜ੍ਹਿਆ ਹੈ ਪ੍ਰਭੂ। ਇੱਕ ਮਨੁੱਖ ਸਿਰਫ ਪੇਜ ਪੜਤਾ ਸਕਦਾ ਹੈ, ਲੇਖਤ ਨੂੰ ਕੱਢ ਕੇ ਪੜ੍ਹ ਸਕਦਾ ਹੈ ਪ੍ਰਭੂ, ਕਿਉਂਕਿ ਉਹ ਪੜ੍ਹਿਆ ਲਿਖਿਆ ਹੈ। ਪਰ ਇਹਦਾ ਪ੍ਰਕਾਸ਼ਨ ਪੜ੍ਹਾਈ ਲਿਖਾਈ ਨਾਲ ਨਹੀਂ, ਤੇਰੇ ਪਵਿੱਤਰ ਆਤਮਾ ਨਾਲ ਹੁੰਦਾ ਹੈ। ਇਸ ਲਈ ਪ੍ਰਭੂ ਤੂੰ ਆਪ ਇਸ ਪੋਥੀ ਨੂੰ ਖੋਲ੍ਹਣ ਵਾਲਾ ਹੈ। ਉਹ ਪ੍ਰਭੂ ਇਹ ਵਚਨ ਜੋ ਤੇਰੀ ਬਾਈਬਲ 'ਚ ਨਿਕਲਿਆ ਹੈ, ਜੋ ਗੱਲਾਂ ਜੋ ਤੇਰੇ ਨਬੀ ਨੇ ਬੋਲੀਆਂ, ਸਾਡੇ ਸਭ ਦੇ ਲਈ ਬਰਕਤ ਦਾ ਸਬਬ ਬਣਨ। ਹਰ ਇੱਕ ਸੁਣਨ ਵਾਲੇ ਨੂੰ ਆਸ਼ੀਸ਼ ਦੇ। ਜੋ ਘਰਾਂ 'ਚ ਸੁਣਦੇ ਹਨ ਉਹਨਾਂ ਦਾ ਵਿਸ਼ਵਾਸ ਹੋਰ ਮਜ਼ਬੂਤ ਹੋਵੇ, ਉਹ ਹੋਰ ਤੇਰੀ ਨੇੜਤਾ ਚਾਹਣ। ਸਭ ਨੂੰ ਬਹੁਤ ਬਰਕਤ ਦੇ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ। ਬੈਠਾਂਗੇ ਸਭ ਬਹੁਤ ਬਰਕਤ। ਅਸੀਂ ਪਿਛਲੇ ਹਫ਼ਤੇ ਦੇਖਿਆ ਪੰਤੇਕੁਸਤ ਵੱਲ ਵਾਪਸ ਮੁੜਨਾ। ਹਾਲੇਲੂਇਆ। ਜਿਹਨਾਂ ਨੂੰ ਸੱਚੀ ਸੁਣਿਆ ਤੇ ਸਮਝ ਲੱਗੀ ਕਿ ਪੰਤੇਕੁਸਤ ਕੀ ਹੁੰਦਾ ਹੈ ਔਰ ਕਿਉਂ ਉਹਦੇ 'ਚ ਮੁੜਨਾ ਜ਼ਰੂਰੀ ਹੈ। ਹਾਲੇਲੂਇਆ। ਪ੍ਰਭੂ ਦੇ ਨਾਮ ਨੂੰ ਮਹਿਮਾ ਮਿਲੇ। ਇਹ ਦੇਖਿਆ ਕਿ ਪੰਤੇਕੁਸਤ ਕੁਛ ਮਹੱਤਵ ਰੱਖਦਾ ਹੈ। ਹਾਲੇਲੂਇਆ। ਪੰਤੇਕੁਸਤ ਦਾ ਮੁੜਨਾ ਜਾਂ ਪੰਤੇਕੁਸਤ ਦਾ ਦਿਨ ਜਾਂ ਪਵਿੱਤਰ ਆਤਮਾ ਦਾ ਉਤਰਨਾ, ਇਹ ਕੋਈ ਮਾਇਨੇ ਰੱਖਦਾ ਹੈ, ਇਹਦਾ ਕੋਈ ਮਹੱਤਵ ਹੈ। ਹਾਲੇਲੂਇਆ। ਆਮੀਨ। ਇਹਦੇ ਬਿਨਾਂ ਹਰ ਇੱਕ ਚਰਚ ਅਧੂਰਾ ਹੈ, ਹਰ ਇੱਕ ਵਿਸ਼ਵਾਸੀ ਅਧੂਰਾ ਹੈ। ਪ੍ਰਭੂ ਦਾ ਨਾਮ ਮਹਿਮਾ ਮਿਲੇ। ਹਾਲੇਲੂਇਆ। ਕਿਉਂਕਿ ਪੈਂਟੀਕੋਸਟ ਵਾਲੇ ਦਿਨ ਹੀ ਉਹ ਕਲੀਸਿਆ ਅਸਲੀ ਕਲੀਸਿਆ, ਇੱਕ ਏਦਾਂ ਦੀ ਕਲੀਸਿਆ ਹੈ ਜਿਹੜੀ ਪ੍ਰਮਾਣਿਤ ਕੀਤੀ ਗਈ ਕਲੀਸਿਆ। ਹਾਲੇਲੂਇਆ। ਤਾਂ ਅਸੀਂ ਗੱਲ ਕੀਤੀ ਸੀ ਪਿਛਲੇ ਹਫ਼ਤੇ ਕਿ ਕਈ ਵਾਰੀ ਸੰਸਥਾਵਾਂ ਦੇ ਕੋਲੋਂ ਸਰਟੀਫਿਕੇਟ ਲੈ ਲਏ ਜਾਂਦੇ ਹਨ, ਪਰ ਅਸਲੀ ਸਰਟੀਫਿਕੇਟ ਸਵਰਗ ਤੋਂ ਆਉਂਦਾ ਹੈ, ਸਵਰਗੀ ਤੋਂ ਪ੍ਰਮਾਣ ਹੁੰਦਾ ਹੈ। ਕਿਤੇ ਯਾਦ ਹੈ ਤੁਹਾਨੂੰ ਇੱਕ ਕਹਾਣੀ ਸੁਣਾਈ ਸੀ ਕਿ ਇੱਕ ਵਾਰੀ ਇੱਕ ਚਰਚ ਦਾ ਪਾਸਟਰ ਦੀ ਡੈਥ ਹੋ ਗਈ ਔਰ ਉਹ ਸਵਰਗ 'ਚ ਗਿਆ। ਉੱਥੋਂ ਜਾ ਕੇ ਉਹਨੇ ਇੱਕ ਦਿਨ ਮੰਗ ਕੀਤੀ ਕਿ ਮੈਂ ਆਪਣੇ ਚਰਚ 'ਚ ਅੱਜ ਮੀਟਿੰਗ ਚੱਲਦੀ ਹੈ, ਮੈਂ ਇਹਨਾਂ ਨੂੰ ਗੀਤ ਸੁਣਨਾ ਚਾਹੁੰਦਾ ਉੱਪਰੋਂ। ਉਹਨਾਂ ਨੇ ਕਿਹਾ ਜ਼ਰੂਰ ਤੁਸੀਂ ਸੁਣ ਸਕਦੇ ਹੋ। ਤੇ ਉਹਨੇ ਕਿਹਾ ਤੂੰ ਸੁਣ ਲੈ, ਥੱਲੇ ਮੀਟਿੰਗ ਚੱਲਦੀ, ਉਹ ਗਾ ਰਹੇ। ਜਦੋਂ ਸਾਰੇ ਗਾ ਰਹੇ ਸਨ, ਕੋਈ 10-15 ਜਣੇ ਦੀ ਕੁਆਇਰ ਸੀ ਜਿਹੜੀ ਗਾਉਂਦੀ ਚਰਚ 'ਚ। ਜਦੋਂ ਸਾਰੇ ਗਾ ਰਹੇ ਸੀ ਤੇ ਪਾਸਟਰ ਨੇ ਉੱਥੇ ਸਵਰਗ 'ਚ ਉਹਨਾਂ ਨੂੰ ਪੁੱਛਿਆ, ਕਹਿੰਦਾ ਕਿ ਉਹ 10-15 ਜਣੇ ਚਰਚ 'ਚ ਗਾ ਰਹੇ ਆ, ਲੇਕਿਨ ਆਵਾਜ਼ ਮੈਨੂੰ 2-3 ਜਣਿਆਂ ਦੀ ਆਉਂਦੀ ਹੈ, ਬਾਕੀਆਂ ਦੀ ਆਵਾਜ਼ ਕਿਉਂ ਨਹੀਂ ਆ ਰਹੀ? ਤਾਂ ਉੱਥੇ ਉਹਨੂੰ ਕਿਹਾ ਗਿਆ ਕਿ ਇਹ ਸਵਰਗ ਹੈ, ਇੱਥੇ ਆਵਾਜ਼ ਉਹਦੀ ਆਉਂਦੀ ਹੈ ਜਿਹੜਾ ਆਤਮਾ ਤੇ ਸੱਚਾਈ ਨਾਲ ਕਰਦਾ ਹੈ, ਬਾਕੀ ਗਾਉਂਦੇ ਰਹਿੰਦੇ। ਹਾਲੇਲੂਇਆ। ਆਮੀਨ। ਮਤਲਬ ਉਹ ਹੀ ਅਸਲੀ ਪ੍ਰਮਾਣ ਹੈ ਜਿਹੜਾ ਸਵਰਗ ਤੋਂ ਮਿਲੇ, ਉਹੀ ਅਸਲੀ ਸਬੂਤ ਹੈ ਜਿਹੜਾ ਸਵਰਗ ਤੋਂ ਮਿਲੇ। ਹਾਲੇਲੂਇਆ। ਇੱਦਾਂ ਦੇ ਨੋਟ ਵੀ ਕੋਈ ਪ੍ਰਿੰਟਿੰਗ ਕਰ ਸਕਦਾ ਹੈ ਘਰੇ, ਜਿੱਦਾਂ ਦੀ ਟੈਕਨੋਲੋਜੀ ਹੈ। ਸਭ ਬੰਦਿਆਂ ਕੋਲ ਤੁਹਾਨੂੰ ਪਤਾ ਨਕਲੀ ਨੋਟ ਛਾਪ ਲੈਂਦੇ, ਪਰ ਅਸਲੀ ਚੀਜ਼ ਉਹ ਹੈ ਜਿਹੜੀ RBI ਤੋਂ ਪ੍ਰਮਾਣਿਤ ਹੋ ਕੇ ਆਉਂਦੀ ਹੈ, ਕਿ ਤੋਂ ਮੋਹਰ ਲੱਗ ਕੇ ਆਉਂਦੀ ਹੈ। ਹਾਲੇਲੂਇਆ। ਆਮੀਨ। ਕਿਸੇ ਵੀ ਚੀਜ਼ ਦਾ ਪ੍ਰਮਾਣ ਹੋਣਾ ਚਾਹੀਦਾ ਹੈ, ਔਰ ਕਲੀਸਿਆ ਦਾ ਅਸਲੀ ਪ੍ਰਮਾਣ ਸਵਰਗ ਤੋਂ ਉਤਰਦਾ ਹੈ। ਮੁਬਾਰਕ ਹੈ ਉਹ ਚਰਚ ਦਾ ਸਬੂਤ ਸਵਰਗ ਤੋਂ ਮਿਲੇ। ਹਾਲੇਲੂਇਆ। आवाज सुन दी सब लग गया। हालेलुया। एक प्रमाणित किया होया चर्च, एक प्रमाणित की हुई कलीसिया, एक वो कलीसिया जिन्हें परमेश्वर को खुश किया, क्योंकि जब तक कहीं परमेश्वर को खुश नहीं करते तब तक वो सानू साबित नहीं कर सकता। तन पता ना कैन ते हावल ने भेंट चढ़ाई ही, कैन दी भेंट परमेश्वर को खुश नहीं कर सकी।
ਹਾਬਲ ਦੀ ਭੇਟ ਨੇ ਪਰਮੇਸ਼ਰ ਨੂੰ ਖੁਸ਼ ਕੀਤਾ ਤਾਂ ਫਿਰ ਪਰਮੇਸ਼ਰ ਨੇ ਉਹਦੀ ਭੇਟ ਨੂੰ ਸਾਬਤ ਕਰ ਦਿੱਤਾ, ਸਾਈਨ ਕਰ ਦਿੱਤੇ ਕਿ ਇਹ ਓਕੇ ਹੈ। ਹਾਲੇਲੂਇਆ। ਇੱਥੇ ਪੈਂਟੀਕੋਸਟ ਵਾਲੀ ਕਲੀਸਿਆ ਦੇ ਉੱਤੇ ਪਰਮੇਸ਼ਰ ਨੇ ਸਾਈਨ ਕੀਤੇ ਕਿ ਇਹ ਪਰਫੈਕਟ ਹੈ, ਇਹ ਮੇਰੀ ਮਰਜ਼ੀ ਤੇ ਬਣੀ ਹੈ। ਹਾਲੇਲੂਇਆ। ਹੁਣ ਉਹ ਕਲੀਸਿਆ ਸੀ ਜਿਹਨੇ ਵਚਨ ਦੀਆਂ ਸ਼ਰਤਾਂ ਨੂੰ ਪੂਰਾ ਕੀਤਾ ਹੈ। ਆਮੀਨ। ਜਿਹਦੇ ਅੰਦਰ ਬੇਦਾਰੀ ਸੀ। ਹਾਲੇਲੂਇਆ। ਪ੍ਰਭੂ ਦੇ ਨਾਮ ਮਹਿਮਾ ਮਿਲੇ। ਉਹ ਕਲੀਸਿਆ ਸੀ ਜਿਹਦੇ ਅੰਦਰ ਮਸੀਹ ਪਾਇਆ ਜਾਂਦਾ ਸੀ, ਇੱਕ ਸ਼ਕਤੀਸ਼ਾਲੀ ਕਲੀਸਿਆ। ਹਾਲੇਲੂਇਆ। ਇਹ ਕਿੱਦਾਂ ਦੀ ਉਹਦੇ ਅੰਦਰ ਬੇਦਾਰੀ ਔਰ ਇਦਾਂ ਦਾ ਜਜ਼ਬਾ, ਇਦਾਂ ਦਾ ਸਾਮਰਥ, ਇਦਾਂ ਦਾ ਮਸਰ ਅੰਦਰ ਪਾਇਆ ਜਾਂਦਾ ਸੀ ਕਿ ਉਸਨੇ ਰਾਸ਼ਟਰ ਹਿਲਾ ਕੇ ਰੱਖ ਦਿੱਤਾ ਆਪਣਾ। ਉਹ ਧਰਤੀ ਦੇ ਬੰਨਿਆਂ ਤੀਕਰ ਪਹੁੰਚੇ। ਉਹ ਆਰਿਆਂ ਨਾਲ ਚੀਰੇ ਗਏ, ਤਲਵਾਰਾਂ ਨਾਲ ਵੱਢ ਦਿੱਤੇ ਗਏ, ਪਰ ਉਹਨਾਂ ਦੇ ਅੰਦਰੋਂ ਵਚਨ ਖਤਮ ਨਹੀਂ ਹੋਇਆ। ਹਾਲੇਲੂਇਆ। ਉਹ ਭਾਵੇਂ ਬੜੇ ਖਤਰਨਾਕ ਤਰੀਕਿਆਂ ਦੇ ਨਾਲ ਉਹਨਾਂ ਨੂੰ ਮੌਤ ਮਿਲੀ, ਉਹ ਮਾਰੇ ਗਏ, ਸ਼ਹੀਦ ਕੀਤੇ ਗਏ, ਪਰ ਉਹ ਨਾਸ਼ ਨਹੀਂ ਹੋਏ। ਪਤਾ ਕਿਉਂ? ਕਿਉਂਕਿ ਉਹਨਾਂ ਨੇ ਪੈਂਟੀਕੋਸਟ ਵਾਲੇ ਦਿਨ ਪਵਿੱਤਰ ਆਤਮਾ ਪਾਇਆ ਸੀ। ਉਹਨਾਂ ਨੇ ਮਸੀਹ ਨੂੰ ਆਪਣੇ ਅੰਦਰ ਪਾਇਆ ਸੀਗਾ। ਉਹ ਇੱਕ ਸ਼ਕਤੀਸ਼ਾਲੀ ਕਲੀਸਿਆ ਹੈ। ਹਾਲੇਲੂਇਆ। ਉਹ ਇੰਨੀ ਸਾਮਰਥ ਨਾਲ ਭਰੇ ਹੋਏ ਸੀਗੇ ਕਿ ਜਦੋਂ ਇਕੱਠੇ ਹੋ ਕੇ ਘਰਾਂ 'ਚ ਏਦਾਂ ਬੰਦਗੀਆਂ ਕਰਦੇ ਤੇ ਪਵਿੱਤਰ ਆਤਮਾ ਬੜੇ ਜ਼ੋਰ ਦੇ ਨਾਲ ਉਹਨਾਂ 'ਚ ਕੰਮ ਕਰਦਾ ਰਿਹਾ। ਜੇ ਤੁਸੀਂ ਰਸੂਲਾਂ ਦੀ ਕਿਤਾਬ ਪੜ੍ਹੋ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਲੋਕ ਉਹਨਾਂ ਦੇ ਨਾਲ ਸੰਗਤੀ ਕਰਨ ਤੋਂ ਡਰਦੇ ਹੁੰਦੇ ਸੀ। ਸੰਗਤੀ ਕਰਨ ਤੋਂ ਉਹਨਾਂ ਦੇ ਨਾਲ ਡਰਦੇ ਸੀ। ਤੁਹਾਨੂੰ ਪਤਾ ਹਨਨੀਆ ਸਫੀਰਾ ਵਰਗੇ ਇਹੋ ਜਿਹੀ ਕਲੀਸਿਆ 'ਚ ਆਏ ਜਿਨ੍ਹਾਂ ਦੇ ਅੰਦਰ ਪਾਪ ਸੀਗਾ ਔਰ ਉਹੀ ਬੁਰਾਈ ਲੈ ਕੇ ਉਹ ਚਰਚ 'ਚ ਆ ਗਏ। ਉਸ ਚਰਚ ਜਿੱਥੇ ਪਵਿੱਤਰ ਆਤਮਾ ਬੜੀ ਭਰਪੂਰੀ ਨਾਲ ਕੰਮ ਕਰ ਰਿਹਾ ਹੈ ਔਰ ਪਤਰਸ ਦੇ ਅੰਦਰੋਂ ਪਵਿੱਤਰ ਆਤਮਾ ਨੇ ਸਾਬਤ ਕਰ ਦਿੱਤਾ ਹੈ ਕਿ ਇਹ ਦੋਵੇਂ ਜੀ ਜਿਹੜੇ ਇਹ ਗੜਬੜ ਲੈ ਕੇ ਕਲੀਸਿਆ 'ਚ ਆਏ ਆ। ਤੁਸੀਂ ਜਾਣਦੇ ਹੋ ਉੱਥੇ ਮਾਰੇ ਗਏ ਦੋਵੇਂ ਜਣੇ। ਕਿਉਂ? ਕਿਉਂਕਿ ਉੱਥੇ ਪਵਿੱਤਰ ਆਤਮਾ ਨਾਲ ਭਰੀ ਹੋਈ ਕਲੀਸਿਆ ਸੀ। ਪ੍ਰਭੂ ਉੱਥੇ ਕੰਮ ਕਰ ਰਿਹਾ ਸੀਗਾ। ਪ੍ਰਭੂ ਉਹਨਾਂ ਨੂੰ ਇਸਤੇਮਾਲ ਕਰ ਰਿਹਾ ਸੀ। ਹਾਲੇਲੂਇਆ। ਉਹ ਸਵਰਗ ਤੋਂ ਪ੍ਰਮਾਣ ਪਾਈ ਹੋਈ ਕਲੀਸਿਆ ਸੀਗੀ। ਪ੍ਰਭੂ ਦੇ ਨਾਮ ਮਹਿਮਾ ਮਿਲੇ। ਉਹਦੇ ਵਿੱਚ ਅਜੀਬ ਕੰਮ ਸਨ, ਅਦਭੁਤ ਕੰਮ ਹੁੰਦੇ ਸੀ, ਚੰਗਿਆਈਆਂ ਹੁੰਦੀਆਂ ਸਨ, ਚਮਤਕਾਰ ਹੁੰਦੇ ਸੀ। ਹਾਲੇਲੂਇਆ। ਉਹਦੇ ਵਿੱਚ ਆਤਮਾ ਦੇ ਕੰਮਾਂ ਦਾ ਪ੍ਰਗਟਾਵਾ ਸੀ। ਇੱਕ ਉਹ ਕਲੀਸਿਆ ਜਿਹੜੀ ਅੱਗ ਉੱਤੇ ਸੀ। ਹਾਲੇਲੂਇਆ। ਪ੍ਰਭੂ ਦੇ ਨਾਮ ਮਹਿਮਾ ਮਿਲੇ। ਇੱਕ ਐਸੀ ਕਲੀਸਿਆ ਜਿਹਦੇ ਲਈ ਸਾਡੇ ਦਿਨਾਂ 'ਚ ਨਬੀ ਭੇਜਿਆ ਗਿਆ, ਇਸ ਲਈ ਤਾਂ ਕਿ ਹੁਣ ਦੇ ਲੋਕਾਂ ਨੂੰ ਉਦਾਂ ਦਾ ਹੀ ਬਣਾਵੇ, ਉਦਾਂ ਦਾ ਹੀ ਸੰਦੇਸ਼ ਉਸੇ ਦੇ ਵਿਸ਼ਵਾਸ ਉੱਤੇ ਲਿਆਵੇ ਜਿੱਦਾਂ ਦਾ ਉਹਨਾਂ ਕੋਲ ਸੀ। ਉਹ ਨਮੂਨਾ ਖੜਾ ਕੀਤਾ ਪਰਮੇਸ਼ਰ ਨੇ ਇੱਕ ਕਲੀਸਿਆ। ਉਹ ਪਰਮੇਸ਼ਰ ਵੱਲੋਂ ਤਿਆਰ ਕੀਤਾ ਹੋਇਆ ਇੱਕ ਨਮੂਨਾ ਸੀ ਦੂਜੀਆਂ ਕਲੀਸਿਆਵਾਂ ਦੇ ਲਈ। ਇਹ ਸਭ ਧਿਆਨ ਨਾਲ ਸੁਣਿਓ। ਹਾਲੇਲੂਇਆ। ਪ੍ਰਭੂ ਦੇ ਨਾਮ ਮਹਿਮਾ ਮਿਲੇ। ਔਰ ਇਹ ਵਿਸ਼ਵਾਸ ਕਰਦੇ ਹਾਂ ਜੋ ਦਾ ਇਹ ਸੰਦੇਸ਼ ਆਇਆ ਹੈ, ਇਹ ਸੰਦੇਸ਼ ਇਸੇ ਲਈ ਆਇਆ ਤਾਂ ਕਿ ਫਿਰ ਤੋਂ ਲੋਕਾਂ ਨੂੰ ਪੈਂਟੀਕੋਸਟ ਵਾਲੇ ਤਿਆਰ ਕਰੇ। ਫਿਰ ਤੋਂ ਹੀ ਕੰਮ ਹੋ, ਫਿਰ ਤੋਂ ਹੀ ਮਸਾ ਹੋਏ। ਵੀ ਜਾਣਦੇ ਹੋ ਇਹ ਚਾਲੂ ਹੈ ਕੰਮ, ਇਹ ਕੰਮ ਚਾਲੂ ਹੈ। ਪਰਮੇਸ਼ਰ ਸਪੈਸ਼ਲੀ ਪੈਂਟੀਕੋਸਟ ਨੂੰ ਖੜੇ ਕਰ ਰਿਹਾ ਹੈ ਜਿਨ੍ਹਾਂ ਦੇ ਅੰਦਰ ਸੱਚਮੁੱਚ ਪ੍ਰਭੂ ਕੰਮ ਕਰਦਾ ਹੈ, ਜਿਨ੍ਹਾਂ ਨੂੰ ਸੱਚਮੁੱਚ ਇਸਤੇਮਾਲ ਕਰਦਾ ਹੈ, ਉਹ ਜਿਹੜੇ ਸੱਚਮੁੱਚ ਆਤਮਾ ਨਾਲ ਭਰੇ ਹੋਏ ਹੈ। ਤੁਸੀਂ ਸਮਾਂ ਆ ਲੈਂਦੇ ਹੋ ਥੋੜੇ ਚਿਰ ਬਾਅਦ ਜਿੱਦਾਂ ਉਹਨਾਂ ਉਸ ਕਲੀਸਿਆ ਦੇ ਨਾਲ ਸੰਗਤੀ ਕਰਨ ਤੋਂ ਲੋਕ ਡਰਦੇ ਸੀ। ਤੁਹਾਨੂੰ ਪਤਾ ਹੁਣ ਵੀ ਡਰਦੇ ਆ, ਹੁਣ ਵੀ ਡਰਦੇ ਆ, ਲੇਕਿਨ ਹੋਰ ਵੀ ਜਿਹੜੀ ਰਹਿੰਦ ਖੂੰਦ ਹੈ ਇਹ ਵੀ ਡਰੇਗੀ। ਆਮੀਨ। ਹਾਲੇਲੂਇਆ। ਕਿਉਂਕਿ ਪਰਮੇਸ਼ਰ ਆਪਣੇ ਲੋਕਾਂ ਨੂੰ ਇੰਨੀ ਪਵਿੱਤਰਤਾਈ ਨਾਲ ਚੁੱਕ ਲਵੇਗਾ। ਕੋਈ ਵੀ ਬੇਪਰਦੀਤੀ ਨੂੰ ਮੈਂ ਰਹਿੰਦ ਖੂੰਦ ਕਹਿਣਾ ਹੈ ਕਿਸੇ ਭਾਈ ਮੇਰੇ ਭੈਣ ਨੂੰ ਨਹੀਂ। ਕੋਈ ਵੀ ਬੇਪਰਦੀਤੀ ਜਾਂ ਕੋਈ ਸ਼ੱਕ ਜਾਂ ਕੋਈ ਪਾਪ ਜਾਂ ਕੋਈ ਗੜਬੜ ਇਸ ਚਰਚ 'ਚ ਠਹਿਰ ਨਹੀਂ ਪਾਏਗੀ। ਇਹ ਇੰਨੀ ਮਹਾਨ ਪਵਿੱਤਰਤਾ ਨਾਲ ਅੱਗੇ ਵਧੇਗਾ ਕਿ ਪਰਮੇਸ਼ਰ ਸਾਰੀ ਗੰਦਗੀ ਨੂੰ ਪਰੇ ਕਰ ਦੇਵੇਗਾ। ਕਿਉਂਕਿ ਅੱਜ ਵੀ ਹੈਕਲਾਂ ਨੂੰ ਸਾਫ਼ ਕਰਨ ਵਾਲਾ ਔਰ ਹੈਕਲਾਂ 'ਚ ਵਾਸ ਕਰਨ ਵਾਲਾ ਹੈ। ਹਾਲੇਲੂਇਆ। ਉਹਦੇ ਨਾਲ ਮਹਿਮਾ ਮਿਲੇ। ਯਹੋਵਾ ਨੇ ਵਾਅਦਾ ਕੀਤਾ ਸੀ ਮਲਾਕੀ ਸੰਦੇਸ਼ ਵਾਕ ਦੇ ਰਾਹੀਂ ਮੇਰੀਆ ਨਬੀ ਨੂੰ ਤੁਹਾਡੇ ਲਈ ਭੇਜੇਗਾ। ਬੇਵਾਂ ਦੇ ਦਿਲਾਂ ਨੂੰ ਬਾਲਕਾਂ ਵੱਲ ਤੇ ਬਾਲਕਾਂ ਦੇ ਦਿਲਾਂ ਨੂੰ ਪੇਵਾਂ ਵੱਲ ਮੋੜੇ। ਅਸੀਂ ਉਹ ਬਾਲਕ ਹਾਂ ਜਿਨ੍ਹਾਂ ਦੇ ਦਿਲਾਂ ਨੂੰ ਵਾਪਸ ਪੈਂਟੀਕੋਸਟ ਪੇਵਾਂ ਵੱਲ ਮੋੜੇ ਜਾਣਾ ਸੀ। ਔਰ ਇਹ ਸੰਦੇਸ਼ ਸਾਨੂੰ ਦਿੱਤਾ ਗਿਆ ਜਿਹੜਾ ਸਾਨੂੰ ਵਾਪਸ ਮੋੜਦਾ ਹੈ। ਹਾਲੇਲੂਇਆ। ਪ੍ਰਭੂ ਦੇ ਨਾਮ ਮਹਿਮਾ ਮਿਲੇ। ਆਮੀਨ। ਅਬਰਾਹਮ ਦੇ ਨਾਲ ਕਈਆਂ ਨੇ ਬਹਿਸ ਕੀਤੀ। ਉਹਨਾਂ ਨੇ ਕਿਹਾ ਪਹਿਲੀ ਕਲੀਸਿਆ ਰੋਮਨ ਕੈਥੋਲਿਕ ਸੀ। ਉਹਨੇ ਕਿਹਾ ਹਾਂ, ਪਰ ਉਹ ਪਹਿਲੀ ਹੀ ਜਿਹੜੀ ਸੰਸਥਾ ਬਣੀ
लेकिन ਜਿਹੜੀ ਪਵਿੱਤਰ ਆਤਮਾ ਦੁਆਰਾ ਖੜੀ ਕੀਤੀ ਗਈ ਉਹ ਕਲੀਸਿਆ ਪੈਂਟੀਕੋਸਟਲ ਦੀ ਕਲੀਸਿਆ ਸੀ। ਹਾਲੇਲੂਇਆ ਤੁਸੀਂ ਜਾਣਦੇ ਹੋ ਇਸ ਸਮੇਂ ਦਾ ਸੰਦੇਸ਼ ਸਾਨੂੰ ਰੋਮਨ ਕੈਥੋਲਿਕ ਵੱਲ ਨਹੀਂ ਖੜੇਗਾ, ਇਹ ਸਮੇਂ ਦਾ ਸੰਦੇਸ਼ ਸਾਨੂੰ ਪੈਂਟੀਕੋਸਟ ਵੱਲ ਖੜੇਗਾ। ਕੀ ਲੈ ਜਾਣਾ ਚਾਹੁੰਦੇ ਆ? ਹਾਲੇਲੂਇਆ ਕੀ ਤੁਸੀਂ ਤਿਆਰ ਹੋ ਕਿ ਪ੍ਰਭੂ ਤੁਹਾਨੂੰ ਪੈਂਟੀਕੋਸਟ ਵਾਲਾ ਵਿਸ਼ਵਾਸੀ ਬਣਾਵੇ? ਆਮੀਨ। ਪ੍ਰਭੂ ਦਾ ਨਾਮ ਮਹਿਮਾ ਮਿਲੇ। ਇਹ ਵਾਅਦਾ ਹੈ। ਤੁਸੀਂ ਕੁਦਰਤ ਨੂੰ ਦੇਖੋ, ਇਹ ਚੀਜ਼ ਤੁਹਾਨੂੰ ਦਿਖਾਵੇਗੀ ਕਿ ਫੇਰ ਤੋਂ ਪੈਂਟੀਕੋਸਟਲ ਨੇ ਆਉਣਾ, ਫੇਰ ਤੋਂ ਪੈਂਟੀਕੋਸਟਲ ਹੈ। ਦੇਖੋ ਹਫ਼ਤੇ 'ਚ 7 ਦਿਨ ਹੁੰਦੇ ਆ। ਹਫ਼ਤੇ ਕਿੰਨੇ ਦਿਨ ਹੁੰਦੇ ਆ? ਹਾਲੇਲੂਇਆ ਜਰਾ ਕਿ ਗਿਣੋ। ਐਤਵਾਰ, ਸੋਮਵਾਰ, ਮੰਗਲਵਾਰ, ਬੁੱਧਵਾਰ, ਵੀਰਵਾਰ, ਸ਼ੁੱਕਰਵਾਰ, ਸ਼ਨੀਵਾਰ। ਕੁਝ ਨੂੰ 8ਵਾਂ ਹੈ ਉਹ ਫੇਰ ਤੋਂ ਪਹਿਲਾਂ ਹੁੰਦਾ ਐਤਵਾਰ। ਸ਼ਨੀਵਾਰ ਤੋਂ ਬਾਅਦ ਫੇਰ ਤੋਂ ਐਤਵਾਰ ਆ ਜਾਂਦਾ, ਜਿਹੜੀ ਮੁੜ ਤੋਂ ਪਹਿਲਾਂ। ਔਰ ਇਸ 7ਵਾਂ ਕਲੀਸਿਆ ਯੁੱਗ ਚੋਂ ਪਰਮੇਸ਼ਰ ਨੇ ਆਪਣੇ ਲੋਕਾਂ ਨੂੰ ਬਾਹਰ ਕੱਢਿਆ ਹੈ। 7 ਚਰਚ ਯੁੱਗ ਹਾਂ, ਨਫਸੂ, ਸਮਰਨਾ, ਪਰਗੁਮ, ਤੁਆਤੀਰਾ, ਸਾਰਦਿਸ, ਫਿਲਦੇਲਫੀਆ ਤੇ ਲਾਉਦੀਕੀਆ। ਜਦੋਂ ਇਹ 7 ਖਤਮ ਹੁੰਦੇ ਆ, ਅਬਰਾਹਮ ਦੇ ਸੰਦੇਸ਼ ਨੇ, ਨਬੀ ਦੇ ਸੰਦੇਸ਼ ਨੇ ਲਾੜੀ ਨੂੰ ਲਾਉਦੀਕੀਆ ਚ ਬਾਹਰ ਕੱਢਿਆ ਹੈ। ਕਿਉਂਕਿ ਲਾਉਦੀਕੀਆ ਦਾ ਮਤਲਬ ਹੈ ਆਪੋ ਆਪਣੀ ਮਰਜ਼ੀ। ਦੁਲਹਨ ਆਪੋ ਆਪਣੀ ਮਰਜ਼ੀ ਚ ਨਹੀਂ ਹੈ, ਉਹਨੂੰ ਲਾਉਦੀਕੀਆ ਚ ਬਾਹਰ ਕੱਢਿਆ ਗਿਆ। ਯਾਨੀ ਫਿਰ 8ਵਾਂ ਹੈ। 8ਵੇਂ ਦਾ ਮਤਲਬ ਹੈ ਫਿਰ ਤੋਂ ਪਹਿਲਾਂ। ਇਹ ਪਹਿਲਾਂ ਕਿਹੜਾ ਹੀ? ਪੈਂਟੀਕੋਸਟ ਲਫ਼ਜ਼। ਸਮਝੇ? ਹਾਲੇਲੂਇਆ ਕੀ ਇਹ ਦਿਨ ਸਾਨੂੰ ਦਿਖਾਉਂਦੇ ਨਹੀਂ ਕਿ ਸ਼ਨੀਵਾਰ ਤੋਂ ਬਾਅਦ ਫੇਰ ਐਤਵਾਰ ਆ ਜਾਂਦਾ ਹੈ। ਐਤਵਾਰ, ਸੋਮਵਾਰ, ਮੰਗਲਵਾਰ, ਬੁੱਧਵਾਰ, ਵੀਰਵਾਰ, ਸ਼ੁੱਕਰਵਾਰ, ਸ਼ਨੀਵਾਰ। ਸ਼ਨੀਵਾਰ ਤੋਂ ਫੇਰ ਤੋਂ ਪਹਿਲਾਂ। ਹੁਣ ਤੁਹਾਨੂੰ ਸਮਝ ਲੱਗਣੀ ਚਾਹੀਦੀ ਹੈ ਕਿ ਕਿਉਂ ਭਾਈ ਨੇ ਅੱਜ ਫੇਰ ਇਹੀ ਸੰਦੇਸ਼ ਚੁੱਕਿਆ। ਇਹ ਸਮਾਜ ਸ਼ਨੀਵਾਰ ਤੋਂ ਬਾਅਦ ਵਾਪਸ ਪਹਿਲੇ ਐਤਵਾਰ 'ਚ ਆਉਂਦਾ ਹੈ। ਇਸ ਲਈ ਸਾਡੇ ਯੁੱਗ 'ਚ ਨਬੀ ਦਾ ਖੜਾ ਹੋਇਆ, ਉਹਨੇ ਦਾਰੇ ਵਿਚਾਰ ਕੀਤੇ। ਜਿਨ ਲੋਕਾਂ ਨੇ ਕਿਹਾ ਕਿ ਤੂੰ ਫੇਰ ਤੋਂ ਰਸੂਲਾਂ ਦਾ ਯੁੱਗ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜੋ ਕਿ ਖਤਮ ਹੋ ਚੁੱਕਾ ਹੈ। ਉਹਨੇ ਕਿਹਾ ਇਹ ਕਦੇ ਖਤਮ ਨਹੀਂ ਹੋਇਆ, ਕਿਉਂਕਿ ਉੱਥੇ ਪਤਰਸ ਨੇ ਕਿਹਾ ਇਹ ਵਾਅਦਾ ਤੁਹਾਡੇ ਨਾਲ, ਤੁਹਾਡੇ ਬੱਚਿਆਂ ਨਾਲ, ਹਰ ਇੱਕ ਉਸ ਦੇ ਨਾਲ ਹੈ ਜਿਹਨੂੰ ਪਰਮੇਸ਼ਰ ਬੁਲਾਏਗਾ। ਇਹ ਖਤਮ ਨਹੀਂ ਹੋਇਆ, ਰਸੂਲਾਂ ਦਾ ਯੁੱਗ ਜਾਰੀ ਹੈ। ਅਸਲੀ ਰਸੂਲਾਂ ਦੇ ਵਿੱਚ ਹੁੰਦੀ। ਪ੍ਰਭੂ ਤੁਹਾਨੂੰ ਬਹੁਤ ਬਰਕਤ ਦੇਵੇ। ਹਾਲੇਲੂਇਆ। ਜਿੰਨਾ ਮੈਂ ਪ੍ਰਚਾਰ ਕਰਦਾ, ਅਗਰ ਕਿਸੇ ਮਨ ਚ ਇਹਦੇ ਪ੍ਰਤੀ ਕੋਈ ਸਵਾਲ ਹੋਏ ਜਾਂ ਕੋਈ ਗੱਲ ਕਰਨਾ ਚਾਹੁੰਦਾ ਹੈ ਤਾਂ ਜ਼ਰੂਰ ਮੈਨੂੰ ਮਿਲੇ, ਪੁੱਛੇ। ਹਾਲੇਲੂਇਆ। ਪ੍ਰਭੂ ਤੁਹਾਨੂੰ ਬਹੁਤ ਬਰਕਤ ਦੇ। ਸਮਝ ਲੱਗ ਗਈ? ਸ਼ਨੀਵਾਰ ਤੋਂ ਬਾਅਦ ਫੇਰ ਤੋਂ ਐਤਵਾਰ। ਹਾਲੇਲੂਇਆ। ਦੇਖੋ ਸਰਗਮ ਨੂੰ ਦੇਖੋ ਜੀ, ਜਿਹੜੇ ਸੰਗੀਤ ਸਿੱਖਦੇ ਆ, ਸਭ ਤੋਂ ਪਹਿਲਾਂ ਸੰਗੀਤ 'ਚ ਸਰਗਮ ਸਿਖਾਈ ਜਾਂਦੀ ਹੈ। सा रे गा मा पा धा नी सा, सा रे गा मा पा धा नी सा, फिर तो सा। इसमें ही टाल नहीं सकते, एक कुदरत है। मेरा मतलब कलीसिया ने मुड़ तो पेंटिकोस्टल जाना ही जाना है। शनिवार तो बाद फिर तो पहला एतवार आंदा है। जिस सरगम च सा तो शुरू होया, फिर सा ते वापस आंदा। ये चीज हम दिखाती है। फिर तो कलीसिया वापस पेंटिकोस्ट बन जाएगी। ये सरगम ने ध्यान नाल सुनो। जरा ये गांदे हैं, सा रे गा मा पा धा नी सा। जिथे इन्हू गाओ, पहला भी सा है ते सतवें तो बाद दा भी सा है, पर पहला सा दा सुर छोटा है और आखिरी सा दा सुर उस तो ज्यादा हाई हुंदा है। इसलिए आखिरी कलीसिया पहले नालों भी ज्यादा वड्डे जोर नाल इस्तेमाल की जाती, क्योंकि उस कलीसिया च लोग वरते गए, इस्तेमाल हुए, उन्होंने अपनी जाना देनियां पईयां और वो महिमा चले गए। आखिरी सा और तो ऊंचा होएगा, ज्यादा वड्डे काम होणगे और इन्हां चों मरनगे नहीं लोग, वो जिंदे उठाए जाणगे। प्रभु कहने नालों ज्यादा इस्तेमाल करेगा। हालेलुया। क्योंकि जोएल दी किताब च वादा आया, पहली ते आखिरी बरसात दा, पहली हो चुकी है, आखिरी साडे लई है। आमीन। किन्ने आमीन कह सकते हैं? हालेलुया। प्रभु दा नाम महिमा मिले। तां सुनो, याद रखो ध्यान नाल,
ਜੇ ਤੁਸੀਂ ਅਸਲੀ ਸਰਗਮ ਸਿੱਖਣੀ ਆ ਤੇ ਤੁਹਾਨੂੰ ਵਾਪਸ ਨੀਂਦ ਤੋਂ ਬਾਅਦ ਸਾਹ ਦੇ ਆਉਣਾ ਹੀ ਪੈਣਾ ਹੈ। ਹੁਣ ਜੇ ਕੋਈ ਉੱਥੇ ਨੀਂਦ ਅੜ ਜਾਏ, ਉਹ ਕਹੇ ਮੈਂ ਨਹੀਂ ਪਿਛਲਾ ਸਾਹ ਗਾਉਂਦਾ, ਤੇ ਉਹ ਕਦੇ ਨਹੀਂ ਸੰਗੀਤ ਨਹੀਂ ਸਿੱਖ ਸਕਦਾ। ਹੁਣ ਜੇ ਸ਼ਨੀਵਾਰ ਤੇ ਅੜ ਜਾਏ ਤੇ ਉਹ ਕਹੇ ਮੈਨੂੰ ਸ਼ਨੀਵਾਰ ਤੋਂ ਅਗਲਾ ਵਾਰ ਦਿਖਾਓ ਕੋਈ, ਮੈਂ ਨਹੀਂ ਪਿਛਲੇ ਐਤਵਾਰ ਤੇ ਜਾਣਾ। ਉਹਨੂੰ ਹਸਪਤਾਲ ਦਾਖਲ ਕਰਾਉਣਾ ਪਵੇਗਾ, ਕਿਉਂਕਿ ਉਹ ਕੁਦਰਤ ਦੇ ਵਿਰੁੱਧ ਜਾ ਰਿਹਾ ਹੈ। ਹਾਲੇਲੂਇਆ। ਭੈਣੋ ਭਰਾਵੋ, ਜੇ ਸਾਨੂੰ ਸ਼ਨੀਵਾਰ ਤੋਂ ਬਾਅਦ ਵਾਪਸ ਐਤਵਾਰ ਜਾਣਾ ਪੈਂਦਾ ਹੈ, ਸਰਗਮ ਚ ਸਾਹ ਤੋਂ ਬਾਅਦ ਵਾਪਸ ਸਾਹ ਤੇ ਆਉਣਾ ਪੈਂਦਾ ਹੈ, ਤੇ ਇਸ ਆਤਮਿਕ ਮਸਲੇ ਦੇ ਵਿੱਚ ਵੀ ਜੇ ਤੁਸੀਂ ਵਾਪਸ ਪੈਂਟੀਕੋਸਟਲ ਤੇ ਨਹੀਂ ਆਉਂਦੇ ਤਾਂ ਤੁਸੀਂ ਨਾਸ਼ ਹੋ ਜਾਓਗੇ। ਕਿਉਂ ਭਾਈ? ਕਿ ਅੱਗੇ ਸ਼ਨੀਵਾਰ ਤੋਂ ਅਗਲਾ ਵਾਰ ਤੇ ਖੜਾ ਕਰ ਸਕਦੇ ਹਾਂ ਆਪਣੀ ਮਰਜ਼ੀ ਨਾਲ? ਸਾਨੂੰ ਵਾਪਸ ਐਤਵਾਰ ਤੇ ਆਉਣਾ ਪੈਣਾ ਹੈ। ਹਾਲੇਲੂਇਆ। ਮੁੜ ਤੋਂ ਪਹਿਲਾਂ ਕੋਈ ਮੁੜ ਤੋਂ ਸ਼ੁਰੂਆਤ ਹੋਣ ਦੇ ਵਾਰੀ ਹੈ। ਅਫਸੋਸ ਜੋ ਦੇਖਿਆ ਤੋਂ ਬਾਅਦ ਫਿਰ ਅਫਸੋਸ। ਕਿੰਨਾ ਸਾਦਾ ਤੇ ਕਿੰਨਾ ਸਾਫ਼ ਹੈ। ਹਾਲੇਲੂਇਆ। ਜੇ ਤੁਸੀਂ ਵਾਪਸ ਪੈਂਟੀਕੋਸਟ ਨਹੀਂ ਪਾਉਂਦੇ ਤੁਸੀਂ ਨਾਸ਼ ਹੋ ਜਾਓਗੇ। ਮੈਨੂੰ ਨਹੀਂ ਪਤਾ ਕਿਉਂਕਿ ਕਿੰਨਿਆਂ ਨੇ ਉਸ ਪਿਛਲੇ ਐਤਵਾਰ ਦੀ ਬੰਦਗੀ ਤੋਂ ਬਾਅਦ ਪੈਂਟੀਕੋਸਟਲ ਲਈ ਤਿਆਰ ਹੋ ਰਹੇ ਜਾਂ ਪ੍ਰਾਰਥਨਾ ਕਰ ਰਹੇ ਜਾਂ ਆਪਣੇ ਜੀਵਨ 'ਚ ਉਹਨੇ ਹੋਰ ਸੁਧਾਰ ਲਿਆਂਦਾ, ਇਹ ਤਾਂ ਪ੍ਰਭੂ ਜਾਣਦਾ ਹੈ। ਹਾਲੇਲੂਇਆ। ਇਹ ਤਾਂ ਪ੍ਰਭੂ ਜਾਣਦਾ ਹੈ ਕਿੰਨੇ ਨੇ ਆਪਣੇ ਆਪ ਨੂੰ ਇਸ ਗੱਲ ਲਈ ਤਿਆਰ ਕੀਤਾ। ਨਹੀਂ ਤੇ ਪ੍ਰਚਾਰ ਕਰਨਾ ਹੀ ਦੱਸਾਂਗੇ ਜ਼ਰੂਰ ਕਿ ਸਾਨੂੰ ਵਾਪਸ ਪੈਂਟੀਕੋਸਟ ਜਾਣਾ ਪੈਣਾ ਹੈ। ਹੁਣ ਮੈਨੂੰ ਨਹੀਂ ਕਿੰਨਿਆਂ ਨੇ ਆਪਣੇ ਆਪ ਨੂੰ ਵੈਸੇ ਕੀਤਾ ਤਿਆਰ। ਆਮੀਨ। ਹਾਲੇਲੂਇਆ। ਪ੍ਰਭੂ ਤੁਹਾਨੂੰ ਬਰਕਤ ਦੇ। ਹਾਲੇਲੂਇਆ। ਆਮੀਨ। ਹੁਣ ਆਓ ਦੇਖੋ, ਇਹ ਇੰਨਾ ਕਿ ਜ਼ਰੂਰੀ ਹੈ, ਇਸ ਨੂੰ ਹੋਰ ਗੰਭੀਰਤਾ ਨਾਲ ਰੱਖਣ ਦੇ ਲਈ ਮੈਂ ਇੱਕ ਕਰੈਕਟਰ ਲੈਣਾ ਚਾਹੁੰਦਾ ਹਾਂ, ਤੁਹਾਡੇ ਸਾਹਮਣੇ ਅੱਜ ਦਾ ਵਿਸ਼ਾ ਲੈਣਾ ਚਾਹੁੰਦਾ ਹਾਂ, ਤਾਂ ਕਿ ਇਸ ਪੈਂਟੀਕੋਸਟ ਵੱਲ ਤੁਹਾਡਾ ਧਿਆਨ ਹੋਰ ਗੰਭੀਰਤਾ ਨਾਲ ਜਾਏ, ਚੇਤਾ ਨਾ ਭੁੱਲ ਜਾਏ ਤੁਹਾਨੂੰ ਕੀ ਪ੍ਰਚਾਰ ਕੀਤਾ ਹੀ ਸੁਣਿਆ ਸੀਗਾ। ਇਸ ਨੂੰ ਹੋਰ ਗੰਭੀਰ ਰੱਖਣ ਦੇ ਲਈ ਅੱਜ ਮੈਂ ਇਹ ਵਿਸ਼ਾ ਲੈਣਾ ਚਾਹੁੰਦਾ ਹਾਂ ਕਿ ਚਰਚ ਦਾ ਇੱਕ ਐਸਾ ਵਿਸ਼ਵਾਸੀ ਜੋ ਪੈਂਟੀਕੋਸਟ ਨਹੀਂ ਪਾ ਸਕਿਆ ਸੀਗਾ, ਉਹ ਵਿਸ਼ਵਾਸੀ और पेंटिकोस्ट नहीं पा सकिया, क्यों नाश हो। आमीन। मेरा विषय आज एक ऐसा चर्च का विश्वासी जो मैंबर सी चर्च का पर वो पेंटिकोस्ट नहीं पा सकिया, क्यों नाश हो गया उस तो पहले ही। कि जानना चाहोगे? हालेलुया। आमीन। प्रभु के नाम में महिमा मिले। हालेलुया। और एक करैक्टर है यहूदा इस्करियोती। बड़े एक वक्त किस्म का विषय है। हालेलुया। यहूदा इस्करियोती वो करैक्टर है जो पेंटिकोस्ट नहीं पा सकिया, जो पहले ही नाश हो गया। हालेलुया। प्रभु के नाम में महिमा मिले। ये बारे देखांगे कि नबी ने की दस्या है कि तुम जानते हो वो भी 12 रसूलों चों एक रसूल सी। जानते हो बहुत जुदी मैसेज है। छोटा प्रचार करना मैं पर ਤੁਹਾਡਾ शब्द में ध्यान चने तो खुंजियो ना लाइफ है जिंदगी अति बहुत ध्यान ਨਾਲ सुनो। कोई लागे शरारतां करदा रहे बात ध्यान ना दो, अपना ध्यान बिल्कुल साफ रखो। देखो भाई की कहना चाहता है, भाई तो पहला पवित्र आत्मा की कहना चाहता है, बहुत ध्यान ना सुनो। यहूदा इस्करियोती एक इदां दा करैक्टर जो पेंटिकोस्ट नहीं पा सकिया, जो नाश हो गया। तर बताओ रसूलां दे विचों एक सी। आमीन। यीशु मसीह ने 12 चेले चुने नाम ले लेके। वो जो आया हज़ारां ही सुन्नत कीते हुए लोग सन उत्थे, पूरा इस्राएल भरिया पिया सी बंदे जवानां दे नाल, लेकिन वो 12 को गया। उन्हें 12 ही चुने अपने चेले होने लई, सब दे कोल नहीं गया। वो स्पेशल उन्हां बंदियां नाल उन्हें मुलाकातां कीतियां, स्पेशल वो बंदे उन्हें मिले जिन्हां नूं उन्हें अपने चेले होने लई चुनिया, और उन्हां दे विचों एक यहूदा इस्करियोती भी सी। और ऐसी पदवी ते ही बिल्कुल उस बराबर पदवी ते जिते दूजे रसूल सन। मैं बड़ा इन्हू सादगी ना ते बड़ी ठोस तरीके नाल रखना चाहता हां ताकि इन्हां गल्लां नूं देखो। हालेलुया। पेंटिकोस्ट कितना जरूरी है। आमीन। यहूदा इस्करियोती
ਇਸਕਰਿਓਤੀ ਜਿਹੜਾ ਬਾਕੀ ਰਸੂਲਾਂ ਦੇ ਬਰਾਬਰ ਹੀ ਸੀ, ਜਿੱਦਾਂ ਬਾਕੀਆਂ ਨੂੰ ਬੁਲਾਇਆ ਗਿਆ ਉਦਾਂ ਹੀ ਇਹਨੂੰ ਬੁਲਾਇਆ ਗਿਆ। ਤੇ ਉਹ ਚਰਚ ਦੇ ਆਮ ਵਿਸ਼ਵਾਸੀਆਂ ਤੋਂ ਵੱਧ ਕੇ ਰੈਪੂਟੇਸ਼ਨ ਵਾਲਾ ਹੀ, ਕਿਉਂਕਿ ਉਹ ਰਸੂਲ ਹੀ, ਉਹ ਪ੍ਰੇਰਿਤ ਸੀ। ਉਹਦੀ ਪਦਵੀ ਚਰਚ 'ਚ ਆਮ ਵਿਸ਼ਵਾਸੀਆਂ ਨਾਲੋਂ ਉੱਚੀ ਹੀ। तेरा ध्यान मेरे वाला है सब। हालेलुया, हालेलुया, सब तो चीज बाकी मेंबरां नालों। हालेलुया, आमीन, हालेलुया। पर एक चीज सी जेड़ी बाकियां ने प्राप्त की थी और ये नहीं प्राप्त कर सकिया। आमीन। पदवी तो जेड़ी उत्ते सीगी, आमीन, जेड़ी चर्च च कुछ होन तो ऊपर गल सीगी, वो नहीं पा सकिया। हालेलुया, प्रभु दे नाल महिमा मिले। मैनू भरावो ध्यान नाल सुनो, तेरे कोल दुनिया दा सब तो वधिया पास्टर सी। आमीन। यहूदा इस्करियोती कोल संसार दा सब तो वधिया पास्टर यीशु मसीह यहूदा इस्करियोती कोल सी। संसार दा सब तो वधिया चर्च, सही है, दुनिया दी बेस्ट कलीसिया दा मैंबर सी ये, और को संसार दे सब तो वधिया भैन भाई सी। आमीन। उनको संसार दा सब तो वधिया अगुवाई करने वाला सीगा। आमीन। उनको संसार दा सब तो वधिया गुरु सी। आमीन। सब तो वधिया टीचर सी। आमीन। उनको संसार दा सब तो वधिया चरवाहा सीगा। आमीन। पर फिर भी वो गवाच गया। आमीन। फिर भी वो नाश हो गया। आमीन। सब तो वधिया पास्टर, सब तो वधिया कलीसिया, सब तो वधिया भैन भरा, हालेलुया, सब तो वधिया सिखाने वाला, सब तो वधिया गुरु, सब तो वधिया चरवाहा, सब तो वधिया गाइड, सब तो वधिया लीडर, और ये सब कुछ होने के बावजूद भी यहूदा इस्करियोती नाश हो गया। यीशु मसीह तो वधिया पास्टर केड़ा हो सकता है? कलीसिया भी हो सकता है? ਇਹੋ ਜਿਹੇ ਪਾਸਟਰ ਦੇ ਹੋਣ ਦੇ ਬਾਵਜੂਦ ਵੀ ਉਹ ਨਾਸ਼ ਹੋ ਗਿਆ। ਆਮੀਨ, ਹਾਲੇਲੂਇਆ। ਕੀ ਚੇਲਿਆਂ ਵਰਗੀ ਕਲੀਸਿਆ ਕਿਹਦੀ ਹੋ ਸਕਦੀ? ਇਹੋ ਜਿਹੀ ਕਲੀਸਿਆ ਦੇ ਹੋਣ ਦੇ ਬਾਵਜੂਦ ਵੀ ਉਹ ਨਾਸ਼ ਹੋ ਗਿਆ। ਆਮੀਨ, ਹਾਲੇਲੂਇਆ, ਹਾਲੇਲੂਇਆ। ਪ੍ਰਭੂ ਦੇ ਨਾਮ ਮਹਿਮਾ ਮਿਲੇ। ਆਮੀਨ, ਆਮੀਨ। ਪਰ ਦੇਖੋ ਭੈਣੋ ਭਰਾਵੋ, ਹੈ ਉਹ ਚਰਚ ਦਾ ਮੈਂਬਰ ਹੀ। ਆਮੀਨ। ਹੈ ਉਹ ਕਲੀਸਿਆ 'ਚ ਬੜੀ ਉੱਚੀ ਪਦਵੀ ਰੱਖਣ ਵਾਲਾ ਸੀਗਾ। ਆਮੀਨ। ਉਹਦਾ ਰੋਲ ਦੇਖੋ ਤੁਸੀਂ ਚਰਚ 'ਚ ਕਿੰਨਾ ਵਧੀਆ ਲੱਗਦਾ ਆ। आमीन, हालेलुया, हालेलुया। तुम बरकत दे। हालेलुया, हालेलुया, आमीन, आमीन। जो तुम मत्ती दी इंजील 10 अध्याय पढ़दे हो, जरा क देखो, आओ इत्थे ही कुछ गल्लां करांगे। ही मत्ती दी इंजील 10 अध्याय तेरिया पहलियां 4 आयतां मैं पढ़न लगा हाँ, तुसीं ध्यान नाल सुणियो। उसने अपने 12 चेलियां नूं कोल सद के उन्हां नूं एक इख्तियार दिता जो भ्रिष्ट आत्मियां नूं कड्ढण अते सारे रोग अते सारी मांदगी नूं दूर करन। सब ध्यान नाल सुणो। यीशु मसीह ने 12 चेलियां नूं कोल सद्दिया ते उन्हां नूं अधिकार दे के भेजिया, जाओ दुष्ट आत्मियां नूं कड्ढो, रोगियां नूं चंगे करो, मांदगियां नूं दूर करो। 12 रसूल दे ए नाम हन। पहला शमौन जिहड़ा पतरस कहलाउंदा है, अते ओहदा भरा अंद्रियास, अते जबदी दा पुत्र याकूब अते ओहदा भरा यूहन्ना, फिलिप्पुस, बरतुलमई, थोमा, मत्ती मसूलिया, हलफई दा पुत्र याकूब अते थदई, शमौन करानी अते यहूदा इस्करियोती, जिन्होंने 12 चेलियां नूं बुलाया, जिन्होंने अथॉरिटी दी, जाओ बीमार चंगे करो, दुष्ट आत्मियां नूं कड्ढो, मांदगियां नूं दूर करो। ਇਹਦੇ ਵਿੱਚ ਯਹੂਦਾ ਇਸਕरियोती भी सी जिन्होंने अथॉरिटी दी। जा के बीमार चंगा कर, दुष्ट आत्मियां नूं कढ, मांदगियां वाले नूं दूर कर। विचे सी हो। और यीशु मसीह को अथॉरिटी लेके गए, ये भी नाल ही गया। और जूरे ने किसी बीमार लिए प्रार्थना की होएगी तो चंगा हो गया।
ਜੂਰੀਆ ਨੇ ਕਿਸੇ ਦੁਸ਼ਟ ਆਤਮਾ ਵਾਲੇ ਲਈ ਪ੍ਰਾਰਥਨਾ ਕੀਤੀ ਔਰ ਉਹ ਵੀ ਚੰਗਾ ਹੋ ਗਿਆ। ਆਮੇਨ। ਹਾਲੇਲੂਇਆ। ਹਾਲੇਲੂਇਆ। ਬਿਮਾਰ ਚੰਗੇ ਹੋਏ ਜਦੋਂ ਦੁਸ਼ਟ ਆਤਮੇ ਨਿਕਲੇ। ਆਮੇਨ। ਉਹ ਪਤਾ ਕਿੰਨਾ ਤਗੜਾ ਭਾਈ ਲੱਗਦਾ ਹੋਏਗਾ ਇਹ ਵਿੱਚ। ਆਮੇਨ। ਭਾਈ ਯਹੂਦਾ ਨੇ ਦੁਆ ਕੀਤੀ। ਭਾਈ ਯਹੂਦਾ ਨੇ ਦੁਆ ਕੀਤੀ ਭਾਈ ਜੀ ਦੁਸ਼ਟ ਆਤਮਾ ਨਿਕਲ ਗਿਆ, ਉਹ ਬਿਮਾਰ ਚੰਗਾ ਹੋ ਗਿਆ। ਜਦੋਂ ਏਦਾਂ ਬਿਮਾਰ ਚੰਗੇ ਹੋਏ ਸਭ ਚੇਲਿਆਂ ਦੇ ਰਾਹੀਂ, ਯਹੂਦਾ ਇਸਕਰੀਓਤੀ ਦੇ ਵੀ ਰਾਹੀਂ, ਉਹ ਬੜੇ ਆਨੰਦ ਨਾਲ ਯਿਸੂ ਮਸੀਹ ਕੋ ਮੁੜੇ। ਉਹਨੂੰ ਆ ਕੇ ਕਹਿੰਦੇ ਪ੍ਰਭੂ ਤੇਰਾ ਧੰਨਵਾਦ, ਤੇਰੇ ਨਾਮ ਦੇ ਕਰਕੇ ਦੁਸ਼ਟ ਆਤਮੇ ਵੀ ਸਾਡੇ ਵਸ ਵਿੱਚ ਹਨ। ਯਿਸੂ ਮਸੀਹ ਨੇ ਕਿਹਾ ਇਸ ਗੱਲ ਤੋਂ ਆਨੰਦ ਨਾ ਹੋਵੋ ਕਿ ਦੁਸ਼ਟ ਆਤਮੇ ਤੁਹਾਡੇ ਵਸ ਵਿੱਚ ਹਨ, ਬਲਕਿ ਇਸ ਗੱਲ ਤੋਂ ਆਨੰਦ ਹੋਵੋ ਕਿ ਤੁਹਾਡੇ ਨਾਮ ਉੱਥੇ ਲਿਖੇ ਹੋਏ ਹਨ। ਹੁਣ ਉਹਨਾਂ ਦੇ ਵਿੱਚ ਯਹੂਦਾ ਇਸਕਰੀਓਤੀ ਵੀ ਸੀ। ਬਬਰਾਨਮ ਨੇ ਕਿਹਾ ਉਹਦਾ ਵੀ ਨਾਮ ਉੱਥੇ ਲਿਖਿਆ ਹੋਇਆ ਸੀਗਾ। ਹਾਲੇਲੂਇਆ। ਪ੍ਰਭੂ ਦਾ ਨਾਮ ਮਹਿਮਾ ਮਿਲੇ। ਆਮੀਨ। ਸੁਣਦੇ ਸੀ ਸਭ? ਇਹਦਾ ਮਤਲਬ ਯਹੂਦਾ ਇਸਕਰੀਓਤੀ ਨੇ ਵੀ ਬਿਮਾਰ ਚੰਗੇ ਕੀਤੇ। ਹਾਲੇਲੂਇਆ। ਚਮਤਕਾਰ ਕੀਤੇ। ਨਾਮ ਵੀ ਲਿਖਿਆ ਹੋਇਆ ਸੀ। ਪਰ ਨਾਮ ਨੇ ਕਿਆ ਕੱਟਿਆ ਗਿਆ। ਬਹੁਤ ਜ਼ੋਰ ਦੇ ਨਾਲ ਇਸ ਤੇ ਧਿਆਨ ਦਿਓ। ਮੈਨੂੰ ਨਹੀਂ ਪਤਾ ਪ੍ਰਭੂ ਦੀ ਇੱਛਾ ਪੂਰੀ ਹੋਵੇ ਕਿ ਕਿਉਂ ਨੇ ਇਹ ਸੰਦੇਸ਼ ਲੈਣ ਦਿੱਤਾ ਹੈ ਇਸ ਤਰ੍ਹਾਂ। ਹਾਲੇਲੂਇਆ। ਉਹਨੇ ਬਿਮਾਰ ਵੀ ਚੰਗੇ ਕੀਤੇ। ਹਾਲੇਲੂਇਆ। ਉਹਦਾ ਨਾਮ ਵੀ ਲਿਖਿਆ ਹੋਇਆ ਸੀ। ਆਮੀਨ। ਪਰ ਭੈਣੋ ਭਰਾਵੋ ਉਹਦੇ ਅੰਦਰ ਗੱਲਾਂ ਸ਼ੁਰੂ ਤੋਂ ਹੀ ਏਦਾਂ ਦੀਆਂ ਸਨ ਜਿਹੜੀਆਂ ਦਿਖਾਉਂਦੀਆਂ ਸਨ ਕਿ ਇਹ ਅਸਲੀ ਨਹੀਂ ਹੈ। ਬੇਸ਼ੱਕ ਉਹ ਚਰਚ ਦਾ ਮੈਂਬਰ ਸੀਗਾ, ਦੁਨੀਆ ਦੀ ਸਭ ਤੋਂ ਨੰਬਰ 1 ਕਲੀਸਿਆ ਦਾ ਮੈਂਬਰ ਹੀ ਉਹ, ਦੁਨੀਆ ਦੇ ਸਭ ਤੋਂ ਵਧੀਆ ਪਾਸਟਰ ਦਾ ਵਿਸ਼ਵਾਸੀ ਸੀ ਉਹ। ਹਾਲੇਲੂਇਆ। ਔਰ ਉਸ ਚਰਚ ਚ ਉਹਦੀ ਕੋਈ ਰੈਪੂਟੇਸ਼ਨ ਵੀ ਸੀਗੀ। ਕੈਸ਼ੀਅਰ ਸੀ ਉਹ ਚਰਚ ਦਾ। ਆਮੀਨ। ਪੈਸੇ ਤੇ ਲੇਰਾ ਹਿਸਾਬ ਤਾਂ ਯਿਸੂ ਮਸੀਹ ਉਹਨੂੰ ਦਿੱਤਾ ਜੀ। ਆਮੀਨ। ਕਿ ਭਾਈ ਨੇ ਬਹੁਤ ਵਧੀਆ ਕਿਹਾ ਕਿ ਜਿਹੜਾ ਮੱਤੀ ਸੀਗਾ ਉਹ ਟੈਕਸ ਕਲੈਕਟਰ ਹੀ, ਉਹ ਪੜ੍ਹਾਈ ਲਿਖਾਈ ਬਹੁਤ ਵਧੀਆ ਜਾਣਦਾ ਸੀ, ਪੈਸਿਆਂ ਦਾ ਹਿਸਾਬ ਤਾਂ। ਪਰ ਯਿਸੂ ਮਸੀਹ ਨੇ ਉਹਨੂੰ ਨਹੀਂ ਦਿੱਤਾ ਕੈਸ਼ੀਅਰ ਦਾ ਕੰਮ ਵੀ ਪੈਸੇ ਇਹ ਸੰਭਾਲੇ, ਕਿਉਂਕਿ ਇਹ ਜ਼ਿਆਦਾ ਗਿਆਨ ਰੱਖਦਾ ਹਿਸਾਬ ਕਿਤਾਬ ਦਾ। ਉਹਨੇ ਯਹੂਦਾ ਇਸਕਰੀਓਤੀ ਨੂੰ ਦਿੱਤਾ। ਹਮੇਸ਼ਾ ਜਾਣਦਾ ਹੀ ਹੈ ਕੀ ਕਰੇਗਾ। ਉਹਨੇ ਕਈ ਵਾਰੀ ਉਹਨੂੰ ਵਰਦਾਨ ਵੀ ਦੇ ਦਿੱਤਾ ਕਿ ਇਹੀ ਤੇਰੇ ਪਸੰਦ ਦਾ ਕਾਰਨ ਬਣੇਗਾ। ਮਤ ਸੋਚੋ ਕਿ ਸੰਸਾਰ ਉਤੇ ਬੰਦੇ ਬਹੁਤ ਗਿਫਟਡ ਹੈ ਜਾਂ ਉਹਨਾਂ ਦੀ ਸੇਵਾ ਬਹੁਤ ਚੱਲਦੀ ਹੈ। ਗੱਲ ਖਤਮ ਪੈਂਟੀਕੋਸਟ ਤੇ ਹੋਣੀ ਹੈ। ਤੁਹਾਨੂੰ ਪਤਾ ਅੱਜ ਸੰਸਾਰ ਉਤੇ ਕਿੰਨਾ ਭੁਲੇਖਾ ਹੈ। ਉਹ ਮੈਨ ਆਫ ਗੋਡ ਹੈ, ਉਹ ਬੰਦਾ ਗਿਫਟਡ ਹੈ, ਉਹਦੇ ਅੰਦਰ ਕੰਮ ਬਹੁਤ ਹੁੰਦੇ, ਉਹ ਏਦਾਂ ਬਹੁਤ ਹੁੰਦਾ, ਏਦਾਂ ਬਹੁਤ ਹੁੰਦਾ। ਦੱਸੋ ਯਹੂਦਾ ਇਸਕਰੀਓਤੀ ਚ ਕੀ ਨਹੀਂ ਹੋਇਆ? ਉਹ ਸੰਸਾਰ ਦੀ ਸਭ ਤੋਂ ਵਧੀਆ ਕਲੀਸਿਆ ਦਾ ਕੈਸ਼ੀਅਰ ਸੀ, ਸੰਸਾਰ ਦੇ ਸਭ ਤੋਂ ਵਧੀਆ ਪਾਸਟਰ ਦਾ ਵਿਸ਼ਵਾਸੀ, 11 ਰਸੂਲਾਂ ਦੇ ਨਾਲ ਦਾ ਰਸੂਲ। ਹਾਲੇਲੂਇਆ। ਉਹ ਪਿਤਾ ਤੇਰਾ ਧੰਨਵਾਦ ਹੋ। और उन्हें क्या हरेक बीज अपनी नस्ल के अनुसार फल देगा। ਇਹਦੇ ਕੰਮ ਦੇਖੋ ਚਰਚ ਚ ਕਿਦਾਂ ਦੇ ਸਨ। यूहन्ना दी इंजील 12 अध्याय ਦੱਸਦਾ ਹੈ ਪਸਾਹ ਦੇ ਤਿਉਹਾਰ ਦੇ ਤੋਂ 6 ਦਿਨ ਪਹਿਲਾਂ ਯਿਸੂ ਬੈਤਨੀਆ ਵਿੱਚ ਆਇਆ ਜਿੱਥੇ ਲਾਜ਼ਰ ਰਹਿੰਦਾ ਸੀ। ਲਾਜ਼ਰ ਉਹ ਆਦਮੀ ਸੀ ਜਿਸ ਨੂੰ ਯਿਸੂ ਨੇ ਮੁਰਦਿਆਂ ਵਿੱਚੋਂ ਜਿਉਂਦਾ ਕੀਤਾ ਸੀ। ਉੱਥੇ ਉਹਨਾਂ ਨੇ ਯਿਸੂ ਲਈ ਭੋਜਨ ਤਿਆਰ ਕੀਤਾ ਤੇ ਮਾਰਥਾ ਨੇ ਭੋਜਨ ਵਰਤਾਇਆ। ਲਾਜ਼ਰ ਉਹਨਾਂ ਵਿੱਚੋਂ ਇੱਕ ਸੀ ਜੋ ਯਿਸੂ ਨਾਲ ਭੋਜਨ ਕਰ ਰਿਹਾ ਸੀ। ਮਰੀਅਮ ਨੇ ਜਟਾਮਨਸੀ ਦਾ ਮਹਿੰਗਾ ਅਤਰ ਲਿਆ ਅਤੇ ਉਸਨੇ ਇਸ ਨੂੰ ਯਿਸੂ ਦੇ ਚਰਨਾਂ ਉੱਤੇ ਮਲਿਆ ਅਤੇ ਆਪਣੇ ਵਾਲਾਂ ਨਾਲ ਉਹਦੇ ਪੈਰ ਸਾਫ਼ ਕੀਤੇ। ਸਾਰਾ ਘਰ ਅਤਰ ਦੀ ਸੁਗੰਧ ਨਾਲ ਭਰ ਗਿਆ। ਸੁਣਦੇ? ਭੈਣ ਮਰੀਅਮ ਨੇ ਆ ਕੇ ਯਿਸੂ ਮਸੀਹ ਦੇ ਪੈਰਾਂ ਤੇ ਅਤਰ ਮਲਿਆ। ਉਹਨੇ ਕਿੰਨੇ ਚਾਰ ਰੀਝ ਦੇ ਨਾਲ ਪ੍ਰਭੂ ਦੇ ਚਰਨਾਂ 'ਚੋਂ ਡਿੱਗੀ ਉਹਨੇ ਕੰਮ ਕੀਤਾ, ਸੇਵਾ ਕੀਤੀ। ਹਾਲੇਲੂਇਆ। ਯਹੂਦਾ ਇਸਕਰੀਓਤੀ ਨੇ ਜੋ ਯਿਸੂ ਦੇ ਚੇਲਿਆਂ ਵਿੱਚੋਂ ਇੱਕ ਸੀ, ਇਹ ਉਹ ਸੀ ਜਿਸ ਨੇ ਯਿਸੂ ਨੂੰ ਫੜਵਾਇਆ ਸੀ। ਯਹੂਦਾ ਨੇ ਆਖਿਆ, ਇਸੇ ਯਹੂਦਾ ਇਸਕਰੀਓਤੀ ਨੇ ਆਖਿਆ, ਉਹ ਅਤਰ ਚਾਂਦੀ ਦੇ 300 ਸਿੱਕਿਆਂ ਦਾ ਮੁੱਲ ਦਾ ਹੀ।
ਇਸ ਨੂੰ ਯਿਸੂ ਤੇ ਮਰਨ ਦੀ ਬਜਾਏ ਇਸ ਅਤਰ ਨੂੰ ਬਾਜ਼ਾਰ ਵਿੱਚ ਵੇਚ ਕੇ ਗਰੀਬਾਂ ਦੀ ਮਦਦ ਕੀਤੀ ਜਾ ਸਕਦੀ ਸੀ। ਕੀ ਤੁਸੀਂ ਇਸ ਧਿਆਨ ਨਾਲ ਸੁਣ ਰਹੇ ਹੋ? ਆਮੇਨ। ਕਰੈਕਟਰ ਦੇਖੋ ਭੈਣੋ ਭਰਾਵੋ, ਆਮੇਨ। ਜਦੋਂ ਮਰੀਅਮ ਨੇ ਆ ਕੇ ਅਤਰ ਮਲਿਆ, ਆਮੇਨ। ਇਹ ਕਹਿੰਦਾ 300 ਸਿੱਕਿਆਂ ਦਾ ਵਿਕਣਾ ਹੀ ਇੰਨਾ ਮਹਿੰਗਾ ਤੀ ਡੋਲਤਾ। ਇਹਦੇ ਨਾਲ ਪਤਾ ਕੀ ਹੋ ਸਕਦਾ ਸੀ? ਗਰੀਬਾਂ ਦੀ ਮਦਦ ਕੀਤੀ ਜਾ ਸਕਦੀ ਸੀ। 300 ਸਿੱਕੇ ਆਤੀ ਉਹ ਡੋਲ ਦਿੱਤੇ, ਬਸ ਖਰਾਬ ਕਰ ਦਿੱਤੇ। ਇਹਦੇ ਨਾਲ ਗਰੀਬਾਂ ਨੂੰ ਰੋਟੀ ਨਹੀਂ ਖਵਾ ਦੇਣੀ, ਕਿਸੇ ਦੀ ਮਦਦ ਨਹੀਂ ਹੋ ਜਾਣੀ। ਲੱਗਦਾ ਕਿੰਨਾ ਸੋਹਣਾ ਵਿਚਾਰ ਆ, ਕੋਈ ਵਾਕਿਆ ਯਾਰ ਡੋਲਰ ਨਾਲ ਉਹਦੇ ਚੰਗਾ ਹੀ ਗਰੀਬਾਂ ਦੀ ਮਦਦ ਕਰ ਦਿੱਤੀ ਜਾਂਦੀ ਹੈਨਾ। ਸਹੀ ਲੱਗਦਾ ਨਾ ਦੇਖਣ ਨੂੰ। ਹਾਲੇਲੂਇਆ। ਹਾਲੇਲੂਇਆ। ਪਰ ਦੇਖੋ ਬਾਈਬਲ ਨੇ ਕੀ ਕਿਹਾ? ਆਮੇਨ। ਬਾਈਬਲ ਨੇ ਕਿਹਾ ਯਹੂਦਾ ਨੇ ਇਹ ਗੱਲ ਇਸ ਲਈ ਨਹੀਂ ਆਖੀ ਸੀ ਕਿ ਉਹ ਗਰੀਬਾਂ ਬਾਰੇ ਚਿੰਤਾ ਕਰਦਾ ਹੈ, ਪਰ ਉਹ ਚੋਰ ਸੀ। ਆਮੇਨ। ਆਮੇਨ। ਉਹਦਾ ਇਹ ਮਤਲਬ ਨਹੀਂ ਵੀ ਗਰੀਬਾਂ ਦੀ ਉਹਨੂੰ ਕੋਈ ਚਿੰਤਾ ਨਹੀਂ। ਉਹਦਾ ਮਤਲਬ ਸੀ ਕਿ ਇਹ ਇੰਨਾ ਮਹਿੰਗਾ ਵੇਚਦੀ ਤੇ ਸਿੱਕੇ ਪਾਉਂਦੀ ਥੈਲੀ 'ਚ, ਤੇ ਮੈਂ ਕੈਸ਼ੀਅਰ ਆ ਤੇ ਉਹ ਮੇਰੀ ਥੈਲੀ 'ਚ ਆਉਂਦੇ। ਬਾਈਬਲ 'ਚ ਲਿਖਿਆ ਉਹ ਚੋਰ ਸੀ। ਉਹ ਕੀ ਚੋਰ ਹੀ ਚੱਚ ਦੀ ਸੇਵਾ ਕਰੀ ਜਾ ਰਿਹਾ ਸੀਗਾ? ਔਰ ਯਿਸੂ ਮਸੀਹ ਨੇ ਚੱਲਣ ਦਿੱਤੀ। हाँ उन्हें चल दी। मैं क्या तू अपना काम करी जा, लेकिन पेंटिकोस्ट तक नहीं तू पहुंच पाएगा। असली चीज को हाथ नहीं पा पाएगा। असली चीज तो पहला ही नबेड़ा हो जाएगा। सोचते कि एक चोर काम चलाई जाए एक वो जिन्हें दिल च ईमानदारी नहीं काम चली जाएगा, वो जिन्हें दिल साफ नहीं किया अंत तक चली जाएगा। नहीं हो सकता। काश की सब ध्यान दो। एक दिन ऐसा ठहराया गया है जिन तो पहला ये सब साफ हो जाना है। इतनी देर तक हालेलुया। प्रभु दा नाम महिमा मिले। हालेलुया। बाइबल दसदी यहूदा ने गल इसलिए नहीं आखी कि गरीबां बारे चिंता करदा, पर वो चोर सी। चेलियां दी टोली नहीं, धन वाली थैली उस कोल हुंदी सी जिस विचों जदों वो चाहे चोरी कर लेंदा हुंदा सी। पता यीशु मसीह ने सेवा दे दी, चाह तो करी जा काम कोई नहीं। प्रभु दा नाम महिमा मिले। आमीन। हालेलुया। हालेलुया। आमीन। आमीन। ओ भैणो प्रभु ਉਹ ਚੱਲਦੇ ਪ੍ਰਭੂ ਨਾਲ ਰਿਹਾ। ਇਹਨਾਂ ਬੱਚਿਆਂ ਨੂੰ ਧਿਆਨ ਰੱਖੋ। ਪ੍ਰਭੂ ਚੱਲਦੇ ਪ੍ਰਭੂ ਦੀ ਕਲੀਸਿਆ ਚ ਰਿਹਾ ਸੀਗਾ, ਪਰ ਉਹਦੇ ਤੌਰ ਤਰੀਕੇ ਆਪਣੇ ਹੀ ਸੀ। ਸਾਨੂੰ ਆਪਣੇ ਤੌਰ ਤਰੀਕੇ ਵਚਨ ਦੇ ਅਨੁਸਾਰ ਲੈਣੇ ਪੈਣੇ, ਤਾਂ ਹੀ ਮੁਕਾਮ ਤੱਕ ਪਹੁੰਚਾਂਗੇ। ਮੈਂ ਹਵਾਲਾ ਪੜਨ ਲੱਗਾ ਹੁਣ ਭਾਈ ਲਾਨਮ ਦਾ, ਬਹੁਤ ਧਿਆਨ ਨਾਲ ਸੁਣਿਓ। ਸੁਣਦੇ ਤੁਸੀਂ ਸਭ? ਤਾਲੀ ਵਜਾ ਸਕਦੇ ਪ੍ਰਭੂ ਦੇ ਲਈ। हालेलुया। आमीन। सच दसो कि तुहानू ठीक लग रहा है? प्रभु तुहानू बरकत देवे। अपना ही तरीका बना रहा सीगा, अपना ही तरीका बना रहा सी। बाबा नानक ने क्या ये संदेश है परमेश्वर वालों तैयार किया हुआ राह। हालेलुया। आमीन। परमेश्वर दा राह जिहड़ा साडे लई तैयार किया गया, वो संदेश है 1952 का। बाबा नानक ने इन्हें प्रचार किया है और इहदा 23 नंबर पैरे तो मैं पढ़न लगा। हालेलुया। 22 नंबर पैरे तो बाबा नानक ने क्या, मैन हैज ऑलवेज वांटेड टू मेक हिज ओन वे। मनुख बंदा सदा ही अपना मार्ग बनाने की इच्छा रखता है। हालेलुया। आमीन। जिवें अदन बाग च परमेश्वर ने मनुख नूं बनाया और मनुख पूरी तरह परमेश्वर दे वचन के अनुसार ही रहना चाहिए सी। परमेश्वर ने उन्हें सिद्ध बनाया, पर उन्हें क्या, मनुख ने अपना राह चुनिया, अपना राह चाहता सी। मैं हवाला पढ़ रहा, वो अपना तरीका चाहता सी, उन्हें अपना तरीका लभ्या। हालेलुया। प्रभु दा नाम महिमा मिले। उन्हें अपना धर्म बनाया, जबकि परमेश्वर ने उन्हें अपना वचन दिता सी, पर उन्हें वो वचन और तरीका छड्ड के अपना धर्म बनाया
अब्राहम ने क्या उन्हें इस गल का इंतजार नहीं किया कि वो परमेश्वर को देखे कि वो की करता है, पर उन्हें अपना तरीका अपनाया। तद फिर उन्होंने अखीर पता लग्या कि जेड़ा अपना धर्म खड़ा किया गया, जेड़ा अपना पर्दा सी, इन्हें काम नहीं करेगा। अब्राहम ने क्या मनुख सदा ही अपना तरीका चाहता है। कई बार लोग कलीसिया चाहते हैं, चर्च ते विश्वासी बनना चाहते हैं, वो चाहते कि अं भी प्रभु खोज लीए, वो चाहते कि अं भी बपतिस्मा लीए, अं भी दसबंध दईए, अं भी कलीसिया च जाइए, अं भी बंदगी देखिए। पर कई बार वो सारे तरीके बंदगी वाले नहीं अपनाते। वो चाहते हैं कि वो विश्वासी कहलाउन और वो सारे तरीके प्रभु वाले नहीं लेंदे। नबी ने क्या बंदा सदा ही इदा ही करता है, अपने तरीके देता है। पर एक दिन जब परमेश्वर के सामने आया तो उन्हें देखा कि इन्हें काम नहीं किया, वो अपने तरीके ने। जो कुछ भी वचन जो सुनते उन्हें पूरा करो, इस तो इलावा ना मेरा कोई आइडिया चलेगा ना तुहाडा। अब्राहम ने क्या दोस्तों सुनो, आज रात बहुत सारे मनुख हैं जेड़े रोड दे जरूर अखीर ते जाणगे, जेड़े रोड दे जरूर अखीर ते जाणगे तो उन्हें पता लगेगा सचमुच साडा तैयार कीता राह फेल होया, साडे अपने आइडिया फेल होए। साडियां अपनियां योजनावां सोचां फेल होईयां। हालेलुया, प्रभु दा नाम महिमा मिले। आमीन। हालेलुया, आमीन। तुहानूं पता रोड दे एंड उत्ते जाके सफल होने का तरीका की है, वो यह है जो यीशु मसीह ने कहा कि जब तक मनुख जल दी आत्मा तो ना जम्मे वो परमेश्वर के राज नहीं देख सकता। मेरा कोई मतलब नहीं। अब्राहम ने क्या, चाहे वो मैथोडिस्ट होए, चाहे वो बैप्टिस्ट बने, चाहे वो प्रेस्बाइटेरियन बने, कुछ भी बने, वो कुछ भी क्यों ना बन जाए, जब तक वो नवे सिरों नहीं जमता, क्योंकि नवे सिरों जन्म का मतलब है पूरी तरह परिवर्तित हो जाना। हालेलुया, आमीन। और जमन तो पहला उन्हें क्या मरना पैना है। हालेलुया, उन्हें क्या नवे सिरों जमना बहुत जरूरी है, ते नवे सिरे जमन तो पहला मरना बहुत जरूरी है। भाई जी एक केड़ा तरीका भी दस रहे हो, यही तरीका है जो परमेश्वर ने ठहराया है। भाई जोर जी अगर मैं बिना मरे मसीह जाना चाहूँ तो कि इतना हो जाएगा? नहीं। भाई जी जे मैं पूरी तरह ना बदला था कि मैं रैप्चर जा पावांगा? भाई जी मेरी कुछ आदत कुछ गल्लां मेरे तो छुटदियां नहीं है, जे ये चलाई जावां तो ठीक रहेगा? भाई जी मेरे कुछ सुभाव पुराने हजे जिंदे है, जे रहन तो की कोई गल तो नहीं, ये नहीं चलेगा। इस तो पहले कि रोड दे एंड उत्ते जाके तुसीं शर्मिंदगी चलो, तुहानूं हुणे ही वो तरीका अपनाना पैना है जो वचन ने दस्सिया। मैं ये गल तुहाडे दिलां च बिठा देनी चाहता, हर एक विश्वासी नूं मरना पैना है। विश्वासी मरदे आ पुराने सुभाव तो। हालेलुया, प्रभु दे नाम महिमा मिले। आमीन। तुहाडे अंदर पहले पुराना सुभाव ये सीगा कि तुसीं किसी दी गल नहीं सुणदे हुंदे, और तुसीं एक दियां चार सुणांदे या गल करके जाए किथे, ते हजे भी इदां नहीं होना चाहिए, क्योंकि हुण तुसीं मसीह च हो, हुण ते गल मर जानी चाहिए। हालेलुया, प्रभु दे नाम महिमा मिले। आमीन। देखो भैन भराओ ने क्या दिन बाद कैन ने अपना तरीका अपनाया, सेब लिया वधिया, कद्दू लिया, संतरे लिया, केले लिया, सब्जियां लिया, फल फ्रूट सारा ही लिया क्यों रखा? कि तुहानूं लगदा कि वो किसी मूर्ति अगे गया सीगा? नहीं। कि उन्हें जगराते कीते? कि उन्हें कोई लंगर छबीला लाइया दूजियां? नहीं। वो बिल्कुल यहोवा दे नाम लेंदा होया बंदगी करना है, और बिल्कुल उन्हें उसी तरह घुटने टेके जिद्दां टेकने चाहिए, बिल्कुल उन्हें उसी तरह ही हाथ उठाए जिद्दां उठाने चाहिए। लेकिन कुछ एक तरीका उन्हें वचन अनुसार नहीं रखा, उसे तरीके दे करके परमेश्वर ने उहदी भेंट नूं रिजेक्ट कर दिता। मेरी भैनों मेरे भरावो कितना जरूरी है पूरी तरह उहदे तरीके ते आइए।
क्यों भाई जी? ਆਮੇਨ ਸਾਨੂੰ ਉਦਾਂ ਹੀ ਬੰਦਗੀ ਸੁਣਨੀ ਚਾਹੀਦੀ ਹੈ ਜਿੱਦਾਂ ਪਰਮੇਸ਼ਰ ਨੇ ਠਹਿਰਾਈ। ਸਾਨੂੰ ਉਦਾਂ ਹੀ ਕਰਨੀ ਚਾਹੀਦੀ ਹੈ ਜਿੱਦਾਂ ਨੇ ਪਰਮੇਸ਼ਰ ਨੇ ਠਹਿਰਾਈ ਹੈ। ਸਾਨੂੰ ਉਹੀ ਜੀਵਨ ਜੀਣਾ ਚਾਹੀਦਾ ਜਿਹੜਾ ਪਰਮੇਸ਼ਰ ਨੇ ਠਹਿਰਾਇਆ। ਔਰ ਇਸ ਠਹਿਰਾਏ ਹੋਏ ਤੋਂ ਇਲਾਵਾ ਤੁਸੀਂ ਕੁਝ ਵੀ ਕਿਉਂ ਨਾ ਕਰੋ। ਸ਼ਰਮਿੰਦਾ ਹੋ ਗਿਆ, ਕਹਿ ਨਿੰਮੋ ਚੁੰਨਾ ਹੋ ਗਿਆ ਜਦੋਂ ਤਰੀਕਾ ਨਹੀਂ ਬਣਾਇਆ ਜਿਹੜਾ ਪਰਮੇਸ਼ਰ ਨੇ ਠਹਿਰਾਇਆ ਸੀ। ਤੇ ਅੱਜ ਵੀ ਉਹ ਵਿਸ਼ਵਾਸੀ ਕੋਈ ਵੀ ਕਿਉਂ ਨਾ ਹੋਏ, ਮੈਨੂੰ ਨਹੀਂ ਮੇਰਾ ਮਤਲਬ ਹਾਲੇਲੂਇਆ, ਜੇ ਉਹ ਪਰਮੇਸ਼ਰ ਵਾਲਾ ਤਰੀਕਾ ਨਹੀਂ ਅਪਣਾਉਂਦਾ ਤਾਂ ਉਹ ਵੀ ਸ਼ਰਮਿੰਦਗੀ ਚੱਲੇਗਾ ਜਿੱਦਾਂ ਇਹਨਾਂ ਨੇ ਚੱਲੀ। ਕਿਉਂਕਿ ਪਰਮੇਸ਼ਰ ਆਪਣੇ ਵਚਨ ਤੋਂ ਸਿਵਾਏ ਕਿਸੇ ਹੋਰ ਚੀਜ਼ ਨੂੰ ਨਹੀਂ ਪਛਾਣਦਾ। ਸਵਰਗ ਇੱਕੋ ਹੀ ਚੀਜ਼ ਨੂੰ ਪਛਾਣਦਾ ਹੈ ਤੇ ਉਹ ਵਚਨ ਹੈ। ਵੱਡੇ ਚਰਚ ਬਣਾਏ ਗਏ, ਮਾੜਾ ਕੰਮ ਕੀਤਾ ਗਿਆ। ਇਹਨਾਂ ਨੇ ਸਕੂਲ ਬਣਾਏ ਗਏ, ਨੀਆਂ ਸਹੂਲਤਾਂ ਦਿੱਤੀਆਂ ਗਈਆਂ ਲੋਕਾਂ ਨੂੰ ਕਿ ਇਹ ਮਾੜਾ ਕੰਮ ਹੀ, ਲੇਕਿਨ ਤਰੀਕਾ ਜਦੋਂ ਬਾਹਰ ਹੋਇਆ ਤਾਂ ਪਰਮੇਸ਼ਰ ਨੇ ਵਧੀਆ ਕੀਤੇ ਕੰਮਾਂ ਨੂੰ ਵੀ ਰਿਜੈਕਟ ਕਰ ਦੇਵੇਗਾ। ਆਮੇਨ ਹਾਲੇਲੂਇਆ। ਪ੍ਰਭੂ ਦੇ ਨਾਮ ਵਿੱਚ ਮੇਰੇ ਮੈਂ ਤੁਹਾਨੂੰ ਇਹ ਗੱਲ ਕਹਿਣੀ ਚਾਹਨਾ। ਹਾਲੇਲੂਇਆ ਹਾਲੇਲੂਇਆ। ਆ ਪਿਛਲੇ ਮਹੀਨੇ ਜਦੋਂ ਅਸੀਂ ਬੰਦਗੀ ਕਰਕੇ ਆਏ ਤਲਵਾੜੇ ਕੁਛ ਜੀ ਆਈ ਗਏ। ਪ੍ਰਭੂ ਦੀ ਕਿਰਪਾ ਨਾਲ ਇੱਕ ਦਵਾਈ ਵੀ ਹੈ ਕਿ ਜਿਸ ਦਿਨ ਦੀ ਉਸ ਘਰ ਚ ਬੰਦਗੀ ਕਰਕੇ ਆਏ ਉਹ ਭਾਈ ਨੂੰ ਰੋਜ਼ 3 ਟਾਈਮ ਦਵਾਈ ਖਾਣੀ ਪੈਂਦੀ ਸੀ। ਲੇਕਿਨ ਪਰਸੋਂ ਚੌਥ ਨੇ ਦੱਸਿਆ ਕਿ ਜਿੱਦਣ ਦੀ ਬੰਦਗੀ ਹੋਈ ਹਫਤੇ 'ਚ 2 ਵਾਰੀ ਖਾਣਾ ਬਸ ਮੈਂ। ਉੱਥੇ ਹੀ ਬੰਦਗੀ ਤੋਂ ਪਹਿਲਾਂ ਸਾਡੀ ਭੈਣ ਵੀ ਗੇਲ ਉੱਥੇ ਇੱਕ ਸੰਸਥਾ ਵਾਲੇ ਦੇ ਮੀਟਿੰਗ 'ਚ ਗਈ। ਕਿਉਂਕਿ ਉਹਨੇ ਸੋਚਿਆ ਇਹਨਾਂ ਨੂੰ ਕੱਲ ਅਸੀਂ ਬੁਲਾਵਾਂਗੇ, ਅੱਜ ਜੇ ਇੱਧਰ ਜਾਵਾਂਗੇ ਕੱਲ ਹੀ ਬੁਲਾ ਲਵਾਂਗੇ। ਔਰ ਉਹ ਗਈ ਉੱਥੇ, ਪਾਸਟਰ ਨੇ ਪ੍ਰਚਾਰ ਕੀਤਾ, ਆਦਮ ਹਵਾ ਨੇ ਫਲ ਖਾਧਾ, ਆਦਮ ਹਵਾ ਨੇ ਪਾਪ ਕੀਤਾ, ਆਦਮ ਹਵਾ ਨੇ ਫਲ ਖਾਧਾ। ਸਾਡੀ ਉਹ ਛੋਟੀ ਭੈਣ ਬੰਦਗੀ ਤੋਂ ਬਾਅਦ ਪਾਸਟਰ ਕੋਲ ਚਲ ਗਈ। ਉਹਨੇ ਕਿਹਾ ਭਾਈ ਜੀ ਇਹ ਤਾਂ ਦੱਸਿਆ ਵੀ ਫਲ ਖਾਧਾ ਕੀ ਹੀ ਹੈ ਵੀ ਦੱਸੋ। ਕਹਿੰਦਾ ਤੂੰ ਛੋਟੀ ਜਿਹੀ ਕੁੜੀ ਆ, ਨਹੀਂ ਕਦੀ ਆਪਣੀ ਕਲੀਸਿਆ 'ਚ ਨਹੀਂ ਦੱਸਿਆ, ਸਭ ਦੇ ਸਾਹਮਣੇ ਨਹੀਂ ਦੱਸਦੇ। ਕਹਿੰਦੀ ਮੈਂ ਪਤਾ ਕਿੱਦਾਂ ਲੱਗੇਗਾ ਸਾਨੂੰ, ਨਹੀਂ ਪੁੱਛਿਆ ਆ ਵਚਨ ਪ੍ਰਚਾਰ ਕੀਤਾ ਨਹੀਂ ਦੱਸੋ। ਬਸ ਉਹ ਗੱਲਾਂ ਕਰਨਾ ਵੀ ਸ਼ੁਰੂ ਹੋ ਗਿਆ। ਹੌਲੀ ਹੌਲੀ ਗੱਲ ਨਬੀ ਤੇ ਆ ਗਈ, ਤੁਹਾਡਾ ਕਹਿੰਦਾ ਰੋਸ਼ਨ ਨੇ ਦਿਮਾਗ ਖਰਾਬ ਕੀਤਾ। ਮੈਨੂੰ ਪਤਾ ਕਹਿੰਦਾ 16 ਘੰਟੇ ਮੈਂ ਦੁਆ ਕਰਦਾ ਦਿਹਾੜੀ ਦੀ, ਪਤਾ ਨਹੀਂ 42 ਘੰਟੇ ਦਾ ਰਿਕਾਰਡ ਦੱਸਿਆ। ਕਹਿੰਦਾ ਮੈਂ 42 ਘੰਟੇ ਲਗਾਤਾਰ ਦੁਆ ਕੀਤੀ ਦੀ ਹੈ। ਜਦੋਂ ਉਹ ਸਵਾਲ ਅੱਗੇ ਪੁੱਛਦੀ ਗਈ ਮਸੀ ਬਚੀ ਵਿਚਾਰੀ, ਉਹਨੇ ਮਾਰਨ ਪੈ ਜਾਣਾ ਇਹਦੇ ਅੰਦਰ। ਹਾਲੇਲੂਇਆ। ਦੇਖ ਰਹੇ ਤੁਸੀਂ 30-42 ਘੰਟੇ ਕੋਈ ਦੁਆ ਕਰੇ ਕਿੰਨਾ ਧਾਰਮਿਕ ਬੰਦਾ ਲੱਗੇਗਾ। ਕਹਿੰਦਾ ਪਾਸਟਰ ਤੇ ਮਦਦ ਨਹੀਂ ਕਰਦੇ ਲੋਕਾਂ ਦੀ ਕਲੀਸਿਆ ਦੀ, ਮੈਂ ਹੁਣੇ ਹੀ ਕਿਸੇ ਨੂੰ 300 ਦੇ ਕੇ ਆਇਆ। ਕਲੀਸਿਆ 'ਚ ਕੋਈ ਬਿਮਾਰ ਰਹੀ 300 ਕਿ 400 ਹੁਣੇ ਹੀ ਦੇ ਕੇ ਆਇਆ ਮੈਂ। ਪਰ ਜੀ ਦੇਖੋ ਇਹ ਮੈਂ ਕਿਸੇ ਦੀ ਬੇਇੱਜ਼ਤੀ ਨਹੀਂ ਕਰ ਰਿਹਾ, ਪਰ ਭੈਣੋ ਭਰਾਵਾਂ ਹੀ ਵਚਨ ਤੇ ਆਈਏ ਕਿ 42 ਘੰਟੇ ਦੁਆ ਕੀਤੀ ਮਾੜੀ ਗੱਲ ਹੀ ਕਿ ਏਡੀ ਦੂਰ ਤੋਂ ਬੰਦਾ ਹੁਸ਼ਿਆਰਪੁਰ ਤੋਂ ਜਾਂ ਲੁਧਿਆਣੇ ਤੋਂ ਉੱਥੇ ਬੰਦਗੀ ਕਰਨ ਆਇਆ ਕਿ ਮਾੜਾ ਕੰਮ ਲੱਗਦਾ ਹੈ ਕਿੰਨਾ ਵਧੀਆ, ਪਰ ਤਰੀਕਾ ਨਹੀਂ ਹੈ ਉਹ ਤਰੀਕਾ ਨਾ ਹੋਣ ਦੇ ਕਰਕੇ ਕਈ ਹਜ਼ਾਰਾਂ ਹੀ ਰੋਡ ਦੇ ਐਂਡ ਤੇ ਆ ਕੇ ਸ਼ਰਮਿੰਦੇ ਹੋ ਜਾਣਗੇ। ਹਾਲੇਲੂਇਆ। ਕਿਉਂਕਿ ਉਹਨੇ ਉਹ ਤਰੀਕਾ ਨਹੀਂ ਅਪਣਾਇਆ। ਉਹ ਤਰੀਕਾ ਇਹ ਹੈ ਜਦ ਤੱਕ ਮਨੁੱਖ ਭਾਈ ਜੀ ਇਹ ਸਾਡੇ ਦੂਜਿਆਂ ਲਈ ਕਿ ਆਪਣੀ ਚਰਚ ਨੂੰ ਛੂਟ ਆ। ਹਾਲੇਲੂਇਆ। ਨਵੇਂ ਸਿਰੋਂ ਜਨਮ ਲੈਣਾ ਬਾਕੀਆਂ ਲਈ ਹੈ ਕਿ ਆਪਣੇ ਚਰਚ ਵਾਲਿਆਂ ਨੂੰ ਛੂਟ ਆ। ਇਹ ਸਭ ਸੈਲੀਕੁਲੀਆ ਵਾਲੇ ਲਈ ਨਵੇਂ ਸਿਰੋਂ ਜਨਮ ਲੈਣਾ, ਸੁੰਦਰ ਨਗਰ ਵਾਲੇ ਲਈ ਨਹੀਂ। ਜਿਹੜਾ ਹੱਥ ਖੜਾ ਕਰੋ ਜਿਹਨੂੰ ਲੱਗਦਾ ਮੇਰੇ ਲਈ ਵੀ ਜ਼ਰੂਰੀ ਹੈ। ਸੁਣਦੇ ਤੁਸੀਂ ਵਿਚਾਰ? ਹਾਂ ਇੱਧਰ ਦੋ ਧਿਆਨ। ਦੁਬਾਰਾ ਮੈਂ ਪੁੱਛ ਰਹਾ ਕਿੰਨਿਆਂ ਨੂੰ ਲੱਗਦਾ ਕਿ ਮੇਰੇ ਲਈ ਵੀ ਜ਼ਰੂਰੀ ਹੈ? ਲੈਣੋ ਪ੍ਰਭੂ ਹਰ ਇੱਕ ਉਸ ਸ਼ਖਸ ਦੇ ਲਈ ਜ਼ਰੂਰੀ ਹੈ। ਮੈਂ ਕਹਿੰਦਾ ਹੈ ਕਿ ਹਰ ਇੱਕ ਚੁਣਿਆ ਹੋਇਆ ਜ਼ਰੂਰ ਨਵੇਂ ਸਿਰੇ ਜਨਮ ਪ੍ਰਾਪਤ ਕਰੇਗਾ। ਪ੍ਰਭੂ ਤੁਹਾਨੂੰ ਬਰਕਤ ਦੇਵੇ। ਹਾਲੇਲੂਇਆ। ਕੱਦੂ, ਕੇਲੇ, ਸੇਬ, ਸੰਤਰੇ ਭਾਵੇਂ ਖਾਣ ਨੂੰ ਚੰਗੇ ਲੱਗ ਰਹੇ ਆ ਪਰ ਪਰਮੇਸ਼ਰ ਨੇ ਧਿਆਨ ਨਹੀਂ ਦਿੱਤਾ ਉਧਰ। ਉਹ ਖੁਦਾ ਲਹੂ ਦੀ ਉਡੀਕ ਕਰ ਰਿਹਾ ਹੈ। ਜਦੋਂ ਲਹੂ ਆਇਆ ਤਾਂ ਸਵਰਗ ਤੋਂ ਅੱਗ ਦਾ ਖੰਭਾ ਉਤਰਿਆ। ਉਹਨੇ ਕਿਹਾ ਮੈਂ ਚਾਹੁੰਦਾ ਉਹ ਹਾਲੇਲੂਇਆ।
ਯਰੂਸ਼ਲਮ ਦੇ ਵਿੱਚ ਬਹੁਤ ਸਾਰੇ ਭਗਤੀ ਕਰਨ ਉਤਰੇ ਸਨ। ਆਮੇਨ। ਉੱਥੇ ਤਿਉਹਾਰ ਚੱਲ ਰਿਹਾ ਸੀ ਧਾਰਮਿਕ ਲੋਕਾਂ ਦਾ। ਆਮੇਨ। ਉਹ ਰਾਮਲੀਲਾ ਨਹੀਂ ਬਣਾ ਰਹੇ ਸੀ। ਯਹੋਵਾ ਦਾ ਨਾਮ ਲੈ ਕੇ ਭਗਤੀ ਕਰਨ ਲਈ ਇਕੱਠੇ ਹੋਏ। ਲੇਕਿਨ ਜਦੋਂ 120 ਜਾਣੇ ਉਹ ਕੋਠਰੀ ਤੋਂ ਉਤਰੇ, ਪਰਮੇਸ਼ਰ ਨੇ ਕਿਹਾ ਇਹ ਆ ਉਹ ਲੋਕ ਜਿਹੜੇ ਵਿੱਚ ਆਉਂਦੇ। ਕਿਨੇ ਆਪ ਕਹਿ ਸਕਦੇ ਆ ਹਾਲੇਲੂਇਆ। ਕਿਸੇ ਚਰਚ ਨੂੰ ਕਿਸੇ ਵਿਸ਼ਵਾਸੀ ਨੂੰ ਛੂਟ ਨਹੀਂ ਹੈ, ਚਾਹੇ ਉਹ ਪਾਸਟਰ ਹੋਏ, ਸੌਂਗ ਲੀਡਰ ਹੋਏ, ਡੀਕਨ ਹੋਏ, ਕੋਈ ਵੀ ਕਿਉਂ ਨਾ ਹੋਏ, ਹਰੇਕ ਨੂੰ ਨਵੇਂ ਸਿਰੋਂ ਜਨਮ ਲੈਣਾ ਬਹੁਤ ਜ਼ਰੂਰੀ ਹੈ। ਸਹੀ ਕਹਿ ਰਿਹਾ ਮੈਂ? ਹਾਲੇਲੂਇਆ। ਪ੍ਰਭੂ ਦਾ ਨਾਮ ਮਹਿਮਾ ਮਿਲੇ। ਆਮੀਨ। ਅੱਜ ਵੀ ਨਬੀ ਨੇ ਕਿਹਾ ਅੱਜ ਜਿੰਨੇ ਲੋਕ ਧਾਰਮਿਕ ਹੋਣੇ ਚਾਹੀਦੇ ਨੇ ਹੋ ਸਕਦੇ ਉਹ ਹੈ। ਅੱਜ ਧਾਰਮਿਕ ਲੋਕ ਹੀ ਹਨ ਜਿਹੜੇ ਉਸ ਤਰੀਕੇ ਤੋਂ ਬਾਹਰ ਹੈ। ਧਿਆਨ ਨਾਲ ਸੁਣੋ, ਇਹ ਮੋਦੀ ਹੁਣੀ ਨਹੀਂ ਜਿਹੜੇ ਚਰਚ 'ਚ ਧੋਖਾ ਦੇ ਸਕਦੇ ਆ। RSS ਵਾਲੇ ਜਾਂ ਤੁਸੀਂ ਸ਼ਿਵ ਸੈਨਾ ਵਾਲੇ ਧੋਖਾ ਦੇਣਗੇ ਨਹੀਂ। ਬਬਨਾਰਮ ਨੇ ਕਿਹਾ ਇਹਨਾਂ ਚੀਜ਼ਾਂ ਦੇ ਭੁਲੇਖੇ 'ਚ ਨਾ ਰਹੋ। ਉੱਥੇ ਲਿਖਿਆ ਦੋ ਆਤਮੇ ਇੰਨੇ ਨਜ਼ਦੀਕ ਹੋਣਗੇ, ਨਜ਼ਦੀਕ ਹੋਣਗੇ, ਉਸ ਦਾ ਚੁਣੇ ਹੋਇਆਂ ਨੂੰ ਵੀ ਭੁਲੇਖੇ ਵਿੱਚ ਪਾ ਰਹੇ। ਇਹਦਾ ਮਤਲਬ ਬਹੁਤ ਨੇੜੇ ਦਾ ਕੰਮ ਹੋਏਗਾ। ਕਹਿਣ ਤੇ ਹਾਵਲ ਇੱਕੋ ਹੀ ਮਾਂ ਦੀ ਕੁੱਖ ਚੋਂ ਨਿਕਲੇ, ਇੱਕੋ ਹੀ ਘਰ ਚੋਂ ਖੇਡੇ, ਪਰ ਇੱਕ ਪਰਮੇਸ਼ਵਰ ਦਾ ਸੀ ਔਰ ਇੱਕ ਸੱਪ ਦਾ ਹੈ। ਈਸਾਊ ਤੇ ਯਾਕੂਬ ਦੋਵੇਂ ਇਕੱਠੇ। ਹਾਲੇਲੂਇਆ। ਪ੍ਰਭੂ ਦਾ ਨਾਮ ਮਹਿਮਾ ਮਿਲੇ। ਆਮੀਨ। मूसा ते बलाम, यीशु मसीह ते यहूदा इस्करियोती, सेम चर्च दे। हालेलुया। प्रभु दा नाम महिमा मिले। ध्यान नाल सुनियो हुण। We find out that Judas Iscariot come right down and went out and rejoiced and preached the gospel. ध्यान दियो, यहूदा इस्करियोती उते हेठा आया, ਉਹਨੇ ਆਨੰਦ ਮਨਾਇਆ, ਖੁਸ਼ਖਬਰੀ ਦਾ ਪ੍ਰਚਾਰ ਕੀਤਾ। ਜਦੋਂ ਆਇਆ ਤੇ ਜਿੱਦਾਂ ਪੈਂਟੀਕੋਸਟ ਲੋਕ ਬਹੁਤ ਤਾਲੀਆਂ ਕਰਦੇ, ਸ਼ੋਰ ਮਚਾਉਂਦੇ, ਹਾਲੇਲੂਇਆ ਕਰਦੇ ਆ, ਉਦਾਂ ਹੀ ਉਹਨੇ ਵੀ ਕੀਤਾ, ਚਲਾਇਆ, ਚੀਖੇ ਚਲਾਇਆ। ਮੈਂ ਹਵਾਲਾ ਪੜ੍ਹ ਰਿਹਾ। hollering and shouting and having a big time with the rest the disciples। ਰਸੂਲਾਂ ਦੇ ਨਾਲ ਉਹਨੇ ਬੜਾ ਸੋਹਣਾ ਸਮਾਂ ਬਿਤਾਇਆ, ਧੰਨਵਾਦ ਕੀਤਾ, ਖੁਸ਼ੀ ਦੇ ਨਾਰੇ ਲਗਾਏ, ਤਾਲੀਆਂ ਵਜਾਈਆਂ। ਹਾਲੇਲੂਇਆ। ਪ੍ਰਭੂ ਦਾ ਨਾਮ ਮਹਿਮਾ ਮਿਲੇ। ਸੰਤ ਮੱਤੀ ਦੇ ਅਜੋਨੇ ਕਿਹਾ ਦੇਖੋ ਉਹਨੂੰ ਕਿੱਦਾਂ ਦੁਸ਼ਟ ਆਤਮਾਵਾਂ ਨੂੰ ਕੱਢਣ ਦਾ, ਬਿਮਾਰਾਂ ਨੂੰ ਚੰਗੇ ਕਰਨ ਦਾ ਇਖਤਿਆਰ ਦਿੱਤਾ ਗਿਆ। ਹਾਲੇਲੂਇਆ। ਪਰ ਧਿਆਨ ਨਾਲ ਸੁਣਿਓ। ਆਮੀਨ। But when it come time for him to go up to Pentecost, ਪਰ ਜਦੋਂ ਪੈਂਟੀਕੋਸਟ ਉੱਤੇ ਜਾਣ ਦਾ ਸਮਾਂ ਆਇਆ, and get the blessing ਔਰ ਬਰਕਤ ਪਾਉਣ ਦਾ ਵੇਲਾ ਆਇਆ, he showed his color। ਉਹਨੇ ਆਪਣਾ ਰੰਗ ਵਿਖਾ ਦਿੱਤਾ। ਸੁਣਨੇ ਭਾਈਓ, ਕਿੰਨੀਆਂ ਭੈਣਾਂ ਸੁਣਦੀਆਂ? ਉਹਨੇ ਆਨੰਦ ਮਨਾਇਆ, ਉਹਨੇ ਖੁਸ਼ੀਆਂ ਮਨਾਈਆਂ, ਚਰਚ 'ਚ ਚੀਖਿਆ ਚਲਾਇਆ, ਰੌਲਾ ਪਾਇਆ, ਬਹੁਤ ਕੀਤਾ। ਲੇਕਿਨ ਅਸਲੀ ਬਰਕਤ ਜਦੋਂ ਪਾਉਣ ਦੀ ਵਾਰੀ ਆਈ, ਇਬਰਾਹਿਮ ਨੇ ਕਿਹਾ ਉਹਨੇ ਆਪਣਾ ਰੰਗ ਵਿਖਾ ਦਿੱਤਾ। ਇਹ ਤੁਹਾਨੂੰ ਬਹੁਤ ਸੰਦੇਸ਼ਾਂ 'ਚ ਮਿਲੇਗਾ। ਭਾਈ ਇਬਰਾਹਿਮ ਨੇ ਇਹੀ ਲਫ਼ਜ਼ ਵਰਤਿਆ ਕਿ ਉਹਨੇ ਆਪਣਾ ਰੰਗ ਵਿਖਾ ਦਿੱਤਾ। ਹਾਲੇਲੂਇਆ। ਧਿਆਨ ਨਾਲ ਸੁਣਿਓ। ਨੇ ਕਿਹਾ and when you go to talking about being born again, ਔਰ ਜਦ ਤੁਸੀਂ ਦੁਬਾਰਾ ਤੋਂ ਜਨਮ ਲੈਣ ਦੇ ਬਾਰੇ 'ਚ ਗੱਲ ਕਰਦੇ ਹੋ, receiving the baptism of the Holy Ghost, ਪਵਿੱਤਰ ਆਤਮਾ ਦੇ ਬਪਤਿਸਮੇ ਨੂੰ ਪ੍ਰਾਪਤ ਕਰਨ ਦੀ ਗੱਲ ਕਰਦੇ ਹੋ, 9 times out of every 10 them spirit will show that their color what they are। 10 ਚੋਂ 9 ਵਾਰੀ ਉਹ ਆਤਮੇ ਆਪਣਾ ਰੰਗ ਦਿਖਾ ਦੇਣਗੇ ਕਿ ਉਹ ਕੌਣ ਹੈ। ਜਦੋਂ ਨੇ ਕਿਹਾ ਅਸਲੀ ਪਵਿੱਤਰ ਆਤਮਾ ਪਾਉਣ ਦੀ ਵਾਰੀ ਜਦੋਂ ਆਏਗੀ ਤੇ 10 ਚੋਂ 9 ਵਾਰੀ ਉਹ ਲੋਕ ਆਪਣਾ ਰੰਗ ਦਿਖਾ ਦੇਣਗੇ, ਆਤਮੇ ਆਪਣਾ ਰੰਗ ਦਿਖਾ ਦੇਣਗੇ ਕਿ ਉਹ ਕੌਣ ਹੈ। बेटी भगती करनी औखा काम नहीं है, सच्ची भगती करनी असली गल है। उस महान परमेश्वर नूं संडे वाले चर्च बिलीवर नहीं चाहिए, वो बिलीवर चाहिए थे अपने काम से की करते हो, अपने घर की करते हो, आंढ गुआंढ नाल की करते हो, गली च की करते हो, जो दूजियां नाल मिलदे हो तुहाडा की रवैया है, जब तुसीं इकल्ले हुंदे हो फोन ते तुसीं की करदे हो। ये बहुत ही हैरानीजनक आंकड़ा है। 10 चों 9 वारी
ਉਹਨੇ ਕਿਉਂ ਆਪਣਾ ਰੰਗ ਦਿਖਾ ਦਿੰਦੇ ਆ ਉਹਦੇ ਨਾਲ ਮੇਰੀ ਮੰਮੀ ਨੇ ਹਾਲੇਲੂਇਆ ਮੇਰਾ ਪ੍ਰਭੂ ਕੀ ਪਰਮੇਸ਼ਰ ਜਾਣਦਾ ਨਹੀਂ ਸੀ ਇਹਦੇ ਬਾਰੇ ਆਮੇਨ ਕਿ ਪ੍ਰਭੂ ਜਾਣਦਾ ਨਹੀਂ ਇਹਦੇ ਬਾਰੇ ਯੂਦਾ ਇਸਕਰੀਓਤੀ ਬਾਰੇ ਜਾਣਦਾ ਆਮੇਨ ਦੇਖੋ ਯੂਨਾ ਦੀ ਇੰਜੀਲ 6 ਦੇ ਆਇਓ 66 ਤੋਂ 71 ਚ ਲਿਖਿਆ ਹੈ ਆਮੇਨ ਇਸੇ ਕਰਕੇ ਯਿਸੂ ਦੇ ਬਹੁਤੇ ਚੇਲਿਆਂ ਨੇ ਉਸ ਨੂੰ ਛੱਡ ਦਿੱਤਾ ਆਮੇਨ ਅਤੇ ਭਵਿੱਖ ਵਿੱਚ ਉਸ ਦੇ ਨਾਲ ਨਹੀਂ ਚੱਲੇ ਆਮੇਨ ਯਿਸੂ ਨੇ 12 ਚੇਲਿਆਂ ਨੂੰ ਆਖਿਆ ਕਿ ਤੁਸੀਂ ਵੀ ਜਾਣਾ ਚਾਹੁੰਦੇ ਹੋ ਸ਼ਮੌਨ ਪਤਰਸ ਨੇ ਉਸ ਨੂੰ ਆਖਿਆ ਆਮੇਨ ਪ੍ਰਭੂ ਅਸੀਂ ਕਿਹਦੇ ਕੋਲ ਜਾਈਏ ਆਮੇਨ ਤੇਰੇ ਕੋਲ ਸਦੀਪਕ ਜੀਵਨ ਦੀਆਂ ਗੱਲਾਂ ਹਨ ਹਾਲੇਲੂਇਆ ਹਾਲੇਲੂਇਆ ਪ੍ਰਭੂ ਦਾ ਨਾਮ ਮਹਿਮਾ ਮਿਲੇ ਆਮੇਨ ਯਿਸੂ ਨੇ ਅੱਗੇ ਪੜ੍ਹਦੇ ਯਿਸੂ ਨੇ ਉਹਨੂੰ ਉੱਤਰ ਦਿੱਤਾ ਆਮੇਨ ਮੈਂ ਤੁਹਾਨੂੰ 12 ਨੂੰ ਚੁਣਿਆ ਹੈ ਪਰ ਤੁਹਾਡੇ ਵਿੱਚੋਂ ਇੱਕ ਸ਼ੈਤਾਨ ਹੈ ਆਮੇਨ ਇਹ ਗੱਲ ਉਹਨੇ ਯਹੂਦਾ ਇਸਕਰੀਓਤੀ ਬਾਰੇ ਕਹੀ ਆਮੇਨ ਆਮੇਨ ਉਹ ਜਾਣਦਾ ਸੀ ਆਮੇਨ ਹਾਲੇਲੂਇਆ ਹਾਲੇਲੂਇਆ ਪ੍ਰਭੂ ਦਾ ਨਾਮ ਮਹਿਮਾ ਮਿਲੇ ਆਮੇਨ ਆਮੀਨ ਆਮੇਨ 3.5 ਸਾਲ ਸੇਵਕਾਈ ਕੀਤੀ ਪ੍ਰਭੂ ਯਿਸੂ ਮਸੀਹ ਨੇ ਆਮੇਨ 3.5 ਸਾਲ ਆਮੇਨ ਟੋਟਲ ਆਮੇਨ 30 ਸਾਲ ਤੋਂ 3.5 ਸਾਲ ਤੱਕ ਉਹਨੇ ਕੰਮ ਚਾਲੂ ਕੀਤਾ ਆਮੇਨ ਔਰ ਯਹੂਦਾ ਇਸਕਰੀਓਤੀ ਸ਼ੁਰੂ ਤੋਂ ਲੈ ਕੇ ਇਹਦਾ ਮਤਲਬ 3.5 ਸਾਲ ਤੋਂ ਕੁਝ ਦਿਨ ਲਗਭਗ ਆਮੇਨ ਸਿਰਫ 2-3 ਦਿਨ ਨਹੀਂ ਪਹਿਲੋਂ ਹਨਾ ਫੜਵਾਏ ਜਾਣ ਤੱਕ ਤੇ ਨਾਲ ਚੱਲਿਆ ਲਗਭਗ ਉਹਨੇ ਐਂਡ ਤੱਕ ਨਾਲ ਰਿਹਾ ਚਰਚ ਦੇ ਆਮੇਨ ਆਮੇਨ ਐਂਡ ਤੱਕ ਉਹ ਸੇਵਕਾਈ ਦੇ ਨਾਲ ਰਿਹਾ ਆਮੇਨ ਮੈਂ ਡਰਾ ਨਹੀਂ ਰਿਹਾ ਤੁਹਾਨੂੰ ਕਿਸੇ ਨੂੰ ਨਹੀਂ ਘਬਰਾਹਟ ਪਾਣੀ ਚਾਹੁੰਦਾ ਮੈਂ ਤੇ ਚਾਹੁੰਦਾ ਕਿ ਪੈਂਟੀਕੋਸਟ ਬਾਰੇ ਗੰਭੀਰ ਹੋਵੋ ਉਹ ਦੇਖੋ ਇਹ ਕਿੰਨਾ ਜ਼ਰੂਰੀ ਹੈ ਆਮੇਨ 3 ਸਾਲ ਤੋਂ ਵੱਧ ਕੇ ਯਿਸੂ ਮਸੀਹ ਦੇ ਨਾਲ ਨਾਲ ਉਹ ਚੱਲਿਆ ਆਮੇਨ ਹਾਲੇਲੂਇਆ ਹਾਲੇਲੂਇਆ ਪ੍ਰਭੂ ਦਾ ਨਾਮ ਮਹਿਮਾ ਮਿਲੇ ਅਖੀਰ ਵਾਲੇ ਪ੍ਰਭੂ ਪਹੁੰਚ ਤੱਕ ਵੀ ਹੋ ਗਿਆ ਆਮੇਨ ਜਿਹੜਾ ਲਾਸਟ ਪ੍ਰਭੂ ਯਿਸੂ ਮਸੀਹ ਨੇ ਪ੍ਰਭੂ ਪਹੁੰਚ ਕੀਤਾ ਉਸ ਮੀਟਿੰਗ ਦੇ ਵਿੱਚ ਵੀ ਉਹ ਸੀ ਆਮੇਨ ਸੱਚੇ ਆਮੇਨ ਉਹ ਪੜ੍ਹਦੇ ਆਈ ਉਹਨਾਂ ਦੀ ਇੰਜੀਲ 13 ਦੇ ਆਈ ਇਸ ਦ੍ਰਿਸ਼ ਬੜੀ ਥੋੜਾ ਇਹਦਾ ਮਤਲਬ ਪੈਂਟੀਕੋਸਟ ਨੂੰ ਪਾਉਣ ਦੇ ਲਈ ਸਾਵਧਾਨ ਹੋਣ ਦੀ ਲੋੜ ਕਿਹਨੂੰ ਆ ਮੋਦੀ ਹੋਣਾ ਨੂੰ ਨਹੀਂ ਸਾਨੂੰ ਵਚਨ ਦੇ ਲਈ ਗੰਭੀਰ ਹੋਣ ਦੀ ਕਿਹਨੂੰ ਲੋੜ ਹੈ ਆਓ ਕੁਛ ਐਦਾ ਪੜ੍ਹਦੇ ਇਸੇ ਦੇ ਆਈਆਂ ਹਰ ਪਤਾ ਉਸ ਰਾਤ ਉਹਨੇ ਫੜਵਾਏ ਜਾਣਾ ਸੀ ਪ੍ਰਭੂ ਪੋਜ ਕੀਤਾ ਨੇ ਆਮੇਨ ਚਲੋ ਪ੍ਰਭੂ ਪੋਜ ਕਰ ਹਟੇ ਜਾਂ ਸਭ ਪੈਰ ਵਗੈਰਾ ਧੋ ਚੁੱਕੇ ਆਮੇਨ ਦੇਖੋ ਬੰਦਾ ਕਿੰਨਾ ਤੇਜ਼ ਸੀਗਾ ਜਦੋਂ ਯਿਸੂ ਮਸੀਹ ਨੇ ਕਿਹਾ ਨਾ ਤੁਹਾਡੇ ਵਿੱਚ ਇੱਕ ਮੈਨੂੰ ਫੜਵਾਏਗਾ ਆਮੇਨ ਹਾਲੇਲੂਇਆ ਹਾਲੇਲੂਇਆ ਸਾਰੇ ਕਹਿਣ ਲੱਗੇ ਪ੍ਰਭੂ ਕੀ ਹੋ ਮੈਂ ਹਾਂ ਪ੍ਰਭੂ ਕੀ ਹੋ ਮੈਂ ਹਾਂ ਸਾਰਿਆਂ ਨੂੰ ਫਿਕਰ ਲੱਗ ਗਈ ਪ੍ਰਭੂ ਕੀ ਹੋ ਮੈਂ ਹਾਂ ਇਹ ਚੁੱਪ ਰਿਹਾ ਜਿਹਨਾਂ ਨੇ ਦੇਖਿਆ ਸਾਰੇ ਪੁੱਛਣ ਦੇ ਤੇ ਲਾਸਟ ਇਹਨੇ ਹੀ ਪੁੱਛਿਆ ਪ੍ਰਭੂ ਕੀ ਹੋ ਮੈਂ ਹਾਂ ਇਹ ਕਿ ਮੈਂ ਹੀ ਰਹਿ ਗਿਆ ਹੁਣ ਮੈਂ ਹੀ ਪੁੱਛਣਾ ਹਾਲੇਲੂਇਆ ਯਿਸੂ ਮਸੀਹ ਨੇ ਕਿਹਾ ਤੂੰ ਆਪ ਹੀ ਕਹਿ ਦਿੱਤਾ ਆਮੇਨ ਬਾਕੀਆਂ ਨੇ ਕੁਝ ਵਫਾਦਾਰੀ ਨਾਲ ਕਿਹਾ ਸੀ ਇਹਨੇ ਵਫਾਦਾਰੀ ਨਾਲ ਨਹੀਂ ਕਿਹਾ ਸੀ ਇਹਨੇ ਤੇ ਲੋਕਾਂ ਵਿੱਚ ਰਲਣ ਨੂੰ ਕਿਹਾ ਸੀਗਾ ਵੀ ਕਿਤੇ ਇਹ ਨਾ ਹੋਏ ਵੀ ਇਹ ਤੇ ਬੋਲੇ ਨਹੀਂ ਭਾਈ ਆਮੀਨ ਆਮੇਨ ਕਦੇ ਇਸ ਕਰਕੇ ਆਮੀਨ ਨਾ ਬੋਲੋ ਕਿ ਨਾਲ ਦਾ ਸੋਚੇ ਨਾ ਇਹ ਭੈਣ ਤੇ ਬੋਲਦੀ ਨਹੀਂ ਆਮੀਨ ਵੀ ਬੋਲਣਾ ਮੈਂ ਵੀ ਤਾਲੀਆਂ ਜੋਰ ਜੋਰ ਨਾਲ ਜ਼ਿਆਦਾ ਕਿਤੇ ਲੋਕੀ ਸਮਝਣ ਨਾ ਮੇਰੇ ਚਾਤਮਾ ਨਹੀਂ ਹੁੰਦਾ ਇਦਾਂ ਕਦੀ ਨਾ ਕਰਿਓ ਅਸਲੀ ਹੋਈ ਤੇ ਤਾਂ ਹੀ ਕੁਝ ਕਰਿਓ ਨਹੀਂ ਤੇ ਕੀ ਹੋਗਾ ਲੇਕਿਨ ਦੇਖੋ ਮੈਂ ਸ਼ਬਦ ਬੋਲਣਾ ਚਾਹਨਾ ਪਰਮੇਸ਼ਰ ਹਰੇਕ ਨਾਟਕ ਤੇ ਡਰਾਮੇ ਨੂੰ ਪ੍ਰਗਟ ਕਰ ਦੇਵੇਗਾ ਉਹਨੇ ਕਿਹਾ ਤੁਸੀਂ ਫਲਾਂ ਤੋਂ ਪਛਾਣੋਗੇ ਜਦੋਂ ਫਲ ਆਉਣਗੇ ਫਿਰ ਪਤਾ ਲੱਗਣਾ ਕਿ ਉਹ ਲਾਈ ਲੱਗ ਕੰਮ ਸੀ ਕਿ ਆ ਸੱਚੀ ਵੇਖੋ ਵੇਖੀ ਕੁਛ ਨਾ ਕਰੋ ਯਾਰ ਸਾਰੇ ਸਮਾਨ ਦਿੰਦੇ ਮੈਂ ਨਾ ਦਿੱਤਾ ਤੇ ਫਿਰ ਭਾਈ ਨੇ ਤਾਂ ਪਤਾ ਲੱਗ ਜਾਣਾ ਬੰਦਾ ਵਿਸ਼ਵਾਸ ਸਾਰੇ ਦੁਆ ਕਰਦੇ ਕਿ ਮੈਂ ਨਾ ਕੀਤੀ ਤੇ ਪਤਾ ਲੱਗ ਜਾਣਾ ਅਸਲੀ ਦਿਲ ਤੋਂ ਕਰੋ ਫਿਰ ਤੁਸੀਂ ਕਿਸੇ ਨੂੰ ਕਾਪੀ ਨਹੀਂ ਕਰੋਗੇ ਤੇ ਇਹ ਕਹੋਗੇ ਕਿ ਵਚਨ ਹੈ ਮੈਂ ਪੂਰਾ ਕਰਨਾ ਹੈ ਆਮੀਨ ਹਾਲੇਲੂਇਆ
ਇਹ ਗੱਲਾਂ ਕਹਿ ਕੇ ਯਿਸੂ ਆਤਮਾ ਵਿੱਚ ਘਬਰਾਉਣ ਲੱਗਾ 21 ਆਇਤ ਤੋਂ 13 ਦੀ 21 ਤੋਂ ਅਤੇ ਸਾਖੀ ਦੇ ਕੇ ਬੋਲਿਆ ਮੈਂ ਤੁਹਾਨੂੰ ਸੱਚ-ਸੱਚ ਆਖਦਾ ਹਾਂ ਜੋ ਤੁਹਾਡੇ ਵਿੱਚੋਂ ਇੱਕ ਮੈਨੂੰ ਫੜਾਵੇਗਾ। ਹਾਲੇਲੂਇਆ। ਚੇਲੇ ਇਸ ਸ਼ੱਕ ਵਿੱਚ ਪੈ ਕੇ ਉਸ ਨੂੰ ਇਹ ਗੱਲ ਕਹਿੰਦੇ ਇਹ ਗੱਲ ਕਿਹਦੇ ਵਿਖੇ ਆਖੀ ਇੱਕ ਦੂਜੇ ਦੀ ਵੱਲ ਵੇਖਣ ਲੱਗੇ। ਉਸਦੇ ਚੇਲਿਆਂ ਵਿੱਚੋਂ ਇੱਕ ਜਿਹਨੂੰ ਯਿਸੂ ਪਿਆਰ ਕਰਦਾ ਸੀ ਯਿਸੂ ਛਾਤੀ ਤੇ ਟਾਸ ਨਾਲ ਲਾਏ ਹੋਏ ਸੀ। ਇਸ ਲਈ ਸ਼ਮੌਨ ਪਤਰਸ ਨੇ ਉਹਨੂੰ ਸਿਆਣਪ ਕੀਤੀ ਅਤੇ ਉਹਨੂੰ ਆਖਿਆ ਦੱਸ ਤਾਂ ਇਹ ਕਿਹਦੀ ਗੱਲ ਕਰਦਾ ਹੈ। ਪਰੰਤੂ ਉਹਨੇ ਯਿਸੂ ਦੀ ਛਾਤੀ ਤੇ ਉਸੇ ਤਰ੍ਹਾਂ ਟਾਸ ਨਾਲ ਲਾਇਆ ਹੋਇਆ ਉਸ ਤੋਂ ਪੁੱਛਿਆ ਪ੍ਰਭੂ ਜੀ ਉਹ ਕਿਹੜਾ ਹੈ। ਧਿਆਨ ਦਿਓ ਇੱਥੇ ਥੋੜਾ ਜਿਹਾ ਰੁਕ ਜਾਂਦੇ ਹਾਂ। ਯਿਸੂ ਮਸੀਹ ਨੇ ਜਦੋਂ ਕਿਹਾ ਕਿ ਤੁਹਾਡੇ ਵਿੱਚੋਂ ਇੱਕ ਹੈ ਜਿਹੜਾ ਮੈਨੂੰ ਫੜਵਾਏਗਾ ਸਾਰੇ ਪੁੱਛਣ ਲੱਗ ਪਏ ਪ੍ਰਭੂ ਉਹ ਕਿਉਂ ਮੈਂ ਪ੍ਰਭੂ ਕਿਉਂ ਮੈਂ। ਪ੍ਰਭੂ ਨੇ ਕੋਈ ਜਵਾਬ ਨਹੀਂ ਦਿੱਤਾ। ਉੱਥੇ ਇੱਕ ਚੇਲਾ ਹੈ ਜਿਹਨੂੰ ਯਿਸੂ ਮਸੀਹ ਸਭ ਤੋਂ ਵੱਧ ਕੇ ਪਿਆਰ ਕਰਦਾ ਹੈ। ਤੁਹਾਨੂੰ ਪਤਾ ਉਹ ਕੌਣ ਸੀਗਾ? ਯਹੂਨਾ। ਯਹੂਨਾ ਹੀ ਪ੍ਰਭੂ ਨੇ ਕਿਹਾ ਉਹ ਦੁਲਹਨ ਦਾ ਟਾਈਪ ਹੈ। ਉਹ ਦੁਲਹਨ ਦਾ ਨਮੂਨਾ ਹੈ ਉਹ ਚੇਲਾ ਯਹੂਨਾ। ਉਹ ਯਿਸੂ ਮਸੀਹ ਦੇ ਛਾਤੀ ਤੇ ਟਾਸ ਨਾਲ ਆਇਆ ਹੁੰਦਾ ਹੈ। ਫਿਰ ਯਿਸੂ ਮਸੀਹ ਨੇ ਕੋਈ ਜਵਾਬ ਨਹੀਂ ਦਿੱਤਾ ਕਿ ਉਹ ਕੌਣ ਹੈ ਜਿਹੜਾ ਮੈਨੂੰ ਫੜਵਾਏਗਾ। ਤੇ ਪਤਰਸ ਨੇ ਫਿਰ ਉਹ ਯਹੂਨਾ ਨੂੰ ਸ਼ੈਂਤ ਮਾਰੀ ਤੂੰ ਪੁੱਛ ਤੇਰੀ ਜੂਰ ਸੁਣਦਾ ਆ। ਕਾਸ਼ ਕੀ ਤੁਹਾਨੂੰ ਇਹ ਗੱਲ ਸਮਝ ਲੱਗੀ। ਉਹਨੇ ਯਹੂਨਾ ਨੂੰ ਕਿਹਾ ਤੂੰ ਪੁੱਛ ਤੇਰੀ ਗੱਲ ਨਹੀਂ ਉਹ ਟਾਲਦਾ ਹੁੰਦਾ ਤੇਰੇ ਵੱਲ ਜ਼ਰੂਰ ਧਿਆਨ ਦਿੰਦਾ। ਤੇ ਯਹੂਨਾ ਛਾਤੀ ਦੇ ਸਿਰ ਰੱਖ ਕੇ ਦਿੱਤਾ ਸੀ ਉਹਦੇ ਦਿਲ ਦੇ ਕਰੀਬ। ਇਹ ਅਸਲੀ ਲਾੜੀ ਜਿਹੜੀ ਯਿਸੂ ਮਸੀਹ ਨੇ ਬਿਲਕੁਲ ਦਿਲ ਦੇ ਲਾਗੇ ਹੋਈ ਔਰ ਉਹ ਭੇਦਾਂ ਨੂੰ ਖੋਲੇਗਾ। ਬਾਕੀਆਂ ਨੂੰ ਨਹੀਂ ਦੱਸਿਆ ਪਰ ਜਦੋਂ ਯਹੂਨਾ ਨੇ ਪੁੱਛਿਆ ਤਾਂ ਯਿਸੂ ਨੇ ਉੱਤਰ ਦਿੱਤਾ ਜਿਹਦੇ ਲਈ ਮੈਂ ਬੁਰਕੀ ਤਰ ਕਰਾਂ ਅਤੇ ਉਹਨੂੰ ਦਿਆ ਉਹੀ ਹੈ। ਯਿਸੂ ਮਸੀਹ ਨੇ ਸਿੱਧਾ ਇਹਦਾ ਨਾਮ ਨਹੀਂ ਉਹਨੂੰ ਦੱਸਿਆ। ਉਹਨੂੰ ਬੁਰਕੀ ਦਾ ਨਿਸ਼ਾਨ ਚਿੰਨ੍ਹ ਦੱਸਿਆ ਕਿ ਮੈਂ ਜਿਹਨੂੰ ਬੁਰਕੀ ਵੇਖਦਾ ਵਾਂ। ਮੱਤੀ 28 ਦੀ 19 ਚ ਵੀ ਯਿਸੂ ਮਸੀਹ ਨੇ ਸਿੱਧਾ ਨਹੀਂ ਕਿਹਾ ਨਹੀਂ ਮੇਰੇ ਨਾਮ ਚ ਬਪਤਿਸਮਾ ਦਿਓ। ਉਹਨੇ ਚਿੰਨ੍ਹ ਦਿੱਤਾ ਪਿਤਾ ਪੁੱਤਰ ਤੇ ਪਵਿੱਤਰ ਆਤਮਾ ਦੇ। ਉਹਨੂੰ ਪਤਾ ਯਹੂਨਾ ਨਾਲ ਗੱਲ ਕਰ ਰਿਹਾ ਯਹੂਨਾ ਸਮਝ ਜਾਏਗਾ। ਯਹੂਨਾ ਚਿੰਨ੍ਹਾਂ ਨੂੰ ਸਮਝ ਜਾਏਗਾ ਕਿਉਂਕਿ ਇਹ ਲਾੜੀ ਹੈ। ਬਾਕੀ ਕਹਿੰਦੇ ਰਹਿ ਜਾਣਗੇ ਲੈ ਫਿਰ ਉਹਨੇ ਸਿੱਧਾ ਕਿਉਂ ਨਹੀਂ ਕਹਿ ਦਿੱਤਾ। ਫਿਰ ਉਹਨੇ ਸਿੱਧਾ ਕਿਉਂ ਨਹੀਂ ਕਹਿ ਦਿੱਤਾ। ਇਹ ਦੁਲਹਨ ਹੈ ਜਿਹੜੀ ਚਿੰਨ੍ਹਾਂ ਨੂੰ ਸਮਝਦੀ ਹੈ। ਉਹਨੇ ਕਿਹਾ ਮੈਂ ਜਿੰਨੂੰ ਬੁਰਕੀ ਤਰ ਕਰਕੇ ਦਵਾ ਉਹੀ ਹੈ। ਇਹਦਾ ਮਤਲਬ ਕਿ ਉਹ ਯਹੂਦਾ ਵਿਸ਼ਵਾਸੀ ਜਿਹੜਾ ਚਰਚ ਦਾ ਕਿ ਉਹ ਛੁਪਿਆ ਹੀ ਯਿਸੂ ਤੋਂ ਸਾਡੇ ਚ ਇੱਕ ਵੀ ਨਹੀਂ ਛੁਪਿਆ। ਸਾਡੇ ਚ ਇੱਕ ਵੀ ਨਹੀਂ ਛੁਪਿਆ ਨਹੀਂ ਕਦੇ ਛੁਪੇਗਾ। ਉਹਨੂੰ ਸਭ ਦਾ ਪਤਾ ਉਹਨੂੰ ਸਭ ਦਾ ਪਤਾ ਉਹ ਹੈ। ਫਿਰ ਜਾਂ ਉਸਨੇ ਬੁਰਕੀ ਤਰ ਕਰ ਲਈ ਤਾਂ ਲੈ ਕੇ ਸ਼ਮੌਨ ਇਸਕਰਿਓਤੀ ਦੇ ਪੁੱਤਰ ਯਹੂਦਾ ਨੂੰ ਦੇ ਦਿੱਤੀ। ਧਿਆਨ ਦਿਓ ਅਤੇ ਬੁਰਕੀ ਦੇ ਪਿੱਛੋਂ ਉਸੇ ਵੇਲੇ ਸ਼ੈਤਾਨ ਉਹਦੇ ਵਿੱਚ ਸਮਾਇਆ। ਤਾਂ ਯਿਸੂ ਨੇ ਉਹਨੂੰ ਕਿਹਾ ਜੋ ਤੂੰ ਕਰਨਾ ਹੈ ਇਸੇ ਛੇਤੀ ਕਰ। ਸੋਵੋਗੇ ਤੇ ਨਹੀਂ। ਯਿਸੂ ਮਸੀਹ ਨੇ ਜਿੱਦਾਂ ਹੀ ਬੁਰਕੀ ਨੂੰ ਦਿੱਤੀ ਉਸੇ ਵੇਲੇ ਸ਼ੈਤਾਨ ਨੂੰ ਜਿੱਦੇ ਕਰ ਲਿਆ ਪੂਰੀ ਤਰ੍ਹਾਂ ਸਮਾਇਆ। ਕਦੇ ਪ੍ਰਭੂ ਨਾਲ ਧੋਖੇ ਨਾਲ ਨਾ ਚੱਲੋ। ਹਮੇਸ਼ਾ ਚਰਚ ਨਾਲ ਵਫਾਦਾਰ ਰਹੋ। ਪ੍ਰਭੂ ਦੇ ਬਚਨ ਨਾਲ ਵਫਾਦਾਰ ਰਹੋ। ਜਿੱਦਾਂ ਤੁਸੀਂ ਚੱਲਦੇ ਰਹੇ ਕਿਤੇ ਉਹੀ ਨਾ ਕੰਮ ਹੋਵੇ ਯਹੂਦਾ ਇਸਕਰਿਓਤੀ ਵਾਲਾ ਇੱਕ ਦਿਨ ਸੱਚੀ ਸ਼ੈਤਾਨ ਉੱਚ ਸਮਾ ਗਿਆ। ਓ ਹਾਲੇਲੂਇਆ। ਉਹ ਭੈਣੋ ਭਰਾਵੋ ਕਿਉਂਕਿ ਉਹਦਾ ਦਿਲ ਉਹਦੇ ਨਾਲ ਸਾਫ਼ ਨਹੀਂ ਸੀਗਾ। ਉਹਦੀ ਸੰਗਤੀ ਕਿਤੇ ਹੋਰ ਵੀ ਬਾਹਰ ਹੈਗੀ ਸੀ। ਹਾਲੇਲੂਇਆ। ਉਹਦੇ ਦਿਲ 'ਚ ਹੋਰ ਚੀਜ਼ਾਂ ਲਈ ਵੀ ਜਗ੍ਹਾ ਹੈਗੀ ਸੀਗੀ। ਸੁਣਦੇ ਤੁਸੀਂ ਤਾਂ ਹੀ ਏਦਾਂ ਹੋਇਆ। ਮਸੀਹ ਦੀ ਜਗ੍ਹਾ ਜਿੱਥੇ ਹੋਣੀ ਚਾਹੀਦੀ ਉੱਥੇ ਲਾਲਚ ਵੀ ਸੀਗਾ। ਕਿੰਨਾ ਜ਼ਰੂਰੀ ਆ ਕਿੰਨਾ ਜ਼ਰੂਰੀ ਹੈ ਕਿ ਇੱਕ ਵਿਸ਼ਵਾਸੀ ਦਾ ਦਿਲ ਸਾਫ਼ ਰਵੇ ਪ੍ਰਭੂ ਦੇ ਨਾਲ। ਉਹਦੀ ਸੰਗਤੀ ਕਿਤੇ ਹੋਰ ਨਾ ਹੋਏ। ਹਾਲੇਲੂਇਆ। ਉਹ ਪ੍ਰਭੂ ਦੇ ਨਾਲ ਹੀ ਜੁੜਿਆ ਹੋਏ ਉਹਦੇ ਦਿਲ 'ਚ ਮਸੀਹ ਲਈ ਹੀ ਜਗ੍ਹਾ ਹੋਵੇ। ਇਹ 'ਚ ਆਲਰੇਡੀ ਲਾਲਚ ਸੀਗਾ। ਆਲਰੇਡੀ ਇਹ ਇਮਾਨਦਾਰ ਨਹੀਂ। ਆਲਰੇਡੀ ਇਹ ਉਤਰਾ ਚੜਾ ਚੜੀ ਰਿਹਾ। ਪ੍ਰਭੂ ਸਾਨੂੰ ਇਸ ਗੱਲ ਦੀ ਸਮਝ ਦੇਵੇ। ਪ੍ਰਭੂ ਇਸ ਗੱਲ ਲਈ ਸਾਨੂੰ ਹੋਰ ਗੰਭੀਰ ਕਰੇ। ਹਾਲੇਲੂਇਆ। ਪ੍ਰਭੂ ਦਾ ਨਾਮ ਮਹਿਮਾ ਮਿਲੇ। ਆਮੀਨ। ਉਹ ਭੈਣੋ ਭਰਾਵੋ ਇਹ ਵਿਨਾਸ਼ ਦਾ ਪੁੱਤਰ ਸੀ ਯਹੂਦਾ ਇਸਕਰਿਓਤੀ। ਇਕੱਠੇ ਹੀ ਆਤਮੇ ਚੱਲੇ ਆ ਸਦਾ ਹੀ।
Amen. ਜਿੱਦਾਂ ਕੈਨ ਤੇ ਹਾਬਿਲ, ਸਾਊ ਤੇ ਯਕੂਬ, ਯੀਸ਼ੂ ਮਸੀਹ ਤੇ ਯਹੂਦਾ ਇਸਕਰੀਓਤੀ। Amen. ਧਿਆਨ ਦਿਓ। Amen. ਹਾਲੇਲੂਇਆ। ਬਬਰਾਨਾ ਨੇ ਮੋਹਰਾਂ ਦੀ ਕਿਤਾਬ ਚ ਕਿਹਾ ਇਧਰੋਂ ਪਰਮੇਸ਼ਵਰ ਇੱਕ ਜਿਸਮ ਚ ਦੇਹਧਾਰੀ ਹੋਇਆ, Amen. ਦੂਸਰੇ ਪਾਸੇ ਸ਼ੈਤਾਨ ਇੱਕ ਜਿਸਮ ਚ ਦੇਹਧਾਰੀ ਹੋਇਆ। Amen. ਪਰਮੇਸ਼ਵਰ ਯਿਸੂ ਚ ਦੇਹਧਾਰੀ ਹੋਇਆ, Amen. ਸ਼ੈਤਾਨ ਯਹੂਦਾ ਇਸਕਰੀਓਤੀ ਚ ਦੇਹਧਾਰੀ ਹੋਇਆ। Amen. ਯਿਸੂ ਵੀ ਮਰਿਆ, Amen. ਯਹੂਦਾ ਇਸਕਰੀਓਤੀ ਵੀ ਮਰਿਆ, Hallelujah. ਯਿਸੂ ਜੀ ਉੱਠਿਆ। Hallelujah. ਉਹ ਜਿਹਨਾਂ ਨੇ ਕਿਹਾ ਆਤਮੇ ਦੋਵੇਂ ਹੀ ਵਾਪਸ ਆਏ। Amen. ਮਸੀਹ ਦਾ ਆਤਮਾ ਵੀ ਵਾਪਸ ਆਇਆ ਸੀ, Amen. ਯਹੂਦਾ ਇਸਕਰੀਓਤੀ ਦਾ ਆਤਮਾ ਵੀ ਵਾਪਸ ਆਇਆ। Hallelujah. ਪੈਂਟੀਕੋਸਟ ਵਾਲੇ ਦਿਨ ਮਸੀਹ ਦਾ ਆਤਮਾ ਵਾਪਸ ਆਇਆ। Hallelujah. ਹਾਲੇਲੂਇਆ। ਔਰ Hallelujah. ਦੂਸਰੇ ਪਾਸੇ ਮਸੀਹ ਵਿਰੋਧੀ ਦੇ ਵਿੱਚ ਸ਼ੈਤਾਨ ਦਾ ਆਤਮਾ ਵੀ ਵਾਪਸ ਆਇਆ। Amen. ਅੱਜ ਮਸੀਹ ਦਾ ਆਤਮਾ ਵੀ ਚੱਲ ਰਿਹਾ ਹੈ, Amen. ਯਹੂਦਾ ਇਸਕਰੀਓਤੀ ਦਾ ਆਤਮਾ ਵੀ ਚੱਲ ਰਿਹਾ ਹੈ। Amen. ਯਹੂਦਾ ਇਸਕਰੀਓਤੀ ਨੇ ਯਿਸੂ ਮਸੀਹ ਦੇ ਨਾਮ ਤੇ ਬਿਜ਼ਨਸ ਕੀਤਾ। Amen. ਅੱਜ ਤੁਸੀਂ ਉਹਦੇ ਨਾਮ ਤੇ ਬਿਜ਼ਨਸ ਨਹੀਂ ਦੇਖਦੇ। Amen. 300 ਰੁਪਏ ਦੀ ਬੋਤਲ ਵੇਚਦੀ ਹੈ ਛੋਟੀ ਤੇਲ ਦੀ, Amen. ਕੋ ਕੀ ਹੈ ਬਿਜ਼ਨਸ ਨਹੀਂ। Amen. ਯਿਸੂ ਮਸੀਹ ਨੇ ਕਿਰੇ ਤੇਲ ਦੀਆਂ ਬੋਤਲਾਂ ਵੇਚਣ ਤੇ ਆਂਦਾ, ਜੇ ਉਹਨੇ ਵੀ ਕਿਰੇ ਚੰਗਿਆਈਆਂ ਦੇ ਰੇਟ ਰੱਖੇ ਹੁੰਦੇ ਤਾਂ ਸੋਚੋ ਫਿਰ ਕਿੱਥੇ ਗੱਲ ਜਾਂਦੀ। ਜਿਹਨੂੰ 38 ਸਾਲ ਵਾਲੇ ਨੂੰ ਚੰਗਾ ਕੀਤਾ ਉਹਨੇ ਤਾਂ ਬਾਬਾ ਪੈਸੇ ਦੇਣੇ ਪੈਣੇ। 4 ਦਿਨਾਂ ਦੇ ਜਿਹਨੂੰ ਮੁਰਦੇ ਨੂੰ ਜਿੰਦਾ ਕੀਤਾ ਲਾਜ਼ਰ ਨੂੰ, ਲੇਕਿਨ ਉਹ ਮੁਫਤ ਸੀਗਾ ਜੀਵਨ ਦਾ। ਮੇਰਾ ਮਤਲਬ ਤੁਸੀਂ ਦੇਖ ਨਹੀਂ ਰਹੇ, ਇਹਦਾ ਮਤਲਬ ਤੁਸੀਂ ਦੇਖ ਨਹੀਂ ਰਹੇ। ਆਓ ਤੁਹਾਨੂੰ ਦੋਵੇਂ ਆਤਮੇ ਇਕੱਠੇ ਦਿਖਾਵਾਂ। ਕਿੰਨੇ ਸੋਹਣਾ ਦ੍ਰਿਸ਼ ਹੈ। ਬਬਰਾਨਮ ਨੇ ਕਿਹਾ ਦੋਵੇਂ ਆਤਮੇ ਫਿਰ ਤੋਂ ਵਾਪਸ ਆਏ। ਮਸੀਹ ਦਾ ਆਤਮਾ ਵੀ ਆਇਆ ਤੇ ਯਹੂਦਾ ਇਸਕਰੀਓਤੀ ਦਾ ਵੀ ਆਇਆ। ਸਾਡੇ ਯੁੱਗ 'ਚ ਇੱਕ ਨਬੀ ਖੜਾ ਹੋਇਆ ਜਿਹਨੂੰ ਤਾਜ ਮਹਿਲ ਦੇ ਹੋਟਲ ਦੇ ਮਾਲਕ ਨੇ ਕਿਹਾ ਤੇਰਾ ਮੈਂ ਟੋਟਲ ਬਿੱਲ ਮਾਫ ਕਰ ਦਵਾਂਗਾ ਤੇ ਮੈਨੂੰ ਚੰਗਾ ਕਰ। ਬਬਰਾਨਮ ਚਾਹੁੰਦਾ ਤੇ ਸਭ ਕੁਝ ਉਨ੍ਹਾਂ ਕੋਲ ਲੈ ਸਕਦਾ ਹੈ। ਔਰ ਕੋਈ ਇਦਾਂ ਦੇ ਆਫਰ ਆਏ ਵੱਡੀਆਂ ਵੱਡੀਆਂ ਮਿਸ਼ਨਾਂ ਦੇ, ਜਿਨ੍ਹਾਂ ਨੇ ਇਹ ਕਿਹਾ ਤੈਨੂੰ ਹੈਲੀਕਾਪਟਰਾਂ 'ਚ ਮੀਟਿੰਗਾਂ ਦੇ ਖੜਾਂਗੇ, ਬੜੇ ਬੜੇ ਇੰਤਜ਼ਾਮ ਹੋਣਗੇ ਤੇਰੀ ਬੰਦਗੀਆਂ ਦੇ। ਯਿਸੂ ਮਸੀਹ ਦੇ ਨਾਮ ਤੇ ਬਪਤਿਸਮੇ ਦਾ ਪ੍ਰਚਾਰ ਨਾ ਕਰੀ। ਬਬਰਾਨਮ ਨੇ ਕਿਹਾ ਮੈਂ ਨਾਲਿਆਂ ਦਾ ਪਾਣੀ ਪੀ ਲਾਂਗਾ, ਹਾਲੇਲੂਇਆ। ਲੇਕਿਨ ਦੂਜੇ ਪਾਸੇ ਉਹ ਪਾਸਟਰ ਹੈ ਜਿਹੜਾ ਕਹਿੰਦਾ ਮੈਂ ਤੁਹਾਡੇ ਲਈ ਸਪੈਸ਼ਲ ਦੁਆ ਕਰਾਂਗਾ, ਲੱਖ ਰੁਪਇਆ ਬੀਜ ਬੋ। ਇਹ ਦੋਵੇਂ ਆਤਮੇ ਇਕੱਠੇ ਕੰਮ ਨਹੀਂ ਕਰ ਰਹੇ। ਜਿਹੜੇ ਪਛਾਣ ਦੇ ਆਪਣਾ ਹੱਥ ਉਠਾਓ ਤੇ ਆਮੀਨ ਬੋਲੋ। ਇਹ ਝੂਠ ਨਹੀਂ, ਧੱਕੇਸ਼ਾਹੀ ਨਹੀਂ। ਤੁਹਾਨੂੰ ਪਤਾ ਹੈ ਕਿਉਂ ਫਿਰ ਅੱਜ ਬਿਜ਼ਨਸ ਨਹੀਂ ਹੋਣ ਡੇ? ਇਹ ਬੋਤਲ ਐਡੀ ਇੰਨੇ ਦੀ, ਇੰਨੀ ਇੰਨੇ ਦੀ, ਜਲ ਬਣਾਉਂਦੇ ਇੰਨੇ ਪੈਸੇ, ਬੰਦਗੀ ਕਰਾਉਂਦੇ ਇੰਨੇ ਪੈਸੇ, ਦੁਆ ਕਰਾਉਂਦੇ ਇੰਨੇ ਪੈਸੇ। ਇਹ ਸੇਮ ਹੋਈ ਸਪਿਰਿਟ ਯਿਸੂ ਮਸੀਹ ਦਾ ਆਤਮਾ ਵੀ ਕਿਤੇ ਦੇਹਧਾਰੀ ਹੋਇਆ, ਇਸਕਰੀਓਤੀ ਦਾ ਆਤਮਾ ਵੀ ਕਿਤੇ ਦੇਹਧਾਰੀ ਹੋਇਆ। ਜਿਹੜਾ ਚਰਚ ਦੇ ਨਾਂ ਤੇ ਬਿਜ਼ਨਸ ਕਰੇਗਾ ਉਹ ਯਹੂਦਾ ਇਸਕਰੀਓਤੀ ਵਾਲਾ ਆਤਮਾ ਆਇਆ। ਕੋਈ ਆਮਦਨਾਂ ਬਾਹਰ ਨਿਕਲ ਆਈਆਂ। ਤੁਹਾਨੂੰ ਤਾਂ ਲੱਗੇਗਾ ਸ਼ਾਇਦ ਮੈਂ ਵਿਰੋਧੀਆ ਨਹੀਂ ਜਾਂ ਮੈਨੂੰ ਉਹਨਾਂ ਤੇ ਕੋਈ ਗੁੱਸਾ ਨਾਰਾਜ਼ਗੀ ਨਹੀਂ, ਪਰ ਇਹ ਆਤਮਿਕ ਖੇਤਰ ਜੇ ਸਿਸਟਮ ਚੋਂ ਫਸੇ ਹੋਏ ਆ ਉਹ ਗਲਤ ਹੈ। ਪ੍ਰਭੂ ਦੇ ਨਾਮ ਵਿੱਚ ਮਿਲੇ। ਹਾਲੇਲੂਇਆ। ਆਮੀਨ। ਉਹ ਭੈਣੋ ਭਰਾਵੋ ਇਹ ਰੰਗ ਵਿਖਾ ਗਿਆ ਕਿਉਂਕਿ ਪਰਮੇਸ਼ਵਰ ਦਾ ਬੀਜ ਨਹੀਂ ਸੀ। ਯਿਸੂ ਮਸੀਹ ਨੇ ਨਹੀਂ ਕਿਹਾ ਉਹ ਸ਼ੈਤਾਨ ਦਾ ਪੁੱਤਰ ਸੀ, ਉਹ ਵਿਨਾਸ਼ ਦਾ ਪੁੱਤਰ ਸੀ। ਹਾਲੇਲੂਇਆ। ਆਮੀਨ। ਪੜ੍ਹਦੇ ਹੀ ਉਹਨਾਂ ਦੀ ਇੰਜੀਲ 17 ਦੇ ਹੈ। ਉਹਨਾਂ ਦੀ ਇੰਜੀਲ 17 ਦੇ ਆਏ ਉਹ ਅਧਿਆਇ ਹੈ ਜਿੱਥੇ ਯਿਸੂ ਮਸੀਹ ਨੇ ਚੇਲਿਆਂ ਦੀ ਦੁਆ ਕੀਤੀ। ਛੇ ਤੋਂ ਪੜ੍ਹਦੇ 17:6 ਤੋਂ। ਜਿਹੜੇ ਮਨੁੱਖ ਤੈਂ ਜਗਤ ਵਿੱਚੋਂ ਮੈਨੂੰ ਦਿੱਤੇ ਉਹਨਾਂ ਉੱਤੇ ਮੈਂ ਤੇਰਾ ਨਾਮ ਪ੍ਰਗਟ ਕੀਤਾ। ਉਹ ਤੇਰੇ ਸਨ ਅਤੇ ਤੈਂ ਉਹ ਮੈਨੂੰ ਦਿੱਤੇ ਅਤੇ ਉਹਨਾਂ ਨੇ ਤੇਰੇ ਵਚਨ ਦੀ ਪਾਲਣਾ ਕੀਤੀ। ਹੁਣ ਉਹਨਾਂ ਨੇ ਜਾਣਿਆ ਵੀ ਜੋ ਕੁਝ ਤੂੰ ਮੈਨੂੰ ਦਿੱਤਾ ਹੈ ਸਭ ਉਹ ਤੇਰੇ ਵੱਲੋਂ ਹੈ, ਕਿਉਂਕਿ ਜਿਹੜੀਆਂ ਗੱਲਾਂ ਤੈਂ ਮੈਨੂੰ ਦਿੱਤੀਆਂ ਅਤੇ ਮੈਂ ਉਹਨਾਂ ਨੂੰ ਦਿੱਤੀਆਂ ਹਨ ਅਤੇ ਉਹਨਾਂ ਨੇ ਮੰਨ ਲਈਆਂ ਤੇ ਸੱਚ ਜਾਣਿਆ ਜੋ ਮੈਂ ਤੇਰੇ ਵੱਲੋਂ ਆਇਆ ਅਤੇ ਉਹਨਾਂ ਪ੍ਰਤੀਤ ਕੀਤੀ ਜੋ ਤੂੰ ਮੈਨੂੰ ਘੱਲਿਆ। ਮੈਂ ਉਹਨਾਂ ਲਈ ਬੇਨਤੀ ਕਰਦਾ ਹਾਂ, ਮੈਂ ਜਗਤ ਦੇ ਲਈ ਨਹੀਂ ਪਰ ਉਹਨਾਂ ਲਈ ਬੇਨਤੀ ਕਰਦਾ ਜੋ ਤੂੰ ਮੈਨੂੰ ਦਿੱਤੇ ਸਨ, ਜੋ ਤੇਰੇ ਹਨ। ਯਿਸੂ ਮਸੀਹ ਚੇਲਿਆਂ ਦੀ ਦੁਆ ਕਰਦਾ, ਮੇਰੀਆਂ ਸਾਰੀਆਂ ਚੀਜ਼ਾਂ ਤੇਰੀਆਂ ਹਨ ਅਤੇ ਤੇਰੀਆਂ ਮੇਰੀਆਂ ਹਨ ਅਤੇ ਉਹਨਾਂ ਵਿੱਚ ਮੇਰੀ ਵਡਿਆਈ ਹੋਈ ਹੈ। ਮੈਂ ਅੱਗੇ ਨੂੰ ਜਗਤ ਵਿੱਚ ਨਹੀਂ ਪਰ ਇਹ ਜਗਤ ਵਿੱਚ ਹਨ ਅਤੇ ਮੈਂ ਤੇਰੇ ਕੋਲ ਆਉਂਦਾ ਹਾਂ। हे ਪਵਿੱਤਰ ਪਿਤਾ, ਆਪਣੇ ਉਸ ਨਾਮ ਨਾਲ ਜਿਹੜਾ ਤੂੰ ਮੈਨੂੰ ਦਿੱਤਾ ਉਹਨਾਂ ਦੀ ਰਾਖੀ ਕਰ। ਇਸ ਲਈ
ਜੋ ਸਾਡੇ ਵਾਂਗਰ ਇੱਕ ਹੋਣ। ਆਮੇਨ ਜਿੰਨਾ ਚਿਰ ਮੈਂ ਉਹਨਾਂ ਦੇ ਨਾਲ ਸਾਂ, ਆਮੇਨ ਮੈਂ ਤੇਰੇ ਉਸ ਨਾਮ ਨਾਲ ਜਿਹੜਾ ਤੂੰ ਮੈਨੂੰ ਦਿੱਤਾ ਉਹਨਾਂ ਦੀ ਰਾਖੀ ਕੀਤੀ, ਅਤੇ ਮੈਂ ਉਹਨਾਂ ਦੀ ਰਾਖੀ ਕੀਤੀ, ਅਤੇ ਨਾਸ਼ ਦੇ ਪੁੱਤਰ ਬਾਝੋਂ ਉਹਨਾਂ ਵਿੱਚੋਂ ਕਿਸੇ ਦਾ ਨਾਸ਼ ਨਹੀਂ ਹੋਇਆ, ਤਾਂ ਜੋ ਲਿਖਤ ਪੂਰੀ ਹੋ ਗਈ। ਹਾਲੇਲੂਇਆ ਕੋਈ ਨਾਸ਼ ਦੇ ਪੁੱਤਰ ਦਾ ਨਾਸ਼ ਹੋਇਆ, ਉਹ ਯਹੂਦਾ ਇਸਕਰਿਓਤੀ, ਬਾਕੀ ਹੋਰ ਕੋਈ ਨਾਸ਼ ਨਹੀਂ ਹੋਇਆ, ਕਿਉਂਕਿ ਯਹੂਦਾ ਇਸਕਰਿਓਤੀ ਸ਼ੈਤਾਨ ਦਾ ਬੀਜ ਸੀਗਾ, ਆਮੇਨ ਔਰ ਇਹ ਸ਼ੈਤਾਨ ਦਾ ਬੀਜ ਆਮੇਨ ਪੈਂਟੀਕੋਸ ਨਹੀਂ ਪਾ ਸਕਦਾ। ਆਮੇਨ ਆਮੇਨ ਸੱਪ ਦੀ ਸੰਤਾਨ ਆਮੇਨ ਪੈਂਟੀਕੋਸ ਨਹੀਂ ਪਾ ਸਕਦਾ। ਆਮੇਨ ਕਿ ਮੈਂ ਠੀਕ ਹਾਂ? ਆਮੇਨ ਸੱਪ ਦੀ ਸੰਤਾਨ ਪੈਂਟੀਕੋਸ ਵਾਲਾ ਆਤਮਾ ਨਹੀਂ ਪਾ ਸਕਦਾ। ਆਮੇਨ ਸੱਪ ਦਾ ਵੰਸ਼ ਉੱਤੇ ਨਹੀਂ ਪਹੁੰਚ ਸਕਦਾ, ਉਹ ਪਹਿਲਾਂ ਹੀ ਆਪਣਾ ਰੰਗ ਦਿਖਾ ਦੇਵੇਗਾ। ਅੱਜ ਫਿਰ ਚੈਲੰਜ ਹੈ ਚਰਚ ਦੇ ਸਾਹਮਣੇ, ਆਮੇਨ ਕਿਉਂਕਿ ਅਸਲੀ ਪਰਮੇਸ਼ਰ ਦਾ ਬੀਜ ਹੈ, ਤਾਂ ਹਾਲੇਲੂਇਆ ਫਿਰ ਉਹ ਜੂਰ ਪੈਂਟੀਕੋਸ ਵਾਲਾ ਆਤਮਾ ਪਾਏਗਾ, ਜੂਰ ਪੈਂਟੀਕੋਸ ਵਾਲਾ ਆਤਮਾ ਪਾਏਗਾ। ਹਾਲੇਲੂਇਆ ਆਮੀਨ। ਪ੍ਰਭੂ ਦੇ ਨਾਮ ਵਿੱਚ ਮਿਲੇ, ਪ੍ਰਭੂ ਨੇ ਸੰਦੇਸ਼ ਪ੍ਰਚਾਰ ਕੀਤਾ। ਪ੍ਰਭੂ ਇੱਕ ਵਾਰੀ ਹੋਰ ਉਹ ਜਿਹਨੇ ਗੱਲ ਕੀਤੀ ਸਮਸੂਨ ਦੀ, ਉਹਨੇ ਕਿਹਾ ਸਮਸੂਨ ਹੋਈ ਜਿਹਨੂੰ ਪਰਮੇਸ਼ਰ ਨੇ ਸਾਮਰਥ ਦਿੱਤੀ, ਜਿਸ ਨੂੰ ਪਰਮੇਸ਼ਰ ਨੇ ਮਸਾ ਦਿੱਤਾ ਸੀਗਾ, ਔਰ ਕੋਈ ਇੰਨੀ ਪਾਵਰ ਸੀ, ਉਹ ਬੋਲਦਾ ਹੀ ਲੰਗੜਾ ਉੱਠ ਖੜਾ ਹੁੰਦਾ। ਜਰਾ ਕਦੀ ਦੇਖੋ, ਉਹ ਸਮਸੂਨ ਜਦੋਂ ਦੁਆ ਕਰਦਾ ਹੀ ਜੇਲਾਂ ਦੇ ਦਰਵਾਜ਼ੇ ਖੁੱਲ ਜਾਂਦੇ ਆ। ਇਹ ਸਮਝ ਰਹੇ ਮੈਂ ਕਿਹਦੇ ਬਾਰੇ ਗੱਲ ਕਰ ਰਿਹਾ? ਫਸਟ ਪੈਂਟੀਕੋਸਟਲ, ਪਹਿਲੀ ਪੈਂਟੀਕੋਸਟਲ ਕਲੀਸਿਆ, ਉਹ ਪਹਿਲਾ ਸਮਸੂਨ ਜਬਾੜੇ ਨੂੰ ਲੈ ਕੇ 1000 ਬੰਦਾ ਵੜ ਲੈਂਦਾ ਸੀਗਾ। ਆਮੀਨ। ਕਿਹੜੇ ਕਿਹੜੇ ਵੱਡੇ ਕੰਮ ਕਰਦਾ ਸੀ, ਲੇਕਿਨ ਉਸ ਪੈਂਟੀਕੋਸਟਲ ਪਹਿਲੀ ਕਲੀਸਿਆ ਦੇ ਵਾਲ ਹਾਲੇਲੂਇਆ ਉਹਦੀ ਗੁਪਤ ਜਿਹੜੀ ਸਾਮਰਥ ਸੀ, ਉਹ ਦਲੀਲਾਂ ਨੇ ਲੈ ਲਈ। ਤੁਹਾਨੂੰ ਪਤਾ ਦਲੀਲਾਂ ਨੇ ਉਹਦੀ ਗੁਪਤ ਸਾਮਰਥ ਦਾ ਭੇਦ ਲੈ ਲਿਆ, ਔਰ ਇਹ ਕਲੀਸਿਆ ਫਸ ਗਈ। ਕਲੀਸਿਆ ਫਸ ਗਈ। ਪਹਿਲੀ ਪੈਂਟੀਕੋਸਟਲ ਦੀ ਕਲੀਸਿਆ ਜਦੋਂ ਖੜੀ ਹੋਈ, ਜਦੋਂ ਜਦ ਤੱਕ ਰਸੂਲ ਰਹੇ ਕੰਮ ਠੀਕ ਰਿਹਾ, ਲੇਕਿਨ ਜਦੋਂ ਰਸੂਲ ਚਲੇ ਗਏ, ਇਹੀ ਕਲੀਸਿਆ ਅੱਗੇ ਆ ਕੇ ਇਹਦੇ ਵਿੱਚ ਗੜਬੜ ਪੈਦਾ ਹੋ ਗਈ। ਜਦੋਂ ਨਕਲੀ ਮਿਕਸ ਪੰਥ ਵਿੱਚ ਆ ਗਿਆ, ਇਹੀ ਕਲੀਸਿਆ ਆਪਣੀ ਉਹਨੇ ਸਾਮਰਥ ਨੂੰ ਗਵਾ ਲਿਆ। ਜਿਹੜੇ ਕੰਮ ਉਹਦੇ ਰਾਹੀਂ ਹੁੰਦੇ ਸੀ ਉਹ ਗਵਾ ਲਏ। ਤੁਹਾਨੂੰ ਪਤਾ ਸਮਸੂਨ ਰਾਹੀਂ ਕੰਮ ਹੁੰਦੇ ਸੀ। ਸਮਸੂਨ ਨੂੰ ਖੁਦਾ ਨੇ ਮਸਾ ਕੀਤਾ ਸੀਗਾ, ਉਹਦੀ ਕੁੱਖ 'ਚ, ਮਾਂ ਦੀ ਕੁੱਖ 'ਚ ਉਹਨੂੰ ਸਾਮਰਥ ਦਿੱਤੀ। ਉਹਦੇ ਸਿਰ ਤੇ 7 ਲਟਾਂ ਸੀਗੀਆਂ, ਔਰ ਪੂਰੀ ਮਾਂ ਨੇ ਉਹਨੂੰ ਸਿਖਾਇਆ ਸੀ ਤੂੰ ਮਸਾ ਕੀਤਾ ਗਿਆ ਹੈ। ਦੂਤ ਨੇ ਕਿਹਾ ਆ ਤੈਨੂੰ ਕੋਈ ਹਰਾ ਨਹੀਂ ਪਾਏਗਾ। ਹਾਲੇਲੂਇਆ। ਤੂੰ ਆਪਣੇ ਲੋਕਾਂ ਲਈ ਲੜੇਗਾ, ਤੂੰ ਦੁਸ਼ਮਣ ਤੇਰੇ ਸਾਹਮਣੇ ਖੜੇ ਨਹੀਂ ਹੋ ਪਾਣਗੇ। ਤੇਰੇ ਨਾਲ ਵਾਅਦਾ ਹੈ, ਪਰ ਕਦੇ ਆਪਣੇ ਸਿਰ ਤੋਂ ਉਸ ਤਰ੍ਹਾਂ ਨਾ ਚੱਲਣ ਦੇਈ। ਤੁਸੀਂ ਜਾਣਦੇ ਨੇ ਕੀ ਕੀਤਾ? ਉਹ ਇੱਕ ਔਰਤ ਦੇ ਜਾਲ 'ਚ ਫਸ ਗਿਆ। ਉਹ ਇੱਕ ਔਰਤ ਨੇ ਉਹਨੂੰ ਪਿਆਰ ਵਾਲੀ ਸਿੱਖਿਆ ਦੇ ਕੇ, ਉਹਨੂੰ ਆਪਣੀਆਂ ਗੋਦੀਆਂ 'ਚ ਸਵਾ ਕੇ, ਉਹਨੂੰ ਪਿਆਰ ਦਿਖਾ ਕੇ ਇਸ ਗੱਲ 'ਚ ਵੜੋ। ਇੱਕ ਵਿਸ਼ਵਾਸੀ ਹਾਲੇਲੂਇਆ ਨੂੰ ਬਹੁਤ ਸਾਵਧਾਨ ਹੋਣਾ ਚਾਹੀਦਾ ਕਿ ਉਹਦੀ ਜ਼ਿੰਦਗੀ 'ਚ ਕੀ ਵਾਪਰ ਰਿਹਾ ਹੈ, ਕਿ ਕੋਈ ਐਸੀ ਘਟਨਾ ਤੇ ਨਹੀਂ ਹੋ ਰਹੀ ਜਿਹੜੀ ਉਹਦੀ ਸਾਮਰਥ ਨੂੰ ਖੋਹ ਲਵੇ। ਉਸ ਔਰਤ ਨੇ ਆਪਣੀਆਂ ਗੋਦੀਆਂ 'ਚ ਸਵਾਰ ਕੇ ਉਹਨੇ ਭੇਦ ਲੈਣੇ ਸ਼ੁਰੂ ਕਰ ਦਿੱਤੇ, ਔਰ ਵਿਸ਼ਵਾਸੀ ਹੌਲੀ 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 ਫਸਦਾ। ਪਹਿਲੀ ਵਾਰੀ ਨਹੀਂ ਦੱਸਿਆ ਕਿਉਂਕਿ ਉਹਨੇ ਪ੍ਰਚਾਰ ਬਹੁਤ ਸੁਣੇ। ਪਹਿਲੀ ਵਾਰੀ ਦੱਸਿਆ ਉਹਨੇ ਬੰਦਗੀਆਂ ਦਾ ਅਸਰ ਹੀ, ਸੇਵਕ ਦਾ ਡਰ ਹੀ ਉਹਨੂੰ। ਥੋੜਾ ਚਿਰ ਉਹ ਠੀਕ ਰਿਹਾ, ਪਰ ਜਿਉਂ ਟਾਈਮ ਆ ਚੱਲਿਆ ਉਹਨੇ ਸੰਗਤੀਓ ਨਹੀਂ ਛੱਡੀ। ਅਖੀਰ ਦੱਸ ਦਿੱਤਾ ਆ ਜਿਹੜੇ ਮੇਰੇ ਸਿਰ ਦੇ ਲੋਕ ਆ, ਜਿਹੜੀਆਂ ਲਟਾਈਆਂ, ਇਹ ਅਗਰ ਚੱਲ ਜਾਂਦੇ ਮੈਂ ਸਾਰੀ ਸਾਮਰਥ ਗਵਾ ਲਵਾਂਗਾ। ਹੋਰ ਤੁਸੀਂ ਜਾਣਦੇ ਕਿੱਦਾਂ ਦਾ ਬੰਦਾ ਵਿਸ਼ਵਾਸੀ ਮਸਾ ਕੀਤਾ। ਸ਼ਹਿਰ ਦਾ ਦਰਵਾਜ਼ਾ ਪੁੱਟ ਕੇ ਮੋਢਿਆਂ ਤੇ ਲੈ ਗਿਆ। 1000 ਬੰਦਾ ਉਹਨੇ ਗਧੇ ਦੇ ਜਬਾੜੇ ਨਾਲ ਵੱਢ ਕੇ ਰੱਖ ਦਿੱਤਾ। 300 ਲੂੰਬੜੀਆਂ ਫੜ ਕੇ ਉਹਨੇ ਉਹਨਾਂ ਦੀਆਂ ਪੂਛਾਂ ਬੰਨ ਕੇ ਵਿੱਚ ਮਸ਼ਾਲਾ ਲਾ ਕੇ ਪੈਰੀਆਂ ਛੱਡ ਦਿੱਤੀਆਂ ਉਹਨਾਂ ਦੀ। ਕੋਈ ਉਹਨੂੰ ਫੜ ਨਹੀਂ ਸਕਦਾ, ਕਿਉਂਕਿ ਉਹ ਤੇ ਮਸਾ ਸੀਗਾ, ਕਿਉਂਕਿ ਉਹ ਤੇ ਸਾਮਰਥ ਹੀ, ਉਹਦੇ ਨਾਲ ਵਾਦਾ ਹੀ। ਕੋਈ ਉਹਨੂੰ ਹਰਾ ਨਹੀਂ ਸਕਦਾ, ਸਾਰਾ ਨਰਕ ਵੀ ਰਲ ਕੇ ਉਹਨੂੰ ਹਰਾ ਨਹੀਂ ਸਕਦਾ। ਲੇਕਿਨ ਇੱਕ ਦਿਨ ਇੱਧਰ ਆਇਆ ਜਦੋਂ ਉਹਨੇ ਔਰਤ ਦੀਆਂ ਗੋਦੀਆਂ 'ਚ ਪੈ ਕੇ ਆਪਣਾ ਭੇਦ ਗਵਾ ਲਿਆ। ਉਸ ਦਿਨ ਉਹਨਾਂ ਨੇ ਉਹਦੀ ਅੱਖਾਂ ਕੱਢ ਲਈਆਂ। ਉਦੋਂ ਹੀ ਔਰਤ ਨੇ ਉਹਦੇ ਤੇ ਹੱਸੀ ਤੇ ਕਹਿ ਜਾ ਦਫਾ ਹੋ, ਹੁਣ ਤੂੰ ਮਰ ਗਿਆ। ਅਬਰਾਹਮ ਨੇ ਕਿਹਾ, ਉਹਨੇ ਆਪਣੀਆਂ ਮਾਸਪੇਸ਼ੀਆਂ ਹਿਲਾਈਆਂ,
ਅੱਜ ਵੀ ਉਹਦੇ ਡੋਲੇ ਉੱਡੇ ਹੀ ਸੀਗੇ ਜਿੰਨੇ ਪਹਿਲੋਂ ਹੀ, ਲੇਕਿਨ ਅੱਜ ਉਹਦੇ ਡੋਲਿਆਂ ਨੇ ਕੰਮ ਨਹੀਂ ਕੀਤਾ, ਕਿਉਂਕਿ ਅੱਜ ਉਹਦੇ ਡੋਲਿਆਂ ਚੋਂ ਮਸਾ ਨਹੀਂ। ਹਾਲੇਲੂਇਆ। ਇਹ ਗੱਲ ਕਰ ਰਹੇ ਸੀ ਕਿ ਪਰਮੇਸ਼ਰ ਜਦ ਵੀ ਕਿਸੇ ਨੂੰ ਭੇਜਦਾ ਹੈ ਉਹ ਤਿਆਰ ਕਰਕੇ ਭੇਜਦਾ ਹੈ। ਉਹਨੇ ਮੂਸਾ ਨੂੰ ਤਿਆਰ ਕਰਕੇ ਭੇਜਿਆ, ਉਹਨੇ ਸਮਸੂਨ ਨੂੰ ਵੀ ਤਿਆਰ ਕਰਕੇ ਭੇਜਿਆ ਸੀ। ਉਹਨੇ ਸਮਸੂਨ ਨੂੰ ਇਹ ਮਸਾ ਦਿੱਤਾ ਹੀ, ਚਾਹੇ ਲੌਕੀਆ ਜਾਂ ਦੁਸ਼ਟ ਆਤਮੇ ਜਾਂ ਨਰਕ ਸੁੰਦਰਤਾ, ਭਰਮਾਉਣ ਵਾਲੀਆਂ ਚੀਜ਼ਾਂ, ਧੋਖੇ, ਲੜਾਈਆਂ, ਬੇਵਫਾਈਆਂ, ਸਭ ਚੀਜ਼ਾਂ, ਬਿਮਾਰੀਆਂ, ਕੁਝ ਵੀ ਕਿਉਂ ਨਾ ਆ ਜਾਣ, ਸਾਮਰਥ ਤੈਨੂੰ ਇਦਾਂ ਦਿੱਤੀ ਗਈ ਹੈ, ਤੂੰ ਹਰ ਇੱਕ ਚੀਜ਼ ਤੇ ਜਿੱਤ ਪ੍ਰਾਪਤ ਕਰ ਲਵੇਂਗਾ। ਲੇਕਿਨ ਸਮਸੂਨ ਨੇ ਉਹ ਸਾਮਰਥ ਗਵਾ ਲਈ ਗੋਦੀਆਂ 'ਚ ਪੈ ਕੇ। ਉਹ ਔਰਤ ਨੇ ਉਹਨੂੰ ਵਸਾ ਲਿਆ। ਉਹ ਹਾਲੇਲੂਇਆ। ਹੁਣ ਇੱਕ ਕਲੀਸਿਆ ਇਹਦੀ ਹਾਲਤ ਦੇਖੋ, ਇੱਕ ਵਿਸ਼ਵਾਸੀ ਇਹਦੀ ਹਾਲਤ ਦੇਖੋ। ਉਹ ਬੰਦਾ ਜਿਹੜਾ 1000 ਬੰਦੇ ਨੂੰ ਗਧੇ ਦੇ ਜਬਾੜੇ ਨਾਲ ਵੜ ਸਕਦਾ, ਅੱਖਾਂ ਕਾਲੀਆਂ ਗਈਆਂ ਉਹਦੀਆਂ, ਅੱਖਾਂ ਕਾਲੀਆਂ ਗਈਆਂ। ਔਰ ਅੱਜ ਇਹ ਵਿਸ਼ਵਾਸੀ, ਉਹਨਾਂ ਨੇ ਇੱਕ ਤਮਾਸ਼ਾ ਬਣਾ ਲਿਆ, ਉਹਨੂੰ ਇੱਕ ਗਰਾਊਂਡ 'ਚ ਲਿਆਂਦਾ, ਆਲੇ ਦੁਆਲੇ ਬਿਲਡਿੰਗ 'ਚ ਸਭ ਬੈਠੇ ਤੇ ਉੱਥੇ ਸਾਰੇ ਔਰਤਾਂ ਸਿਗਰਟਾਂ ਪੀਂਦੀਆਂ। ਉਹ ਹਾਲੇਲੂਇਆ। ਬੰਦਿਆਂ ਨੇ ਉਹਨਾਂ ਦੇ ਮੋਢਿਆਂ ਤੇ ਬਾਹਾਂ ਪਾਈਆਂ ਔਰ ਭੱਦੇ ਕੱਪੜੇ ਪਾ ਕੇ ਔਰਤਾਂ ਸਿਗਰਟਾਂ ਪੀਂਦੀਆਂ ਹੋਈਆਂ। ਹਾਲੇਲੂਇਆ। ਨਸ਼ੇ ਕੀਤੇ ਹੋਏ ਬੰਦੇ ਇੱਕ ਵਿਸ਼ਵਾਸੀ ਦਾ ਮਜ਼ਾਕ ਬਣਾ ਰਹੇ ਸੀਗੇ, ਉਹ ਤੇ ਹੱਸ ਰਹੇ ਸੀ। ਉਹ ਦੇਖੋ ਭੈਣੋ ਭਰਾਵੋ, ਯਹੋਵਾ ਦਾ ਬੱਚਾ, ਅਸਲੀ ਪਰਮੇਸ਼ਰ ਦਾ ਪੁੱਤਰ ਅੱਜ ਤਮਾਸ਼ਾ ਬਣ ਗਿਆ, ਕਿਉਂਕਿ ਉਹਨੇ ਸਾਮਰਥ ਨੂੰ ਗਵਾ ਲਿਆ, ਕਿਉਂਕਿ ਉਹਨੇ ਮਸਾ ਗਵਾ ਲਿਆ, ਕਿਉਂਕਿ ਉਹਨਾਂ ਕੋਲ ਸਮਾਂ ਸੀ ਉੱਥੇ ਉਹ ਅਲਰਟ ਰਹਿੰਦਾ, ਕਦੇ ਉਸ ਰਾਹ ਤੇ ਨਾ ਜਾਂਦਾ ਜਿੱਥੇ ਉਹਨੂੰ ਪਤਾ ਹੀ ਮੈਂ ਫਸ ਸਕਦਾ ਹੈ। ਉਦੋਂ ਸਮਾਂ ਨਹੀਂ ਸੰਭਾਲਿਆ ਤੇ ਅੱਜ ਉਹ ਤਮਾਸ਼ਾ ਹੀ ਦੁਸ਼ਟ ਆਤਮੇ ਉੱਤੇ ਹੱਸਦੇ, ਉਹਦਾ ਮਖੌਲ ਉਡਾਉਂਦੇ। ਹੋ ਜਾ, ਤੂੰ ਕਾਹਦਾ ਵਿਸ਼ਵਾਸੀ ਹੈ, ਤੂੰ ਕੀ ਕੀਤਾ, ਇੰਨਾ ਰੌਲਾ ਪਾ ਕੇ, ਇੰਨਾ ਚੱਲ ਕੇ ਅੱਜ ਇਹ ਕੰਮ ਕਰ ਦਿੱਤਾ, ਅੱਜ ਇੱਥੇ ਆ ਕੇ ਡਿੱਗਿਆ ਔਰ ਅੱਜ ਰੋਂਦਾ ਹੀ ਹੋ। ਕਦੀ ਨੇ ਕਿਹਾ ਉਹ ਕਹਾਣੀਆਂ ਯਾਦ ਕਰੇ, ਉਹ ਗੱਲਾਂ ਆਪਣੀਆਂ ਮਾਂ ਦੀਆਂ ਯਾਦ ਕਰੇ ਜਿਹੜੀ ਉਹਦੀ ਮਾਂ ਨੇ ਸਿਖਾਈਆਂ ਸੀ। ਕਦੀ ਤੈਨੂੰ ਕੋਈ ਫੜ ਨਹੀਂ ਪਾਏਗਾ, ਆਪਣੀ ਅੱਲੜਾ ਦੀ ਉਸ ਤਰ੍ਹਾਂ ਨਾਲ ਚੱਲਣ ਲਈ। ਮੈਂ ਇਹ ਕਹਿਣਾ ਚਾਹੁੰਦਾ, ਇੱਥੇ ਵਿਸ਼ਵਾਸੀ ਹੋ, ਸਾਡੇ ਨਾਲ ਵਾਅਦਾ ਆ। ਅਬਰਾਹਮ ਨੇ ਕਿਹਾ ਸੱਚਾ ਵਿਸ਼ਵਾਸੀ ਸ਼ੈਤਾਨ ਦੇ ਕਈ ਹਜ਼ਾਰਾਂ ਹੀ ਰਾਜ ਹਿਲਾ ਕੇ ਰੱਖ ਸਕਦਾ ਆ। ਜੇ ਆਤਮਾ ਦੇ ਮਸਲ ਆਪਣੇ ਉੱਤੇ ਰਹਿਣ ਦਿਓ, ਦੁਨੀਆ ਦੀ ਕੋਈ ਤਾਕਤ ਤੁਹਾਨੂੰ ਸੁੱਟ ਨਹੀਂ ਸਕਦੀ। ਪਰ ਉਹਨੇ ਗਵਾ ਲਈ, ਉਹਨੇ ਗਵਾ ਲਈ। ਅੱਜ ਸ਼ਰਮਿੰਦਾ ਹੋ ਕੇ ਖੜਾ ਹੈ, ਤਰਲੇ ਮਾਰਦਾ ਹੈ। ਇੱਕ ਛੋਟੇ ਜਿਹੇ ਮੁੰਡੇ ਨੇ ਉਹਦੀ ਅਗਵਾਈ ਕੀਤੀ, ਉਹਨੂੰ ਇਹ 2 ਪਿਲਰਾਂ ਦੇ ਨਾਲ ਬੰਨਿਆ ਹੋਇਆ ਸੀਗਾ। ਅਖੀਰੋਂ ਪਛਤਾਵਾ ਹੋਇਆ, ਰੋਇਆ, ਪ੍ਰਭੂ ਬਸ ਇੱਕ ਵਾਰੀ और बढ़िया पढ़ सकते हैं ना न्याय 16 अध्याय किने महसूस कर रहे प्रभु इत्थे हालेलुया किने महसूस कर रहे परमेश्वर दा मसा इत्थे है न्याय 16 अध्याय न्याय दी किताब 16 अध्याय ਇਹ ਲੱਭਦੇ ਹਾਂ ਜਿੱਥੇ ਹਾਲੇਲੂਇਆ ਪੜ੍ਹਦੇ 16 ਦੀ ਦੇਖੋ 21 ਤੋਂ ਪੜ੍ਹਦੇ ਹਾਂ ਧਿਆਨ ਨਾਲ ਸੁਣੋ ਤਦ ਫਿਲਿਸਤੀਆਂ ਨੇ ਉਹਨੂੰ ਫੜਿਆ ਅਤੇ ਉਹਦੀਆਂ ਅੱਖਾਂ ਕੱਢ ਸੁੱਟੀਆਂ ਧਿਆਨ ਦਿਓ आज संस्थावां दी अखां कढ लिया गईयां भगवान ने क्या चर्चा दी अखां कढ लिया गईयां अखां कढ लिया गईयां तां ही उस समय दे बच्चों नूं देख नहीं पा रहे आमीन क्योंकि तुसीं लाइन तो बाहर जाओगे ताडी अखां निकल जाणियां तुहानूं कख नहीं पता आमीन अखां कढ सुटियां ते ओनूं अजाब विच ले आए अते पित्तल दी बेड़ी नाल ओनूं बन्निया अते ओह कैदखाने विच चक्की पींदा हुंदा सी गल कादी ਉਹਦੇ ਸਿਰ ਮਨਾਉਣ ਦੇ ਪਿੱਛੋਂ ਫਿਰ ਉਹਦੇ ਵਾਲ ਉੱਗਣ ਲੱਗੇ ਅਤੇ ਫਿਲਿਸਤੀਆਂ ਦੇ ਸਰਦਾਰ ਇਕੱਠੇ ਹੋਏ ਜੋ ਆਪਣੇ ਦੇਵਤੇ ਦਗੋਨ ਦੇ ਅੱਗੇ ਵੱਡੀਆਂ ਭੇਟਾਂ ਚੜਾਉਣ ਅਤੇ ਆਨੰਦ ਕਰਨ ਕਿਉਂ ਜੋ ਉਹਨਾਂ ਨੇ ਆਖਿਆ ਵੀ ਸਾਡੇ ਦੇਵਤੇ ਨੇ ਸਾਡੇ ਵੈਰੀ ਸਮਸੂਨ ਨੂੰ ਸਾਡੇ ਹੱਥ ਸੌਂਪ ਦਿੱਤਾ ਦੇਖਿਆ ਜਦੋਂ ਇੱਕ ਵਿਸ਼ਵਾਸੀ ਫੜੋ ਗਿਆ ਤਾਂ ਦੁਸ਼ਮਣ ਕਹਿਣ ਸਾਡੇ ਦੇਵਤੇ ਨੇ ਸਾਡੇ ਦੁਸ਼ਮਣ ਨੂੰ ਫੜਵਾ ਦਿੱਤਾ
ਜਦ ਲੋਕਾਂ ਨੇ ਉਹਨੂੰ ਵੇਖਿਆ ਤਾਂ ਆਪਣੇ ਦੇਵਤੇ ਦੀ ਉਸਤਤ ਕਰਕੇ ਬੋਲੇ, ਜੋ ਸਾਡੇ ਦੇਵਤੇ ਨੇ ਸਾਡੇ ਵੈਰੀ ਨੂੰ ਜਿਹੜਾ ਜਿਹਨੇ ਸਾਡਾ ਦੇਸ਼ ਉਜਾੜ ਕਰ ਦਿੱਤਾ ਸੀ ਅਤੇ ਸਾਡੇ ਵਿੱਚੋਂ ਢੇਰ ਸਾਰਿਆਂ ਦਾ ਨਾਸ਼ ਕਰ ਸੁੱਟਿਆ ਜੀ, ਸਾਡੇ ਹੱਥ ਸੌਂਪ ਦਿੱਤਾ। ਸ਼ੈਤਾਨ ਦੀ ਮਹਿਮਾ ਹੁੰਦੀ ਹੈ ਉਦੋਂ ਜਦੋਂ ਇੱਕ ਵਿਸ਼ਵਾਸੀ ਮਸਾਂ ਚੋਂ ਬਾਹਰ ਚੱਲ ਜਾਂਦਾ, ਦੇਵਤਿਆਂ ਦੀ ਉਸਤਤ ਕਰਨ ਲੱਗੇ। ਕੀ ਤੁਸੀਂ ਚਾਹੁੰਦੇ ਹੋ ਤੁਹਾਨੂੰ ਦੇਖ ਕੇ ਦੇਵਤਿਆਂ ਦੀ ਉਸਤਤ ਹੋਏ? ਨਹੀਂ। ਕਿੱਦਾਂ ਦੀ ਸ਼ਰਮਿੰਦਗੀ ਪ੍ਰਭੂ ਨੂੰ ਦੇਣਾ ਚਾਹੁੰਦੇ ਹੋ? ਕਿ ਚਾਹੁੰਦੇ ਸਾਡੇ ਖੁਦਾ ਸਿਰ ਝੁਕਾ ਕੇ ਖੜਾ ਰਵੇ? ਕਿ ਨਹੀਂ ਲਿਖਿਆ ਬਾਈਬਲ 'ਚ ਕਿ ਉਹ ਮੇਰੀ ਜਾਨ ਪਰਦੇ 'ਚ ਰੋਂਦੀ ਹੈ? ਜਦੋਂ ਇੱਕ ਚਰਚ 'ਚ ਵਿਸ਼ਵਾਸੀ ਗੇਟ ਪਾਰ ਕਰਦਾ ਤੇ ਬਸ ਫਿਰ ਉਦਾਂ ਦਾ ਜਿੱਦਾਂ ਦਾ ਉਹ ਸੀ। ਔਰ ਦੇਵਤੇ ਹੱਸਦੇ ਆ, ਦੇਵਤਿਆਂ ਦੀ ਉਹਨਾਂ ਨੇ ਮਹਿਮਾ ਗਾਈ ਇੱਕ ਵਿਸ਼ਵਾਸੀ ਦੇ ਉੱਤੇ। ਤਾਂ ਜੇ ਆਏ ਕਿ ਜਦ ਉਹਨਾਂ ਨੇ ਜੀ ਆਨੰਦ ਸਨ ਤਾਂ ਉਹਨਾਂ ਨੇ ਆਖਿਆ ਸਮਸੂਨ ਨੂੰ ਸੱਦੋ ਜੋ ਸਾਡੇ ਅੱਗੇ ਖੇਲ ਕਰੇ। ਸੋ ਉਹਨਾਂ ਨੇ ਸਮਸੂਨ ਨੂੰ ਕੈਦਖਾਨੇ ਵਿੱਚੋਂ ਸਦਵਾਇਆ ਅਤੇ ਉਹਨੇ ਉਹਨਾਂ ਦੇ ਅੱਗੇ ਖੇਡ ਕੀਤਾ। ਹੋਏ ਤਮਾਸ਼ਾ ਬਣਨਾ ਪਿਆ। ਵਿਸ਼ਵਾਸੀ ਤਮਾਸ਼ਾ ਕਰਦਾ ਹੀ ਜੋ ਲੋਕੀ ਤਾਲੀਆਂ ਵਜਾਉਂਦੇ ਸੀ, ਲੋਕੀ ਆਨੰਦ ਕਰਦੇ। ਕਿੰਨੀ ਰੁਆਰ ਦੇਣ ਵਾਲੀ ਗੱਲ ਹੈ ਕਿ ਪ੍ਰਭੂ ਨੇ ਇੱਦਾਂ ਨਾ ਬਣਾਏ ਉਹਨੂੰ ਕਿ ਉਹ ਤਮਾਸ਼ਾ ਬਣੇ। ਪ੍ਰਭੂ ਨੇ ਇੱਦਾਂ ਨਾ ਬਣਾਏ ਕੋਈ ਤਲਵਾਰ ਨਾਲ ਉਹ ਸਾਰੇ ਮਾਰ ਸਕਦੇ, ਲੇਕਿਨ ਕਿੱਥੋਂ ਪੁੰਜਿਆ ਕਿ ਪਰਮੇਸ਼ਰ ਆਪਣੇ ਵਾਅਦੇ ਤੋਂ ਹਟਿਆ ਜਾਂ ਵਿਸ਼ਵਾਸੀ ਹਟਿਆ? ਵਿਸ਼ਵਾਸੀ ਹਟਿਆ, ਪਰਮੇਸ਼ਰ ਨਹੀਂ। ਹਾਲੇਲੂਇਆ, ਆਮੀਨ। ਸਮਸੂਨ ਨੇ ਤਮਾਸ਼ਾ ਕੀਤਾ ਉਹਨਾਂ ਦੇ ਸਾਹਮਣੇ। ਦੇਖਦੇ ਅੱਖਾਂ ਕੱਢੀਆਂ ਹੋਈਆਂ ਬੰਦਾ ਉਹਨਾਂ ਦੇ ਸਾਹਮਣੇ ਨੱਚਦਾ ਹੋਏਗਾ ਤੇ ਲੋਕੀ ਹੱਸਦੇ ਹੋਣੇ। ਜੇ ਆਪਣੇ ਜੀਵਨ ਚ ਕੰਮ ਉਤਰੇ ਕਰਨ ਸੱਚੀ ਮੱਲੇ ਵਾਲਿਆਂ ਦੇ ਸਾਹਮਣੇ ਤਮਾਸ਼ਾ ਨਹੀਂ ਬਣਦਾ। ਉਹ ਤੁਹਾਡੀ ਵਿਸ਼ਵਾਸ ਹੈ ਨਾ, ਉਹ ਤੁਹਾਡਾ ਭਾਈ ਕਹਿੰਦੇ ਕਿ ਨਹੀਂ ਭਾਈ? ਉਹੀ ਉਹ ਬੱਚੇ ਵੀ ਕਹਿੰਦੇ ਉਹ ਤੁਹਾਡਾ ਭਾਈ ਹੱਸਦੇ ਫਿਰ। ਇਹ ਗੱਲ ਪੱਕੀ ਯਾਦ ਰੱਖੋ, ਤੁਹਾਨੂੰ ਆਪਣੇ ਮੱਲੇ 'ਚ ਆਪਣੀ ਗਵਾਹੀ ਖੜੀ ਕਰਨੀ ਪੈਣੀ। ਵਿਸ਼ਵਾਸੀ ਕਿਸ ਤਰ੍ਹਾਂ ਬਣ ਜਾਂਦਾ, ਫਿਰ ਲੋਕ ਗਲੀ ਬਦਲ ਲੈਂਦੇ ਆ, ਗਲੀ ਬਦਲ ਲੈਂਦੇ। ਸਿਗਰਟ ਪੀਣ ਵਾਲਾ ਹੱਥੋਂ ਛੱਡ ਦਿੰਦਾ, ਲੋਕ ਦੇ ਉਹਦੇ ਕਿਉਂ? ਇਹ ਜ਼ਿੰਦਗੀ ਦਾ ਪ੍ਰਭਾਵ ਹੁੰਦਾ। ਜਿਹੜਾ ਖੁਦ ਹੀ ਨਾਲ ਰਲਿਆ ਫਿਰਦਾ ਤੁਰਦਾ, ਉਹਨੇ ਕੀ ਖੁਦ ਤਮਾਸ਼ਾ ਬਣਿਆ ਹੁੰਦਾ। ਹਾਲੇਲੂਇਆ। ਤਾਂ ਸਮਸੂਨ ਨੇ ਉਸ ਮੁੰਡੇ ਨੂੰ ਜਿਹਨੇ ਉਹਦਾ ਹੱਥ ਫੜਿਆ ਸੀ ਆਖਿਆ, ਜਿੰਨਾ ਉਤੇ ਇਹ ਘਰ ਟਿਕਿਆ ਹੋਇਆ ਹੈ ਉਹਨਾਂ ਥੰਮਾਂ ਨੂੰ ਮੈਨੂੰ ਹੱਥ ਪਾ ਲੈਂਦੇ ਜੋ ਮੈਂ ਟਾਸ ਨਾ ਲਾਵਾਂ। ਉਹ ਘਰ ਮਨੁੱਖਾਂ ਦੇ ਤੀਵੀਆਂ ਨਾਲ ਭਰਿਆ ਹੋਇਆ ਸੀ ਅਤੇ ਫਿਲਿਸਤੀਆਂ ਦੇ ਸਾਰੇ ਸਰਦਾਰ ਉੱਤੇ ਸਨ ਅਤੇ 3000 ਇਸਤਰੀਆਂ ਪੁਰਖ ਛੱਤ ਉੱਤੇ ਸਨ ਜਿਹੜੇ ਸਮਸੂਨ ਨੂੰ ਖੇਲ ਕਰਦਿਆਂ ਦੇਖਦੇ ਪਏ ਸਨ। ਤਾਂ ਸਮਸੂਨ ਨੇ ਯਹੋਵਾ ਅੱਗੇ ਬੇਨਤੀ ਕਰਕੇ ਆਖਿਆ, ਹੇ ਪ੍ਰਭੂ ਯਹੋਵਾ, ਮੈਂ ਤੇਰੇ ਅੱਗੇ ਤਰਲਾ ਕਰਦਾ, ਮੈਂ ਤੇਰੇ ਅੱਗੇ ਤਰਲੇ ਕਰਦਾ, ਜੋ ਮੈਨੂੰ ਚੇਤੇ ਕਰ ਅਤੇ ਐਤਕੀ ਦੀ ਵਾਰੀ ਮੈਨੂੰ ਜ਼ੋਰ ਦੇ ਦੇ। ਐਤਕੀ ਦੀ ਵਾਰ ਇੰਗਲਿਸ਼ ਲਿਖਿਆ once more Lord, ਇੱਕ ਵਾਰੀ ਹੋਰ ਪ੍ਰਭੂ, ਬਸ ਇੱਕ ਵਾਰੀ ਮੈਨੂੰ ਜ਼ੋਰ ਦੇ ਦੇ। ਹਾਲੇਲੂਇਆ। ਇੱਕ ਵਾਰੀ ਮੈਨੂੰ ਇਹ ਜ਼ੋਰ ਦੇ ਦੇ ਜੋ ਫਿਲਿਸਤੀਆਂ ਤੋਂ ਮੈਂ ਇੱਕੋ ਵਾਰ ਆਪਣੀਆਂ ਦੋ ਅੱਖਾਂ ਦਾ ਬਦਲਾ ਲੈ ਲਵਾਂ। ਆਮੀਨ, ਹਾਲੇਲੂਇਆ, ਆਮੀਨ। ਸਮਸੂਨ ਨੇ ਵਿਚਕਾਰਲੇ ਦੋਹਾਂ ਥੰਮਾਂ ਨੂੰ ਜਿਨ੍ਹਾਂ ਉੱਤੇ ਉਹ ਘਰ ਟਿਕਿਆ ਹੋਇਆ ਸੀ ਢਾਸ ਨਾਲ ਲਾ ਕੇ ਇੱਕ ਨੂੰ ਸੱਜੇ ਹੱਥ ਨਾਲ ਅਤੇ ਦੂਜੇ ਨੂੰ ਖੱਬੇ ਹੱਥ ਨਾਲ ਫੜਿਆ। ਸਮਸੂਨ ਬੋਲਿਆ, ਮੇਰੇ ਪ੍ਰਾਣ ਵੀ ਫਿਲਿਸਤੀਆਂ ਦੇ ਨਾਲ ਹੀ ਜਾਣ। ਸੋ ਆਪਣਾ ਸਾਰਾ ਜ਼ੋਰ ਲਾ ਕੇ ਨੀਵਿਆ। ਉਹ ਹਾਲੇਲੂਇਆ। ਉਹਨੂੰ ਪਹਿਲੇ ਬੇਨਤੀ ਕਰਨੀ ਪਈ। ਔਰ ਇਹ ਬੇਨਤੀ ਫਾਰਮੈਲਿਟੀ ਦੀ ਬੇਨਤੀ ਨਹੀਂ, ਇਹ ਨਕਲੀ ਜੀ ਦੁਆ ਨਹੀਂ ਸੀ, ਇਹ ਟੈਂਪਰਰੀ ਦੁਆ ਨਹੀਂ, ਅਸਲੀ ਟੁੱਟੇ ਦੀ ਦੁਆ ਨਹੀਂ। ਇੱਕ ਵਾਰੀ ਹੋਰ ਪ੍ਰਭੂ, ਇੱਕ ਵਾਰੀ ਹੋਰ ਪ੍ਰਭੂ ਯਿਸੂ, ਸਿਰਫ ਐਤਕੀ ਦੀ ਵਾਰੀ ਮਸਾਂ ਦੇ, ਚਾਹੇ ਮੇਰੀ ਜਾਨ ਵੀ ਚਲ ਜਾਏ ਪਰ ਇੱਕ ਵਾਰੀ ਮੈਂ ਤੇਰਾ ਨਾਮ, ਮੈਂ ਯਹੂਦਾ ਇਸਕਰਿਓਤੀ ਵਾਂਗੂ ਨਹੀਂ ਮਰਨਾ। ਹਾਰਿਆ ਹੋਇਆ, ਹਾਂ ਮੈਂ ਗਲਤੀ ਕੀਤੀ, ਮੇਰੇ ਕੋ ਪਾਪ ਹੋਇਆ, ਲੇਕਿਨ ਇੱਕ ਵਾਰ ਤੂੰ ਮੇਰੇ ਤੇ ਮਸਾਂ ਦੇ ਦੇ। ਉਹ ਮੈਂ ਉਹ ਚੀਜ਼ ਵਾਪਸ ਪਾਣਾ ਚਾਹੁੰਦਾ ਜਿਹੜੀ ਮੈਨੂੰ ਅੱਛੀ ਨਹੀਂ ਸੀ। ਇੱਕ ਵਾਰੀ ਚੀਜ਼ ਵਾਪਸ ਦੇ ਦੇ। ਔਰ ਬਾਈਬਲ ਦੱਸਦੀ ਹੈ ਜਦੋਂ ਨੀਵਿਆ ਪਰਮੇਸ਼ਰ ਨੇ ਵਾਪਸ ਉਹਦੀ ਬਾਹਾਂ ਤੇ ਮਸਾ ਭੇਜ ਦਿੱਤਾ। ਉਹਦੀਆਂ ਲੱਟਾਂ 'ਚ ਫੇਰ ਤੋਂ ਮਸਾ ਆ ਗਿਆ, ਉਹਦੀ ਬਾਹਾਂ 'ਚ ਜ਼ੋਰ ਆਇਆ। ਔਰ ਜਦੋਂ ਉਹਨੇ ਧੂ ਕੇ ਖਿੱਚੇ ਪਿੱਲਰ, ਪੂਰੀ
होएगी ਹਾਲੇਲੂਇਆ और इन्ने मरे ਆਮੇਨ भावें समसून विच मर गया ਆਮੇਨ पर बाइबल दसदी हुण इन्ने मरे सीगे हालेलुया। जिन्हें उन्हें पहला कदी नहीं मारे कलीसिया नूं इह लोड़ आ ਆਮੇਨ जानते हो जिन्हां रसूलां दी गल करदे जिस नबी दी गल करदे आ आमीन। जिस वचन दी गल करदे जिस आत्मा दी गल करदे आमीन। इन्ना समर्थ नाल भरिया जिवें पहली वारी कलीसिया च उतरिया ही ਆਮੇਨ कलीसिया इतनी पावरफुल हो गई सी कोई चीज उन्होंने खड़ी नहीं रहन दी ਹਾਲੇਲੂਇਆ सारा नरक उन्होंने शर्मिंदा करके रख दिता सीगा और एक एक विश्वासी अग नाल भरिया होया सी उन्हां चों डुप्लीकेट बंदे नहीं सीगे ਆਮੇਨ सारे ही असली परमेश्वर उन्हां विचों काम करदा है ਹਾਲੇਲੂਇਆ आज फिर उन्हें बबराम ने चीख के कहा ਆਮੇਨ कहना भरावो सानू वापस पेंटिकोस्ट चाहिदा है ਹਾਲੇਲੂਇਆ हालेलुया ਹਾਲੇਲੂਇਆ आमीन प्रभु दा नाम में मामी ने ਆਮੇਨ हालेलुया सानू चाहिदा आओ असीं भी सारे कहिए हे प्रभु बस एक बारी हो हे प्रभु बस एक बारी हो मैं तेरा बीज हां मैं शैतान दा बीज नहीं है जेड़ा पेंटिकोस्ट तक नहीं पहुंच सके मैं तेरा बीज हां हे प्रभु बस एक बारी हो ਤਾਂ ਫਿਰ ਤੋਂ ਉਹ ਕੰਮ ਹੋਣਗੇ ਇੱਕ ਵਾਰੀ ਅਗਰ ਕੋਈ ਵਿਸ਼ਵਾਸੀ ਉਸ ਮਸਾ ਦੇ ਹੇਠ ਆ ਗਿਆ ਜਿਹੜੇ ਕੰਮ ਉਹਨੇ ਜ਼ਿੰਦਗੀ 'ਚ ਕਦੇ ਨਹੀਂ ਕੀਤੇ ਉਧਰ ਹੀ ਹੋਣਗੇ ਉਹ ਕਰੇਗਾ ਕਿਹਨੇ ਚਾਹੁੰਦੇ ਹੋ ਇਹ ਕਹਿ ਸਕਦੇ ਹੈ ਪ੍ਰਭੂ ਬਸ ਇੱਕ ਵਾਰੀ ਹੋ ਇਹ ਪ੍ਰਭੂ ਬਸ ਇੱਕ ਵਾਰੀ ਹੋ ਜਰਾ ਕਸਲੀਅਤ ਦੇ ਨਾਲ ਆਪਣੇ ਸਿਰਾਂ 'ਚ ਝੁਕਾ ਲਵਾਂਗੇ ਉਹ ਜਿੱਦਾਂ ਵੀ ਪਵਿੱਤਰ ਆਤਮਾ ਤੁਹਾਡੇ ਤੇ ਪ੍ਰਗਟ ਕਰਦਾ ਹੈ ਜਿੱਦਾਂ ਵੀ ਤੁਹਾਨੂੰ ਦੁਆ ਕਰਨ ਲਈ ਪ੍ਰੇਰਦਾ ਹੈ ਜਰਾ ਕਿ ਸੋਚੋ ਪਹਿਲੀ ਕਲੀਸਿਆ ਜਦੋਂ ਪਹਿਲਾ ਮਸਾ ਸੀ ਜਦੋਂ ਪਹਿਲੇ ਸਾਮਰਾਜ ਸੀਗੀ ਤਾਂ ਕਿਦਾਂ ਸ਼ੈਤਾਨ ਦੇ ਅੱਗੇ ਇਹ ਰਾਜੇ ਸੀਗੇ ਇਹ ਉਹਨੂੰ ਜੀਤ ਦਿੰਦੇ ਸੀ ਉਹਨਾਂ ਅੱਗੇ ਜੇਤੂ ਸਨ ਤਾਂ ਫਿਰ ਹੁਣ ਹਾਰ ਕਿਉਂ ਹੁਣ ਸ਼ਰਮਿੰਦਗੀ ਕਿਉਂ ਹੁਣ ਵੀ ਉਦਾਂ ਦੇ ਵਿਸ਼ਵਾਸੀ ਚਾਹੀਦੇ ਆ ਤਾਂ ਫਿਰ ਕਹੋ हे ਪ੍ਰਭੂ ਬਸ ਇੱਕ ਵਾਰੀ ਹੋ हे प्रभु बस एक बारी हो हे प्रभु बस एक बारी हो वो मसा होने स्वर्गीय पिता तेरे नाम महिमा मिले खुदा प्रभु यीशु मसीह तेरा वादा है तू क्या मंगो ता दिता जाएगा ढूंढो ता तुम पाओगे खटखटाओ ताड़े लिए खोले जाएगा प्रभु समसून ने क्या प्रभु बस एक बारी हो ਅਸੀਂ ਵੀ ਕਹੀਏ ਪ੍ਰਭੂ ਇਹ ਪੈਂਟੀਕੋਸਟ ਚਾਹੁੰਦੇ ਹਾਂ ਯਹੂਦਾ ਇਸਕਰੀਓਤੀ ਦਾ ਧੋਖੇਬਾਜ਼ ਸੀ ਉਹ ਚੋਰ ਸੀ ਉਹ ਵਿਨਾਸ਼ ਦਾ ਪੁੱਤਰ ਸੀ ਪਰ ਅਸੀਂ ਤੇਰਾ ਸੰਤਾਨ ਆ ਤੇਰਾ ਬੀਜ ਆ ਖੁਦਾ ਅਸੀਂ ਤੇਰੇ ਲਈ ਸ਼ਰਮਿੰਦਗੀ ਨਹੀਂ ਪ੍ਰਭੂ ਬਲਕਿ ਤੇਰੇ ਲਈ ਆਨੰਦ ਦੀ ਭੇਟ ਲੈਣਾ ਚਾਹੁੰਦੇ ਹਾਂ ਅਸੀਂ ਤੇਰੇ ਲਈ ਜੀਣਾ ਚਾਹੁੰਦੇ ਹਾਂ ਪ੍ਰਭੂ हे प्रभु बस एक बारी ਹੋਰ प्रभु बस एक बारी ਹੋਰ हर कोई इतना ही कहे प्रभु हर कोई सच्चाई ना कहे प्रभु एक बारी मैंने वो दे दे जो पहलो कलीसिया को जो पहले कलीसिया कोई वही तू वापस ले दे तेरा वादा है तू पुत्रण दिया पेवा वाल वापस मोड़ देगा तेरा वादा है तू आखिरी बरसात ले आवेगा तेरा वादा है तू सब कुछ बहाल कर देगा तेरा वादा है तेरे नबी ने क्या आखिरी दिनों यहोवा इंज फरमांदा वाला वचन लाड़ी दे मुंह विच होवेगा वो बोलेगी घटनावां होणगीਆਂ वो जदों भी बोलेगी वचन बोलेगी और वचन फिर तो कारगर होवेगा प्रभु तू बरकत दे ओदे लिए एक मसा चाहिए है ओदे लिए एक सच्चा जीवन चाहिए है ओदे लिए एक सच्चा पश्चाताप चाहिए है ओदा ही चाहिए जिदा समसून ने कीता हे प्रभु बस एक बारी होर हे प्रभु आज की दीवारी बख्श दे हे प्रभु इस बारी हो एक बारी हो प्रभु वंस मोर एक बारी होर प्रभु ओ विश्वासियों के दिलों चों आवाज निकले प्रभु एक बारी होर मैनू पाप तो छुड़ा दे मैनू बेपरदीती तो छुड़ा दे मैनू मेरी मर्जी तो बाहर कर ला मैं तेरे लिए बेइज्जती का कारण नहीं बनना चाहता मैं चर्च की बेइज्जती का कारण नहीं बनना चाहता मैं असलियत चाहता हूं एक बारी होर पिता एक बारी होर प्रभु एक बारी होर आज की दीवार मैं शैतान दे हर शर के विरुद्ध खड़ा हुआ प्रभु मैंने दुआ बख्श दे मैंने कंट्रोल च ले मेरे लिए बहाल कर दे आत्मा उड़ेल दे प्रभु सामर्थ उड़ेल दे जिद्दां तू समसून ने उड़ेल दी तो मैंने भी माफ कर दे प्रभु मेरे भी संबंध अपने नाल ठीक कर ला प्रभु मेरे जो सारा नकली बंद कर दे मैं असली जीवन जीना चाहता हूं प्रभु मेरे के वास्ते वापस उड़ेल दे मैं तेरी संतान हूं ओ प्रभु मेरे सच अंदर ओ गुण प्रगट होण प्रभु मेरे अंदर तेरा स्वभाव होए तेरा चरित्र होवे ते सारी गल्लां मेरे चों कढ दे प्रभु इस एक बारी होर प्रभु एक बारी होर प्रभु
बारी हो प्रभु बस एक बारी हो एक चरित्र जेड़ा पेंटिकोस नहीं पा सकिया लेकिन एक चरित्र वो है जेड़ा वापस अपने अभिषेक को पाता है प्रभु तुहानू बरकत देवे सब प्रभु तुहानू सब नू जय काश के इसे दवान अपनी घर जाओ ये प्रभु बस एक बारी हो कि कह सकते हो शैतान ने मैंने लुट लिया शैतान ने मैंने ठगिया है कि कह सकते हो शैतान ने मैंने लुटिया है उन्हें मैंने ठगिया है उन्हें मैंने फसाया है उन्हें मेरी इज्जत खराब की है उन्हें मैंने बदनाम किया है और प्रभु बस एक बारी हो मैंने माफ कर दे मेरे मसा नील दे ओ मैं तेरे अभिषेक से जीना चाहता मैं उठाए रहना चाहता हूं प्रभु सिर्फ एक बारी और प्रभु मैं तमाशा नहीं बनना चाहता लोगों के सामने प्रभु तो मेरी मदद कर बहुत बरकत दे प्रभु तुम सब बरकत दे बाकी रस्म पाई